ये मेरी बेनती है, जो हो सकता तो इन्ना कोई उपराला आपां रल मिल के करिए। स्पीकर साहब नूं जरूर कहना ते DC साहब दे कोल तुसीं आप जाके आओ। ये काम मैं एक तुहाडी ड्यूटी लवांगा, छोटा बच्चा समझ लो, छोटा भरा समझ लो, एक मैं अपने वालों तुहाडी ड्यूटी ला रहा जी। सो हुण मैं बेनती करांगा AC साहब, सरदार बहादुर साहब, सुरजीत सिंह जी, ठीक है जी। अरदास करनी सुहाए अर्जनार को बिंदु सिमरो श्री हराए श्री हरि कृष्ण की आइए डिटे सब जाए तेग बहादुर सूर्य करना उनकी आवे ताए सपने सुहाए दसवें पातशाह साहब श्री गुरु गोबिंद सिंह साहब की कल की धारे सपने सुहाए दसवें पातशाह की जोत साहब श्री गुरु ग्रंथ साहब जी के पाठ दर्शन दीदार दा अंतर के खालसा साहब बोलो जी। इन माणिया के मानस गुरु निताणिया के तारणी ऊटिया की ऊट ने आसरिया के आसरे तंतन साहब श्री गुरु ग्रंथ साहब जी महाराज गुरबाणी की मां माता अनुसार खरीदा दरियावे कने बगला बैठा केल करे केल करेंदे अंजनू चिंते बाज पाए रब दे केला विसरियां जो मन चेतन चेते सन सो गाली रब कीਆਂ सतगुरु जी उन्हां दे जाण तो बाद जो रमला जी की याद ਨੂੰ ਤਾਜ਼ਾ ਕਰਦੇ ਹੋਇਆ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਉਹਨਾਂ ਦੀ ਮੂਰਤੀ ਤਿਆਰ ਕੀਤੀ ਹੈ। ਪਾਤਸ਼ਾਹ ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਸਭੀ ਕਰਿਓ, ਸੱਤੇ ਰਹਿਮਤ ਪ੍ਰਿਆਤ ਰੱਖਿਓ, ਸੁਖ ਹੋਵੇ ਨਾਨਕ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਲਓ ਲੋਕਾਂ ਨੂੰ इधर साइड हो भाई जी अगे ना खड़ो, जो तुम अगे खड़ के आगे भाई साहब अगे ना खड़ो। भाई साहब अगे ना खड़ो जी, आगे अगे खड़ जाते आके लंघ जावे। चलो उत्थे चलो, खड़े को खड़ो पर चलो दोनों पासे पासे हो गई आगे साइड पे जी आई बाबा जी साइड पे आगे ना जरूर पे रहेगा कोई पिछो को पीछे खड़े होने की कागज बेनती भाई ਹੁਣ मैं बेनती करांगा जी, जिन्होंने शब्दों के फुल भेंट की है बैठ जाओ। तो असं एक छोटी जी मान सन्मान की रस्म अदा करने जा रहे हैं। अवतार सिंह जी मिठड़ी साहब की तरफों, डॉक्टर अवतार सिंह जी मिठड़ी, गुलाब सिंह जी फुटीवाला, रेशम सिंह जी फुटीवाला, प्रिंसीपल जरनैल सिंह जी पप्पू जी,
ਸਨਮਾਨ ਨਵਜੋਤ ਰਾਣੀ ਜੀ ਨੂੰ ਮੈਂ ਬੇਨਤੀ ਕਰਾਂਗਾ। ਹਾਂ ਹਾਂ ਨਿੱਕਾ ਦਰਦੀ ਉਹ ਵੀ ਇੱਕ ਬੁਲੰਦ ਆਵਾਜ਼ ਸੀ ਤੇ ਉਹਨਾਂ ਦੇ ਵਾਈਫ ਉਹ ਸਾਡੇ ਕੋਲ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਜਸਵੰਤਲਾ ਜੀ ਉਹ ਵੀ ਅੱਗੇ ਆ ਜਾਣ ਜੀ। ਇੱਥੇ ਅੱਗੇ ਆ ਜਾਓ। ਹਾਂਜੀ ਪਿੱਛੇ ਹੋ ਥੋੜਾ ਜਿਹਾ ਤੁਸੀਂ ਪਿੱਛੇ ਹੋ ਥੋੜਾ ਜਿਹਾ ਬਸ ਠੀਕ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਲਾਬ ਸਿੰਘ ਜੀ ਨੂੰ ਬੇਨਤੀ ਕਰਾਂਗਾ ਕੋਲੇ ਆ ਜਾਣ ਜੀ। ਗੁਲਾਬ ਸਿੰਘ ਜੀ ਜਾਣਾ ਨਹੀਂ ਜੀ, ਜਾਣਾ ਨਹੀਂ, 1 ਮਿੰਟ ਆ ਜਾਓ ਸਰ ਜੀ। ਪੱਪੂ ਜੀ ਗੁਲਾਬ ਸਿੰਘ ਜੀ ਜਿਹੜੇ ਉਹਨਾਂ ਦੀ ਦੁਆਵਾਂ ਮੰਗਦੇ ਆ ਕਿ ਹਮੇਸ਼ਾ ਵਾਸਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਗੁਲਾਬ ਸਿੰਘ ਜੀ ਯੂਕੇ ਤੋਂ ਆਏ। ਹਾਂਜੀ ਸਾਹਮਣੇ ਆ ਜਾਓ, ਸਾਹਮਣੇ ਹਾਂਜੀ ਸਾਹਮਣੇ ਹੋ ਜੀ। ਇਧਰ ਬਈ ਕੀ ਕਰੀ ਜਾਂਦੇ ਬੋਲੇ ਸੋ ਨਿਹਾਲ। ਅਵਤਾਰ ਸਿੰਘ ਜੀ ਉੱਥੇ ਬੋਲਦੇ ਜੀ ਪਿੱਛੇ ਹੋ। ਉਹਨਾਂ ਦੀ ਪਹਿਲੀ ਬਰਸੀ ਤੇ ਪਹੁੰਚੀ ਹੋਏ ਸਮੂਹ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੇਲੇ ਬੀਬਾ ਨਵਜੋਤ ਰਾਣੀ ਜੀ ਤੇ ਉਹਨਾਂ ਦੇ ਨਾਲ ਊਸ਼ਾ ਕਿਰਨ ਜੀ ਤੇ ਸਾਡੀ ਭੈਣ ਸਰਬਜੀਤ ਚਿਮਟੇ ਵਾਲੀ, ਸਾਡੀ ਭੈਣ ਸ਼੍ਰੀ ਕੁਲਦੀਪ ਮਾਨਕ ਜੀ ਕਲੀਆਂ ਦੇ ਬਾਦਸ਼ਾਹ, ਉਹਨਾਂ ਦੇ ਜਿਹੜੇ ਹੈ ਧਰਮ ਪਤਨੀ ਸਰਬਜੀਤ ਕੌਰ ਮਾਨਕ, ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਹੈ। ਸੋ ਇਸ ਵੇਲੇ ਗੁਲਾਬ ਸਿੰਘ ਜੀ ਯੂਕੇ ਵਾਲੇ, ਉਹਨਾਂ ਵੱਲੋਂ ਦਾਸ ਡਾਕਟਰ ਅਵਤਾਰ ਸਿੰਘ ਜੀ ਮਿੱਠੜੀ, ਗੁਲਾਬ ਸਿੰਘ ਜੀ ਭੁੱਟੀ ਵਾਲਾ, ਪ੍ਰਿੰਸੀਪਲ ਜਰਨੈਲ ਸਿੰਘ ਜੀ ਤੇ ਰੇਸ਼ਮ ਸਿੰਘ ਜੀ ਭੁੱਟੀ ਵਾਲਾ। ਸੋ ਸਾਡੇ ਦਰਮਿਆਨ ਪੱਪੂ ਜੀ, ਸਾਰਿਆਂ ਨੇ ਜਿਹੜਾ ਹੈਗਾ ਬੀਬਾ ਨਵਜੋਤ ਰਾਣੀ ਦਾ ਤੇ ਊਸ਼ਾ ਕਿਰਨ ਜੀ, ਸਰਬਜੀਤ ਕੌਰ ਮਾਨਕ, ਸਾਰਿਆਂ ਦਾ ਜਿਹੜਾ ਸਰਬਜੀਤ ਕੌਰ ਚਿਮਟੇ ਵਾਲੀ, ਇਹਨਾਂ ਦਾ ਮਾਨ ਸਨਮਾਨ ਕਰਿਆ ਹੈ। ਸੋ ਇਸ ਵੇਲੇ ਪਰਿਵਾਰ ਵੱਲੋਂ ਆਪ ਸਾਰੀ ਸੰਗਤ, ਸਾਡੇ ਚੈਨਲ ਵਾਲੇ ਵੀਰ ਪਹੁੰਚੇ ਹੋਏ ਹੈ, ਪ੍ਰੈਸ ਰਿਪੋਰਟਰ ਪਹੁੰਚੇ ਹੋਏ ਹੈ। ਸੋ ਸਾਡੇ ਗਾਇਕ ਜਿਹੜੇ ਹੈ, ਕਲਾਕਾਰ ਵੀਰ, ਉਹ ਵੀ ਸਾਡੇ ਦਰਮਿਆਨ ਇੱਥੇ ਪਹੁੰਚੇ ਹੋਏ ਹੈ, ਗੀਤਕਾਰ ਵੀ ਪਹੁੰਚੇ ਹੋਏ ਹੈ, ਇਲਾਕੇ ਦੇ ਲੀਡਰ ਸਾਹਿਬਾਨ, ਪੰਚ ਸਰਪੰਚ ਚੇਅਰਮੈਨ ਸਾਰੇ ਪਹੁੰਚੇ ਹੋਏ ਹੈ। ਮੈਂ ਆਪਣੇ ਵੱਲੋਂ, ਪਰਿਵਾਰ ਵੱਲੋਂ, ਉਹਨਾਂ ਦੇ ਸੱਜਣਾ ਮਿੱਤਰਾਂ ਵੱਲੋਂ, ਸਾਰੀ ਸੰਗਤ ਦਾ ਪਹੁੰਚੀ ਹੋਈ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸੋ ਸੱਚੇ ਪਾਤਸ਼ਾਹ ਰਮਣਾ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਸਾਨੂੰ ਜਿਹੜੀ ਹੈ ਐਤਕਾਂ ਦਾ ਜਿਹੜਾ ਕਰੋਨਾ ਦਾ ਕਰਕੇ ਜਿਹੜੀ ਅਸੀਂ ਹੈ ਥੋੜੀ ਜੀ 200 ਮੇਰੇ ਖਿਆਲ ਚ ਅਸੀਂ ਬੰਦੇ ਦਾ ਇਕੱਠ ਹੈ ਜਿਹੜਾ ਉਹਦੀ ਪਰਮਿਸ਼ਨ ਲਈ ਹੋਈ ਸੀ ਤੇ ਅੱਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਜਿਹੜੀ ਉਹਨਾਂ ਦੀ ਬਰਸੀ ਹੈ ਬੜੀ ਧੂਮ-ਧਾਮ ਨਾਲ ਮਨਾਇਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬਲ ਬਖਸ਼ਣ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਹਾਂਜੀ ਭੈਣ ਜੀ ਹੋਰਾਂ ਨੂੰ, ਗੁਲਾਬ ਸਿੰਘ ਜੀ ਯੂਕੇ ਤੋਂ 50,000 ਰੁਪਏ ਦੀ ਜਿਹੜੀ ਹੈ ਮਾਨ ਸਨਮਾਨ। ਗੁਲਾਬ ਸਿੰਘ ਜੀ ਯੂਕੇ, ਗੁਲਾਬ ਸਿੰਘ ਜੀ ਯੂਕੇ ਤੋਂ
50,000 ਰੁਪਏ ਦਾ ਸਨਮਾਨ ਬੀਬਾ ਨਵਜੋਤਕਾਰੀ ਨੂੰ ਨਵਜੋਤ ਰਾਣੀ ਨੂੰ ਕਰ ਰਹੇ ਆ, ਉਹਨਾਂ ਦਾ ਧੰਨਵਾਦ। ਸੋ ਸਾਡੇ ਵੀਰ ਬਲਤੇਜ ਸਿੰਘ ਸਰਾਹ ਜੀ ਉਹ ਵੀ ਜਿਹੜਾ ਨਵਜੋਤ ਰਾਣੀ ਦਾ ਮਾਨ ਸਨਮਾਨ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਆ। ਸੋ ਅਸੀਂ ਬਲਤੇਜ ਸਿੰਘ ਸਰਾਹ ਇਹਨਾਂ ਦਾ ਵੀ ਜਿਹੜਾ ਬਹੁਤ ਬਹੁਤ ਧੰਨਵਾਦ ਕਰਦੇ ਆ। ਸੋ ਅਸੀਂ ਸਾਰੇ ਜਿਹੜੇ ਸੱਜਣ ਮਿੱਤਰ ਆ ਜਿੰਨੇ ਪਹੁੰਚੇ ਹੋਏ ਆ ਸਾਰੀ ਸੰਗਤ ਦੇ ਰੂਪ ਵਿੱਚ ਮੈਂ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਜਿਵੇਂ ਅੱਜ ਆਪਾਂ ਪਹੁੰਚੇ ਹਾਂ ਹਰ ਸਾਲ, ਕਿਉਂਕਿ ਜਿਹੜੇ ਰਮਲਾ ਸਾਹਿਬ ਹੈ ਉਹ ਬੇਸ਼ੱਕ ਸਰੀਰਕ ਕਰਕੇ ਸਾਡੇ ਕੋਲੇ ਨਹੀਂ ਰਹੇ, ਲੇਕਿਨ ਜਿਹੜੇ ਉਹਨਾਂ ਦੇ ਬੋਲ ਹੈ ਉਹ ਰਹਿੰਦੀ ਦੁਨੀਆ ਤੱਕ ਜਿਹੜੇ ਸਾਡੇ ਕੰਨਾਂ ਦੇ ਵਿੱਚ ਵੱਜਦੇ ਰਹਿਣਗੇ। ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਉਂਦੇ ਸਾਲ ਨੂੰ ਬਰਸੀ ਵੀ ਮਨਾਉਣੀ ਹੈ ਧੂਮਧਾਮ ਦੇ ਨਾਲ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ, ਮੈਂ ਇਹੀ ਗੱਲ ਚਾਹੁੰਦਾ ਸੀ ਔਰ ਮੈਂ ਵੀ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਕਿ ਨਵਜੋਤ ਰਾਣੀ ਜੀ ਅੱਧੀ ਰਾਤ ਨੂੰ ਆਵਾਜ਼ ਮਾਰਨਾ ਸੀ ਇਹਨਾਂ ਦੇ ਨਾਲ ਹੈ। ਲੁਧਿਆਣੇ ਤੋਂ ਚੱਲ ਕੇ ਕਾਫਲਾ ਬਣ ਕੇ ਆਇਆ ਕਰੇਗਾ। ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੀ ਗੱਲਬਾਤ ਹੈ, ਅਸੀਂ ਇਸ ਸਮਾਗਮ ਨੂੰ ਬੜੇ ਚੋਟੀ ਤੱਕ ਲੈ ਕੇ ਜਾਣਾ। ਅਸੀਂ ਨਾਲ ਦਿਨ ਰਾਤ ਨਾਲ ਚੱਲਾਂਗੇ। ਜਿੱਥੇ ਇਹੋ ਜਿਹੀਆਂ ਹਸਤੀਆਂ ਸਾਡੇ ਨਾਲ ਨੇ ਤੇ ਸਾਨੂੰ ਘਬਰਾਉਣ ਦੀ ਲੋੜ ਨਹੀਂ, ਅਸੀਂ ਸਾਰੇ ਨਾਲ ਹੈ। ਸੋ ਆਓ ਦੋ ਬੋਲ ਹੁਣ ਮੈਂ ਬੇਨਤੀ ਕਰਾਂਗਾ ਬਲਤੇਜ ਸਰਾਂ ਜੀ ਨੂੰ ਤੇ ਉਹ ਦੋ ਬੋਲ ਸ਼ਬਦਾਂ ਤੇ ਭੇਂਟ ਕਰਨਗੇ। ਬਲਤੇਜ ਸਰਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਾਲ ਕਰਤਾਰ ਰਮਲਾ ਜੀ ਜੋ ਸਾਨੂੰ ਸਤੀਬੀ ਵਿਛੋੜਾ ਦੇ ਗਏ ਸੀ, ਉਹਨਾਂ ਦੀ ਪਹਿਲੀ ਬਰਸੀ ਤੇ ਅੱਜ ਆਉਣ ਦਾ ਮੌਕਾ ਮਿਲਿਆ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਪਿਛਲੇ 15 ਸਾਲਾਂ ਤੋਂ ਮੇਰਾ ਉਹਨਾਂ ਨਾਲ ਪਰਿਵਾਰਕ ਰਿਸ਼ਤਾ ਬਣਿਆ ਹੋਇਆ ਹੈ। ਬਹੁਤ ਮੇਰੇ ਨੇੜੇ ਦੇ ਮਿੱਤਰ ਵੀ ਰਹੇ ਨੇ। ਜਦੋਂ ਵੀ ਲੁਧਿਆਣੇ ਜਾਂਦੇ ਸੀ ਘਰ ਅਕਸਰ ਹੋ ਕੇ ਆਉਂਦੇ ਸੀਗੇ। ਬਹੁਤ ਉਹਨਾਂ ਨਾਲ ਯਾਦਾਂ ਜੁੜੀਆਂ ਹੋਈਆਂ ਨੇ। ਜੇ ਗੱਲ ਕਰਨ ਲੱਗਾ ਤਾਂ ਬਹੁਤ ਲੰਬਾ ਸਮਾਂ ਲੱਗ ਜਾਊਗਾ, ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਉਸ ਤਰ੍ਹਾਂ ਦੇ ਇਨਸਾਨ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ। ਇੱਕ ਬਹੁਤ ਉੱਚ ਕੋਟੀ ਦੇ ਜਿਵੇਂ ਕਹਿ ਦਈਏ ਵੀ ਨਾ, ਜਿਵੇਂ ਸੰਗੀਤ ਦੀ ਸੋਚ ਰੱਖਣ ਵਾਲੇ ਇਨਸਾਨ ਸੀ। ਜਦੋਂ ਵੀ ਕਦੇ ਕੋਈ ਮੈਂ ਸਲਾਹ ਲਈ ਉਹਨਾਂ ਨੇ ਮੈਨੂੰ ਨੇਕ ਸਲਾਹ ਦਿੱਤੀ ਹੈ ਵੀ ਬਲਤੇਜ ਆਏ ਨਹੀਂ ਆਏ ਕਰ ਲਾ। ਪਰ ਇੱਕ ਗੱਲ ਹੋਰ ਵੀ ਮਾਣ ਹੁੰਦਾ ਹੈ ਵੀ ਅਸੀਂ ਉਸ ਇਨਸਾਨ ਦੇ ਮਿੱਤਰ ਮੰਡਲੀ ਦੇ ਵਿੱਚੋਂ ਰਹੇ ਹਾਂ ਜਿਨ੍ਹਾਂ ਨੇ ਕਿ ਜਿਸ ਵੀ ਗੀਤਕਾਰ ਨੂੰ ਗਾਇਆ ਗੀਤਕਾਰ ਹਿੱਟ ਹੋ ਗਿਆ, ਜਿਸ ਦੇ ਨਾਲ ਵੀ ਜੋ ਵੀ ਗੀਤ ਗਾਇਆ ਉਹ ਹਿੱਟ ਹੁੰਦਾ ਗਏ। ਚਾਹੇ ਪੌਪ ਦੀ ਦੁਨੀਆ ਆਈ ਉਸ ਹਨੇਰੇ ਦੇ ਵਿੱਚ ਵੀ ਉਹ ਥੜਕੇ ਨਹੀਂ। ਉਹਨਾਂ ਦੀ ਦੁਗਾਣਾ ਗਾਇਕੀ ਦੀ ਜਿਹੜੀ ਹੈਗੀ ਧਾਕ ਹਮੇਸ਼ਾ ਵੱਜਦੀ ਰਹੀ। ਇਹ ਇੱਕ ਬਹੁਤ ਵੱਡੀ ਗੱਲ ਸੀ, ਵਿਲੱਖਣ ਗੱਲ ਸੀ। ਬਾਕੀ ਤੂੰਬੀ ਦੇ ਜਿਹੜੇ ਪੋਟੇ ਉਹ ਲਾਉਂਦੇ ਸੀ, ਮੈਂ ਤਾਂ ਨਹੀਂ ਕਹਿੰਦਾ ਵੀ ਕੋਈ ਬਹੁਤ ਲੋਕ ਤਰਸਦੇ ਨੇ ਉਹ ਚੀਜ਼ਾਂ ਨੂੰ, ਪਰ ਅਸੀਂ ਬਚਪਨ ਤੋਂ ਹੀ ਉਹਨਾਂ ਦੇ ਮੈਂ ਤਾਂ ਮੁਰੀਦ ਹੁੰਦਾ ਸੀ। ਪਰ ਬਾਅਦ ਚੋਂ ਆ ਕੇ ਸਾਡੀ ਦੋਸਤੀ ਬਣ ਗਈ। ਕਈ ਪ੍ਰੋਗਰਾਮਾਂ 'ਚ ਵੀ ਮੈਂ ਨਾਲ ਉਹਨਾਂ ਦੇ ਜਾਂਦਾ ਰਿਹਾ ਤੇ ਚਲੋ ਅੱਜ ਉਹ ਨਹੀਂ ਰਹੇ, ਪਰ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਨਹੀਂ ਕੋਈ ਮਾਰ ਸਕਦਾ। ਚਾਹੇ ਉਹ ਜਿਸਮਾਨੀ ਤੌਰ 'ਤੇ ਸਾਡੇ ਵਿੱਚੋਂ ਚਲੇ ਗਏ ਨੇ, ਪਰ ਉਹਨਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੂਗੀ। ਔਰ ਮੈਂ ਲਵਜੋਤ ਭੈਣ ਜੀ ਨੂੰ ਮਤਲਬ ਵਿਸ਼ਵਾਸ ਦਿਵਾਉਣਾ ਹੈ ਵੀ ਜਿਸ ਤਰ੍ਹਾਂ ਉਹਨਾਂ ਦੇ ਹੁੰਦੇ ਆ ਵੀ ਅਸੀਂ ਪਰਿਵਾਰ ਦੇ ਨਾਲ ਖੜੇ ਸੀ, ਚਾਹੇ ਉਹ ਮਤਲਬ ਸਰੀਰਕ ਤੌਰ 'ਤੇ ਅੱਜ ਨਹੀਂ ਰਹੇ। ਅਸੀਂ ਹਮੇਸ਼ਾ, ਮੈਂ ਜਿੰਨੇ ਵੀ ਯੋਗਾ ਹੈਗਾ ਹਮੇਸ਼ਾ ਪਰਿਵਾਰ ਦੇ ਨਾਲ ਖੜਾ ਰਿਹਾ ਔਰ ਖੜਾ ਰਹੂੰਗਾ। ਜਿੱਥੇ ਵੀ ਮੇਰੀ ਭੈਣ ਮੇਰੀ ਡਿਊਟੀ ਲਾਊਗੀ, ਜੋ ਵੀ ਪਰਿਵਾਰ ਮੇਰੀ ਡਿਊਟੀ ਲਾਊਗਾ, ਕਮੇਟੀ ਜੋ ਵੀ ਤੁਸੀਂ ਕਰੋਗੇ, ਜਦੋਂ ਵੀ ਹਾਕ ਮਾਰੋਗੇ ਮੈਂ ਹਾਜ਼ਰ ਹੋਊਂਗਾ। ਚਾਹੇ ਅੱਧੀ ਰਾਤ ਨੂੰ ਆਵਾਜ਼ ਦਿਓ। ਇੰਨਾ ਕੁਝ ਕਹਿੰਦਾ ਹੋਇਆ ਮੈਂ ਆਪਦੇ ਬੰਨਿਓ ਮੇਰੇ ਉਸ ਵੀਰ ਨੂੰ, ਮੇਰੇ ਉਸ ਭਰਾ ਨੂੰ ਆਪਦੇ ਸ਼ਰਧਾ ਦਾ ਫੁੱਲ ਭੇਟ ਕਰਦਾ। ਪਰਮਾਤਮਾ ਇਸ ਤਰ੍ਹਾਂ ਦਾ ਭੈਣ, ਇਸ ਤਰ੍ਹਾਂ ਦਾ ਭਰਾ, ਇਸ ਤਰ੍ਹਾਂ ਦਾ ਪਿਓ, ਇਸ ਤਰ੍ਹਾਂ ਦਾ ਵੀਰ, ਇਸ ਤਰ੍ਹਾਂ ਦਾ ਮਿੱਤਰ ਹਰੇਕ ਨੂੰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਪ ਦੇ 4 ਪੁੱਤਰ ਹੁੰਦੇ ਆ, 3 ਅਲੱਗ ਹੋ ਜਾਂਦੇ ਆ, ਚੌਥੇ ਦੇ ਹਿੱਸੇ ਵਿੱਚ ਮਾਂ-ਬਾਪ ਆ ਜਾਂਦੇ ਆ। ਹੁਣ ਫਰਜ਼ ਉਹਦਾ ਹੈ ਕਿ ਮੈਂ ਮਾਂ-ਬਾਪ ਦੀ ਸੇਵਾ ਕਰਨੀ ਹੈ, ਇਹਨਾਂ ਦਾ ਫਲ ਮੈਂ ਲੈਣਾ ਕਿ ਨਹੀਂ ਲੈਣਾ, ਇਹ ਉਹਦੇ ਹੱਥ ਵਸ ਹੁੰਦਾ ਆ। ਜੇ ਤਾਂ ਸੇਵਾ ਕਰਦਾ ਹੈ ਮਾਂ-ਬਾਪ ਦੀ ਤਾਂ ਸਾਰਾ ਫਲ ਉਹਦੀ ਝੋਲੀ 'ਚ ਪੈ ਜਾਂਦਾ। ਇਹ ਮਿਸਾਲ ਇੱਕ ਨਵਜੋਤ ਰਾਣੀ ਦੀ ਹੈ, ਕਿਉਂਕਿ ਮੂੰਹ ਤੇ ਬੈਠੀ ਉਹ ਕੁੜੀ ਰਮਲਾ ਜੀ ਜਦੋਂ ਲੁਧਿਆਣੇ ਆਉਂਦੇ ਹੁੰਦੇ ਸੀ, ਮੇਰੇ ਕੋਲ ਠਹਿਰਦੇ ਹੁੰਦੇ ਸੀ ਰਾਤ ਨੂੰ ਤੇ ਹਾਸੇ ਖੇਡੇ ਦੀਆਂ ਗੱਲਾਂ ਕਰਨੀਆਂ ਤੇ ਨਾਲੇ ਕਹਿਣਾ ਕਿਸੇ ਗੱਲੋਂ ਡੋਲਣਾ ਨਹੀਂ। ਇਹਨੇ ਜੋ ਸੇਵਾ ਕੀਤੀ ਹੈ ਆਖਰੀ ਪਲਾਂ ਦੇ ਵਿੱਚ, ਮੈਂ ਫਰੀਦਕੋਟ ਦੇ ਵਿੱਚ ਇਹਨਾਂ ਦੇ ਘਰ ਰਹਿ ਕੇ ਅੱਖੀ ਦੇਖਿਆ।
ਇਹ 'ਚ ਕੋਈ ਦੋ ਰਾਏ ਨਹੀਂ ਹੈ। ਕੋਈ ਜੋ ਮਰਜ਼ੀ ਕਵੇ ਨਾ ਕਵੇ, ਲੇਕਿਨ ਮੈਂ ਦਾਅਵੇਦਾਰ ਹੈਗਾ ਇਸ ਗੱਲ ਦਾ। ਇਹਨੇ ਉਸ ਘੜੀ ਦੇ ਵਿੱਚ ਬਕਵਾਸ ਕੀਤਾ ਹੈ ਜਿਸ ਤਰ੍ਹਾਂ ਕਿ ਬੜੀ ਔਖਿਆਈ ਦੇ ਵਿੱਚ ਵੀ ਸੀਗੇ ਤਾਂ ਵੀ ਉਹਨਾਂ ਨੇ ਸਾਥ ਦਿੱਤਾ। ਇਸ ਵਾਰ ਇਹ ਹਰ ਗੱਲ ਦੀ ਭਾਗੀਦਾਰ ਜਿਹੜੀ ਹੈ ਉਹ ਨਵਜੋਤ ਰਾਣੀ ਹੈ, ਨਵਜੋਤ ਰਾਣੀ ਹੈ, ਨਵਜੋਤ ਰਾਣੀ ਹੈ, ਤੇ ਅਸੀਂ ਹਮੇਸ਼ਾ ਦੇ ਨਾਲ ਹੀ ਰਵਾਂਗੇ। ਸੋ ਮੈਂ ਭਗਤ ਬੋਲੀ ਜੀ ਨੂੰ ਬੇਨਤੀ ਕਰਾਂਗਾ, ਭਗਤ ਬੋਲੀ ਜੀ ਆਓ ਦੋ। ਇੱਕ ਹੋਰ ਗੱਲ, ਹਾਂ ਦੇਖੋ ਜੀ, ਬੰਦੇ ਦੀਆਂ ਜ਼ਿੰਦਗੀ ਦੇ ਵਿੱਚ ਯਾਦਾਂ ਬੜੀਆਂ ਆਪਾਂ ਬਣਾ ਕੇ ਸ਼ੀਸ਼ੇ 'ਚ ਬਣਾ ਕੇ ਰੱਖਦੇ ਆ। ਸਰਾਂ ਸਾਹਿਬ ਮਾਂ ਬਾਪ ਦੇ ਫੋਟੋ ਰੱਖਦੇ ਆ, ਬੜਾ ਕੁਛ ਰੱਖਦੇ, ਵੀਡੀਓ ਬਣਾ ਕੇ ਰੱਖਦੇ ਆ, ਲੇਕਿਨ ਕਲਾਕਾਰ ਦੀ ਜ਼ਿੰਦਗੀ ਹੈ ਜਿਹੜੀ ਉਹ ਇੱਕੋ ਹੀ ਯਾਦਾਸ਼ਤ ਹੁੰਦੀ ਹੈ। 1967 ਦੇ ਵਿੱਚ ਕਰਤਾਰ ਰਮਲਾ ਜੀ ਦਾ ਜੋ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ, ਪਹਿਲਾ ਗੀਤ 1967 ਦੇ ਵਿੱਚ ਇਹ ਮਾਰਕੀਟ ਦੇ ਵਿੱਚ ਆਇਆ। ਉਹਦੀ ਇੱਕ ਮਿਸਾਲ ਸਾਡਾ ਬਾਈ ਹੈ, ਆਹ ਰਿਕਾਰਡ ਸਾਂਭਿਆ ਹੋਇਆ ਜੀ, ਆ ਲੈ ਕੇ ਆਇਆ, ਦਿਖਾ ਦੇ ਬਾਈ। ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੈਗ ਤਾਂ ਲੱਗ ਗਿਆ ਇਹ ਉਸਤਾਦ ਜੀ ਦਾ ਸਭ ਤੋਂ ਪਹਿਲਾ ਰਿਕਾਰਡ ਹੈ ਜੀ, 1967 ਦੇ ਵਿੱਚ ਇਹ ਰਿਕਾਰਡ ਹੋਇਆ ਸੀ HMV ਕੰਪਨੀ ਵਿੱਚ। ਆਹ ਫੜੀ ਮੈਂ ਇਹ ਰਿਕਾਰਡ ਦੇ ਦੋਨੇ ਪਾਸੇ ਸਰਦਾਰ ਬਾਬੂ ਸਿੰਘ ਮਾਨ ਨਾੜਾ ਵਾਲੇ ਨੇ ਲਿਖੇ ਹੋਏ ਗੀਤ। ਜਦੋਂ ਵੀ ਇਹਨਾਂ ਦਾ ਦੂਸਰਾ ਗੀਤ ਰਿਕਾਰਡ ਹੋਇਆ ਉਸਤਾਦ ਜੀ ਦਾ, ਉਹ ਹੋਇਆ ਸੀ ਰਜਿੰਦਰ ਰਾਜਨ ਜੀ ਨਾਲ। ਆਹ ਉਹਨਾਂ ਦਾ ਦੂਜਾ ਰਿਕਾਰਡ ਉਸਤਾਦ ਜੀ ਦਾ, ਇੱਥੋਂ ਸਟਾਰਟ ਹੋਣਾ ਜੀ। ਮੈਂ ਤਾਂ ਉਹਨਾਂ ਦੇ ਹੁਣ EP ਦਿਖਾਉਣ ਵੀ ਉਹਨਾਂ ਸਭ ਤੋਂ ਪਹਿਲਾਂ ਕਿਹੜਾ ਹੈ ਆਹ ਉਸਤਾਦ ਜੀ ਦਾ ਸਭ ਤੋਂ ਪਹਿਲਾਂ EP ਹੈ ਜੀ। ਇਹ 'ਚ ਮਿਊਜ਼ਿਕ ਕੇਸਰ ਸਿੰਘ ਰੋਲਾ ਸੀ, 1978 'ਚ ਆਇਆ ਸੀ ਉਹਨਾਂ ਸੁੱਖੀਆ ਨਾਲ। ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਦੇ ਗੀਤ ਰਿਕਾਰਡ ਆ ਉਹ ਹੂਜਾ ਸਾਹਿਬ ਦੇ ਮਿਊਜ਼ਿਕ ਚੱਲਿਆ। ਆਹ ਸਾਰੇ EP ਤੁਸੀਂ ਦੇਖੀ ਚੱਲੋ, ਇਹ ਉਹਨਾਂ ਦੀ ਯਾਨੀ ਕਿ ਉਹ ਤੋਂ ਬਾਅਦ 440 ਹੋਈ ਹੈ, 440 ਹੋਈ ਹੈ ਉਸ ਤੋਂ ਬਾਅਦ। ਸੋ ਸਾਡੇ ਦਰਮਿਆਨ ਲੁਧਿਆਣੇ ਤੋਂ ਵਿਜੇ ਮਹਿਤਾ ਜੀ ਜੋ ਕਿ ਸਪੈਸ਼ਲ ਰੱਖ ਕੇ ਮੈਨੂੰ ਫੋਨ ਆਇਆ ਕਿ ਤੁਸੀਂ ਸਵੇਰੇ ਚੱਲੋਗੇ। ਮੈਂ ਕਿਹਾ ਵੀ ਅਸੀਂ ਤਾਂ ਜਾਣਾ ਹੀ ਜਾਣਾ ਆ। ਉਹ ਕਹਿੰਦਾ ਮੈਂ ਆਪਣੀ ਗੱਡੀ 'ਚ ਲੈ ਕੇ ਚੱਲੂਗਾ, ਮੈਂ ਨਹੀਂ ਜਾਣਾ। ਤਾਂ ਉਹ ਵੀ ਆਏ ਆ, ਮੈਂ ਵਿਜੇ ਮਹਿਤਾ ਜੀ ਦਾ ਵੀ ਤੁਹਾਨੂੰ ਸਵਾਲ ਕਰਾਂਗਾ। ਹਾਂ LP ਜੀ, 12 ਗੀਤਾਂ ਵਾਲੇ, 18 ਗੀਤਾਂ ਵਾਲੇ। ਇਹ ਸਾਰੇ LP ਜਿਹੜੇ ਰਿਕਾਰਡ ਹੋਇਆ। ਹਾਂ, ਜਦੋਂ ਪੱਥਰ ਦੇ ਰਿਕਾਰਡ ਅੱਜ ਕਿੰਨੇ ਸਾਹਮਣੇ ਆ, ਜਿਉਂਦਾ ਨਾ ਮੁਕਰਾ ਕੁਝ ਕਲਾਕਾਰ ਦੀਆਂ ਯਾਦਾਂ ਨੂੰ ਸਾਂਭਿਆ ਬੰਦਾ ਟਵਾਲ ਜੀ। ਅਸੀਂ ਮਤਲਬ ਭੁਲਾਉਣ ਵਾਲਾ ਸਿਰਫ ਇੱਕੋ ਹੀ ਬੇਨਤੀ ਆ, ਤੁਸੀਂ ਪੰਜਾਬੀ ਗਾਇਕ ਜੋ ਅੱਛਾ ਗਾ ਰਹੇ ਨੇ ਅਸੀਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ। ਉਸਤਾਦ ਕੁਲਦੀਪ ਮਾਨਕ ਜੀ ਨੇ ਉਹਨਾਂ ਦਾ ਪਹਿਲੇ Song ਤੋਂ ਲੈ ਕੇ ਮੈਂ ਜਿੰਨੇ ਵੀ ਉਹਨਾਂ ਦੇ ਰਿਕਾਰਡ ਬਣੇ, ਜਿੰਨੀਆਂ ਕੈਸਟਾਂ ਬਣੀਆਂ ਮੈਂ ਸੰਭਾਲ ਕੇ ਰੱਖੇ। ਸਲੀਕ ਸਾਹਿਬ ਦੇ ਜਿੰਨੇ ਰਿਕਾਰਡ ਬਣੇ ਨੇ ਪਹਿਲੇ ਗੀਤ ਤੋਂ ਲੱਗੇ, ਬੀਬਾ ਜੀ ਪਹਿਲੇ ਗੀਤ ਤੋਂ ਲੱਗੇ, ਹੰਸੀ ਪਹਿਲੇ ਗੀਤ ਤੋਂ ਲੱਗੇ। ਮੈਂ ਕੋਸ਼ਿਸ਼ ਕਰ ਰਿਹਾ ਵੀ ਜੋ ਅੱਛਾ ਸੰਗੀਤ ਆ ਸੰਭਾਲਣ ਜੋਗਾ ਮੈਂ ਉਹਨੂੰ ਸੰਭਾਲਣਾ ਚਾਹੂੰਗਾ। ਇੱਕ ਉਸਤਾਦ ਜੀ ਦਾ ਰਮਲਾ ਸਾਹਿਬ ਜੀ ਦਾ ਵੀ ਇਕੱਠਾ ਇੱਕ ਫਿਲਮ ਸੈਦਾ ਬਣੀ ਸੀ 1979 ਦੇ ਵਿੱਚ। ਉਸਤਾਦ ਜੀ ਨੇ ਸ਼ੇਰ ਵੀ ਲਾਇਆ ਸੀ, ਜੇ ਤੁਹਾਡਾ ਹੁਕਮ ਆ ਉਹ ਬੋਲ ਕੇ ਸੁਣਾ ਅਸਾਂ ਦਾ ਤੇ ਅਸਾਂ ਦਾ ਰੱਬ ਰੱਖਾ, ਮੌਤ ਤੋਂ ਬੁਰਾ ਜੁਦਾਈ ਦਾ ਦੁਖੀਰ ਹੋ ਜਿੰਨਾ ਹੇਠ ਲੈ ਕੇ ਮੋਟਾਣੀਆਂ ਸੀ, ਪਾਣੀ ਲੈ ਕੇ ਰੋਂਦੇ ਨੇ ਰੁਖੀਰ। ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਸੀਂ ਇਹਨਾਂ ਤੋਂ ਰਿਕਾਰਡ ਵੇਖੇ ਤੇ ਮੈਂ ਇਹਨਾਂ ਦੀ ਤਾਰੀਫ ਕਰਦਾ, ਸ਼ਾਬਾਸ਼। ਤੁਸੀਂ ਮੈਨੂੰ ਵੀ ਸ਼ਾਬਾਸ਼ ਦਿਓ ਕਿਉਂਕਿ ਮੈਂ ਉਹਨਾਂ ਦੀ ਆਵਾਜ਼ ਤੁਹਾਨੂੰ ਸੁਣਾਉਂਗਾ ਹੁਣੇ। ਉਧਰਲੇ ਪਾਸੇ ਜਦੋਂ ਆਪਾਂ ਖਾਣਾ ਖਾਣ ਜਾਵਾਂਗੇ, ਮੈਂ ਡੈਕ ਲਿਆਂਦਾ ਆਪਣੇ ਘਰੋਂ, ਕੈਸਟ ਜਿਹੜੀਆਂ ਪਹਿਲਾਂ ਟੇਪ ਹੁੰਦੀਆਂ ਨੇ, ਟੇਪ ਰਿਕਾਰਡ, ਉਹ ਮੈਂ ਟੇਪ ਲੈ ਕੇ ਆਇਆ, ਸਪੀਕਰ ਲੈਂਦਾ ਛੋਟਾ ਜਿਹਾ। ਤੁਹਾਨੂੰ ਰਮਲਾ ਸਾਹਿਬ ਦੀ 1985 ਵਿੱਚ ਧਾਰਮਿਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਤੇ ਬਣਾਈ ਹੋਈ ਇੱਕ ਕੈਸਟ, ਉਹਦੇ ਵਿੱਚ ਉਹਨਾਂ ਦੇ 2-3 ਗੀਤ ਹੈ, ਉਹ ਵੀ ਜ਼ਰੂਰ ਸੁਣ ਕੇ ਜਾਇਓ। ਖਾਣਾ ਖਾਓ, ਚਾਹੇ ਨਾ ਖਾਓ, ਚਾਹੇ ਘੱਟ ਖਾਓ, ਬਹੁਤਾ ਕੁਝ ਨਾ ਮਰਜ਼ੀ ਖਾਓ, ਪਰ ਗੀਤ ਜ਼ਰੂਰ ਸੁਣ ਕੇ ਜਾਣਾ। ਹਾਂ, ਇਹਨਾਂ ਨੂੰ ਪਤਾ ਹੈ। ਸਿਰਫ ਇਹ ਇੱਕੋ ਹੀ ਬੰਦਾ ਮੈਨੂੰ ਮਿਲਿਆ ਜਿਹਨੂੰ ਪਤਾ ਹੈ, ਹੋਰ ਨਹੀਂ ਕਿਸੇ ਨੂੰ ਪਤਾ ਹੈ। ਜਸਵਿੰਦਰ ਨੂਰਲਾ ਨਾਲ ਵੀ ਉਹਨਾਂ ਦੇ ਗਾਣੇ ਹੈ ਤੇ ਉਹਨਾਂ ਦੀ ਵਾਰ ਹੈ, ਬੰਦਾ ਬਹਾਦਰ ਦੀ ਵਿਸਾਖੀ ਦੇ ਦਿਹਾੜੇ ਦਾ ਇੱਕ ਸ਼ਬਦ ਹੈ, ਗੀਤ ਹੈ, ਉਹ ਹੁਣ ਆਪਾਂ ਜਦੋਂ ਲੰਗਰ ਛਕਾਂਗੇ ਉਹ ਤੁਹਾਨੂੰ ਸੁਣਾਇਆ ਜਾਊਗਾ। ਬਹੁਤ ਧੰਨਵਾਦ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਇੱਕ ਬੰਦਾ ਜੀ ਜਿਹਨੇ ਸਾਰਾ ਕੁਝ ਸਾਂਭਿਆ ਹੈ, ਪਰ ਕਰੋਨਾ ਤੋਂ ਬਚ ਕਰੀ।
हाँ जी भजन बोली जी आ जाओ, उस तो बाद समाप्ति करांगे जी। मैं एक बार फिर आए हुए सारिया हस्तियों का, सारे वीरों का, दोस्तों का, कलाकारों का जो कि लुधियाने में चल के आए है, आसे पासों चल के आए है, हाँ सारिਆਂ अज के इस बरसी के समागम से निੱਘੀ ਜੀਆਂ कहता होया एक बेनती करांगा। सरदार जी बड़े तुसी कला के माहर हो, लेकिन परमात्मा ने पता नहीं की ਇਹੋ ਜਿਹਾ ਉੱਥੇ ਲੋੜ ਹੈ कि ਚੰਗੇ ਕਲਾਕਾਰਾਂ ਨੂੰ ਆਪਣੇ ਕੋਲ ਬੁਲਾ ਲੈਂਦੇ ਆ। ਆ ਥੋੜੇ ਦਿਨ ਹੋਇਆ ਜੀ ਸਿਕੰਦਰ ਸਾਹਿਬ, ਦੇਖੋ ਜੀ ਉਹ ਵੀ ਸਾਡੇ ਚ ਨਹੀਂ ਰਹੇ, ਸੁਰਾਂ ਦਾ ਸਿਕੰਦਰ ਨਰਿੰਦਰ ਚੰਚਲ ਜੀ, ਠੀਕ ਹੈ ਜੀ। ਸੋ ਸਾਡੇ ਬਰੂੰਦੀ ਸਾਹਿਬ, ਗਮੀ ਬਰੂੰਦੀ ਜੀ, ਉਹਨਾਂ ਨੇ ਆਉਣਾ ਸੀ ਸਰਾਂ ਸਾਹਿਬ ਦੇ ਨਾਲ, ਤੇ ਉਹ ਵੀ ਕਿਸੇ ਕਾਰਨ ਕਰਕੇ ਸਾਡੇ ਕੋਲ ਨਹੀਂ ਪਹੁੰਚ ਸਕੇ। ਸੋ ਮੈਂ USA ਤੇ ਬੈਠੇ ਧਰਮਵੀਰ ਭਾਈ ਦਾ ਇੱਕ ਵਾਰ ਤਹਿ ਦਿਲ ਤੋਂ ਸ਼ੁਕਰ ਕਰਾਂਗਾ, ਤੁਸੀਂ ਸੁਨੇਹਾ ਭੇਜਿਆ ਜੀ, ਤੁਹਾਡਾ ਅੱਗੇ ਪਹੁੰਚ ਗਿਆ। ਹੁਣੀ ਵੀਰ ਨੇ ਮੈਨੂੰ ਗੁਰਮੀਤ ਸਿੰਘ ਬਰੂੰਦੀ ਦਾ ਨਾਮ ਲਿਆ। ਇਹ ਗੱਲ ਸਹੀ ਹੈ ਵੀ ਰਮਲਾ ਜੀ ਡੈਥ ਤੋਂ ਪਹਿਲਾਂ ਰਮਲਾ ਜੀ ਨੇ ਇੱਕ ਸਪੈਸ਼ਲ ਤੁੰਬੀ ਤਿਆਰ ਕਰਵਾਈ ਸੀ। ਮੇਰੇ ਬਹੁਤ ਨੇੜੇ ਦੇ ਮਿੱਤਰ ਨੇ ਗੁਰਮੀਤ ਸਿੰਘ ਬਰੂੰਦੀ ਜੋ ਤੁੰਬੀਆਂ ਤਿਆਰ ਕਰਦੇ ਨੇ, ਪਰ ਇਹ ਸਾਡਾ ਇੱਕ ਰੱਬ ਨੂੰ ਅਲੰਭ ਹੀ ਰਹੂਗਾ ਵੀ ਜਿਹੜੀ ਉਹਨੇ ਕਹਿ ਕੇ ਇੱਕ ਤਰ੍ਹਾਂ ਦੀ ਸਪੈਸ਼ਲ ਤੁੰਬੀ ਤਿਆਰ ਕਰਵਾਈ ਸੀ, ਉਹ ਅਸੀਂ ਉਹਨਾਂ ਨੂੰ ਭੇਟ ਨਹੀਂ ਕਰ ਸਕੇ। ਅਚਾਨਕ ਇਹ ਭਾਣਾ ਵਾਪਰ ਗਿਆ, ਸਾਨੂੰ ਜ਼ਿੰਦਗੀ ਭਰ ਇਸ ਦਾ ਅਫਸੋਸ ਰਹੂ। ਮੈਨੂੰ ਤੇ ਗੁਰਮੀਤ ਸਿੰਘ ਬਰੂੰਦੀ ਨੂੰ ਮੈਂ ਉਹਨਾਂ ਵਾਂਗੂ ਵੀ ਸ਼ਰਧਾ ਦੀ ਫੁੱਲ ਭੇਟ ਕਰਦਾ। ਇੱਕ ਵਾਅਦਾ ਜ਼ਰੂਰ ਕਰਦੇ ਹਾਂ ਸਰਾਂ ਸਾਹਿਬ, ਜੇ ਤੁਸੀਂ ਉਹਨਾਂ ਦੇ ਨਾਂ ਤੇ ਤੁੰਬੀ ਬਣਾਈ ਹੈ ਨਾ, ਜਿੱਥੇ ਬੁੱਤ ਲੱਗੇਗਾ ਇਹ ਤੁਸੀਂ ਰਾਣੀ ਨੂੰ ਦੇ ਦਿਓ, ਬੁੱਤ ਦੇ ਨਾਲ ਤੁੰਬੀ ਲੱਗੇਗੀ, ਤੁੰਬੀ ਨਾਲ ਹੀ ਰਹੂਗੀ, ਤੁੰਬੀ ਨਾਲ ਹੀ ਰਹੂਗੀ, ਠੀਕ ਹੈ ਜੀ। हाँ जी ना ਰਹੂਗੀ। हाँ जी ਭਜਨ ਬੋਲੀ ਜੀ। ਧੰਨਵਾਦੀ ਹਾਂ ਜਿੰਨੇ ਵੀ ਅੱਜ ਮੇਰੇ ਵੀਰ ਕਰਤਾਰ ਸਿੰਘ ਰਮਲਾ ਜੋ ਵਰਲਡ ਵਿੱਚ ਜਿਨ੍ਹਾਂ ਨੇ ਆਪੋ ਆਪਣੀ ਕਲਾ ਦੇ ਜ਼ੋਰ ਦਿਖਾਏ, ਇਸ ਗੱਲ ਦਾ ਕੋਈ ਸ਼ੱਕ ਨਹੀਂ। ਮਨੋਰੰਜਨ ਦੀ ਦੁਨੀਆ ਦੇ ਵਿੱਚ ਐਸਾ ਪੈਰ ਰੱਖਿਆ, ਐਸਾ ਪੈਰ ਜਮਾਇਆ, ਜਿਨ੍ਹਾਂ ਨਾਲ ਵੀ ਗਾਇਆ ਤੇ ਕੰਮ ਸਿਰੇ ਹੀ ਹੁੰਦਾ ਸੀ। ਮੈਨੂੰ ਇਸ ਗੱਲ ਦੀ ਬੜੀ ਦੁਖਦਾਈ ਨਾਲ ਗੱਲ ਕਹਿਣੀ ਪੈਂਦੀ ਹੈ ਕਿ ਮੇਰੇ ਵੱਡੇ ਵੀਰ ਸਨ, ਘੱਟ ਤੋਂ ਘੱਟ ਜ਼ਿਆਦਾ ਨਹੀਂ 35-40 ਸਾਲ ਮੈਂ ਉਹਨਾਂ ਦੇ ਨਾਲ ਹੀ ਗਿਆ। 35-40 ਸਾਲ ਤੋਂ ਦੋਨੇ ਭਰਾ ਸੀ ਇਕੱਠੇ ਰਹੇ ਹਾਂ। ਕਈ ਨੀਮ ਸ਼ਾਮਾਂ ਆਈਆਂ, ਕਿਹੜੇ ਕਿਹੜੇ ਢੰਗ ਨਾਲ ਸੀ ਉਹ ਝੱਡੀਆਂ ਵੀ ਦੂਰ ਵੀ ਕੀਤੀਆਂ, ਤੇ ਜਿਸ ਕੁੜੀ ਨੇ ਵੀ ਗਾਇਆ ਮੇਰਾ ਖਿਆਲ ਕਿਸੇ ਗੱਲ ਦੀ ਕਮੀ ਨਹੀਂ ਰਹੀ, ਨਾ ਉਸ ਗਾਇਕ ਨੂੰ ਤੇ ਨਾ ਹੀ ਜਿਨ੍ਹਾਂ ਨੇ ਗਾਏ ਉਹਦੇ ਗੀਤ ਸਭ ਹਿੱਟ ਹੋਏ। ਮੈਨੂੰ ਇਸ ਗੱਲ ਦੀ ਇਹ ਖੁਸ਼ੀ ਹੈ ਕਿ ਉਹ ਸਾਡੇ ਵਿੱਚ ਗਏ ਨਹੀਂ, ਬੇਸ਼ੱਕ ਉਹਨਾਂ ਦੀ ਸਰੀਰਕ ਤੌਰ ਤੇ ਸਾਨੂੰ ਨਜ਼ਰ ਨਹੀਂ ਆ ਰਹੀ, ਲੇਕਿਨ ਜਿਹੜੀ ਆਵਾਜ਼ ਆ ਜਿੰਨਾ ਚਿਰ ਕਿ ਦੁਨੀਆ ਰਹੂਗੀ ਇਹ ਮਨੋਰੰਜਨ ਦਾ ਭਰਪੂਰ ਆਨੰਦ ਲੈਂਦੇ ਹੀ ਰਹਿਣਗੇ। ਤੇ ਨਵਜੋਤ ਰਾਣੀ ਜੀ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਤੇ ਨਾਲ ਸਾਡੇ ਸਾਰੇ ਸਜਿੰਦੇ ਵੀਰਾਂ ਦੀ ਇੰਨੀ ਸੇਵਾ ਕੀਤੀ ਕਿ ਮੈਂ ਉਹਨਾਂ ਦੇ ਵੀ ਦੇਣਾ ਦੇ ਨਹੀਂ ਸਕਦਾ। ਨਵਜੋਤ ਰਾਣੀ ਵੀ ਇੱਕ ਸਾਡੇ ਵਾਸਤੇ ਇਹੋ ਜਿਹੀ ਬਣ ਕੇ ਆਈ, ਰਮਣਾ ਸਾਹਿਬ ਵਾਸਤੇ ਵੀ, ਕਿਉਂਕਿ ਜਿਹੜੇ ਲਾਸ਼ ਦਾ ਪੜਾਅ ਕਲਾਕਾਰ ਦਾ ਤੇ ਪਹਿਲਵਾਨ ਦਾ ਮਾੜਾ ਹੁੰਦਾ, ਪਰ ਇੱਥੇ ਮਾੜਾ ਨਹੀਂ ਸੀਗਾ, ਇੰਨੇ ਵਧੀਆ ਢੰਗ ਦੇ ਨਾਲ। ਪਰ ਜਦੋਂ ਮਾਲਕ ਦੀ ਸਦਾ ਆ ਜਾਵੇ ਫਿਰ ਤੇ ਜਾਣਾ ਪੈਂਦਾ। ਤੇ ਮੈਂ ਸਾਰੇ ਜਿੰਨੇ ਵੀ ਆਏ ਉਹਨਾਂ ਦਾ, ਮੌਜੀ ਸਾਹਿਬ ਜੀ ਕਿਉਂਕਿ ਵੀ ਸਾਡੇ ਨਾਲ ਕਾਫੀ ਦੇਰ ਤੁਰੇ ਆ, ਹੋਰ ਸਾਰੇ ਜਿੰਨੇ ਵੀ ਸਾਡੇ ਕਲਾਕਾਰ ਆਏ ਮੈਂ ਸਾਰਿਆਂ ਨੂੰ ਜੀ ਆਇਆਂ ਵੀ ਕਹਿਣਾ, ਕਿਉਂਕਿ ਤੁਸੀਂ ਆਪਣੇ ਰਜੇਬੀ ਚੋਂ ਟਾਈਮ ਕੱਢ ਕੇ ਸਾਡੇ ਭਾਈ ਸਾਹਿਬ ਕਰਤਾਰ ਰਮਲਾ ਜੀ, ਕਿਉਂਕਿ ਅਸੀਂ ਜਦੋਂ ਸਟੇਜ ਤੇ ਜਾਂਦੇ ਸੀ ਸਾਡਾ ਹਾਸਾ ਵੀ ਬੜਾ ਬਣਦਾ ਸੀ। ਉਹਨਾਂ ਨੇ ਪੁੱਛਣਾ ਤਾਂ ਕਰਤਾਰ ਰਮਲਾ ਕਿਹੜਾ ਹੈ, ਤੇ ਬੜੇ ਖੁਸ਼ ਦਿਲ ਸੀਗੇ ਕਿ ਮਜ਼ਾਕ 'ਚ ਪੂਰੀ ਗੱਲ ਪਾ ਦੇ, ਕਹਿੰਦੇ ਰਮਲਾ ਸਾਹਿਬ ਆਏ ਬੈਠੇ ਨੇ ਜਿਹੜੇ ਤੁਹਾਡੇ ਨਾਲ ਨੇ। ਉਹਨਾਂ ਨੇ ਗੱਲਾਂ ਜਦੋਂ ਪੁੱਛਣੀਆਂ ਤਾਂ ਹੁਣ ਸਾਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਕਿਹਾ ਮਹਾਰਾਜ ਜੀ ਜਿਹੜੇ ਹੈਗੇ ਆ ਸਾਡੇ ਉਸਤਾਦ ਜੀ, ਸਮਝੋ ਸਾਡੇ ਮਾਂ ਪਿਓ ਵਿਰਾਜ ਨੇ, ਰਮਲਾ ਸਾਹਿਬ ਅਸੀਂ ਬੈਠੇ ਨੇ, ਉਹਨਾਂ ਨੇ ਸਾਨੂੰ ਹੱਥ ਕੇ ਤਾਂ ਕਿਹਾ ਠੀਕ ਅਸੀਂ ਆਪ 'ਚ ਗੁਰ ਭਾਈ ਹਾਂ, ਸੱਕੇ ਭਾਈਆਂ ਤੋਂ ਬਾਅਦ ਕੋਈ ਸ਼ੱਕ ਨਹੀਂ। ਜਦੋਂ ਸਟੇਜ ਤੇ ਵੀ ਗਾਉਣ ਲੱਗੇ ਤੇ ਮੇਰੇ ਕੋਈ ਗੀਤ ਨਹੀਂ ਸੀ ਸੁਣਦਾ, ਉਹ ਕਹਿੰਦੇ ਵੀ ਉਹੀ ਗੀਤ ਸੁਣਾ ਜਿਹੜੇ ਤੁਹਾਡੇ ਗਾਏ। ਮੈਂ ਕਿਹਾ ਜੀ ਮੇਰਾ ਭਾਈ ਸਾਹਿਬ ਨੇ ਮੇਰੇ ਗੀਤ ਨਹੀਂ ਗਾਏ, ਪਰ ਉਹਨਾਂ ਨੇ ਇੰਨੇ ਯੋਗਦਾਨ ਉਹਨਾਂ ਗੀਤਾਂ ਦੇ ਨਾਲ ਹੀ ਮੈਂ ਹੁਣ ਤੱਕ ਵੀ ਜਿੰਨਾ ਟਾਈਮ ਕੀਤਾ, ਕੁਛ ਉਹਨਾਂ ਦੀ ਐਸੀਆਂ ਬੰਦਸ਼ਾਂ ਬਣੀਆਂ ਨਵਜੋਤ ਰਾਣੀ ਨੂੰ ਪਤਾ ਹੈ। ਜਦੋਂ ਉਹਨਾਂ ਨੇ ਕਿਹਾ ਵੀ ਢਾਂਚੇ ਕਰਦੇ ਆ, ਉਹ ਟਿਊਨਾਂ ਬਣੀਆਂ ਰਹਿ ਗਈ, ਇਸ ਗੱਲ ਦਾ ਜ਼ਰੂਰ ਅਫਸੋਸ ਹੈ। ਉਹ ਦੇਖਾਂਗੇ ਨਵਜੋਤ ਰਾਣੀ ਨੂੰ ਕਹਾਂਗੇ ਭਾਈ ਉਹ ਜਿਹੜੇ ਗੀਤ ਬਣੇ ਨੇ ਉਹਨਾਂ ਦੇ, ਕਿਉਂਕਿ ਮੈਂ ਮਿਊਜ਼ਿਕ ਡਾਇਰੈਕਟਰ ਸੀ ਉਹਨਾਂ ਦੇ ਨਾਲ, ਸਟੇਜ ਦੇ ਉੱਤੇ ਵੀ ਜਿਸ ਤਰ੍ਹਾਂ ਸਾਡੇ ਮੌਜੀ ਸਾਹਿਬ ਕਰ ਰਹੇ ਸਾਥ ਵੀ ਦੇਣਾ, ਗਾਇਕੀ 'ਚ ਵੀ ਦੇਣਾ, ਉਦੋਂ ਵੀ ਸਾਡਾ ਭਾਈ ਬੰਦਾ ਇਕੱਠਾ ਸੀਗਾ। ਤੇ ਮੈਂ ਜਿੰਨਾ ਵੀ ਕੁਝ ਕਹਿ ਰਹਾ ਉਹਨਾਂ ਥੋੜਾ, ਬਾਕੀ ਮੈਂ ਪ੍ਰਮਾਤਮਾ ਦੀ ਇਹ ਅਰਦਾਸ ਕਰਦਾ ਜਿੰਨੇ ਕਲਾਕਾਰ, ਜਿੰਨੇ ਉਹਦੇ ਸੰਯੋਗੀ, ਜਿੰਨੇ ਪੈਰੋਕਾਰ ਆਏ ਨੇ, ਜਿੱਥੋਂ ਜਿੱਥੋਂ ਜਿਹੜੇ ਜਿਹੜੇ ਪਿੰਡ ਤੋਂ ਆਏ, ਮੈਂ ਸਭ ਦਾ ਧੰਨਵਾਦੀ ਹਾਂ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ,
ਤੇ ਭਾਣਾ ਮੰਨਣ ਦਾ ਬਖਸ਼ਣ ਦੀ। ਤੇ ਸਿਰਫ ਇੱਕ ਲਾਈਨ ਉਹਨਾਂ ਦੀ ਮੈਂ ਤੁਹਾਨੂੰ ਸੁਣਾਈ ਦੇਵਾਂ, ਕਿਉਂਕਿ ਜੇ ਅਸੀਂ ਗੱਲ ਕੀਤੀ ਹੈ ਤੇ ਜ਼ਰੂਰ ਸੁਣਾਉਣਾ ਸਾਡਾ ਫਰਜ਼ ਬਣਦਾ, ਪਰ ਗਾਣਾ ਬੜਾ ਮੁਸ਼ਕਲ ਹੈ, ਉਹਨਾਂ ਦੀ ਚੀਜ਼ ਅਸੀਂ ਗਾ ਨਹੀਂ ਸਕਦੇ। ਫਿਰ ਵੀ ਇੱਕ ਦੀ ਲਾਈਨ ਮੈਂ ਤੁਹਾਡੀ ਸੁਣਾਉਣਾ ਯਾਰ। ਗੁਰੂ ਸਾਹਿਬ ਜੀ ਹੁਣ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਤਾਂ ਅੱਗੇ ਵਧਾਂਗੇ, ਹੁਣ ਤਾਂ ਆਪਾਂ ਅੱਗੇ ਵਧਣਾ। ਇਹ ਬੜੀ ਵਧੀਆ ਗੱਲ ਕੀਤੀ ਹੈ, ਸਾਨੂੰ ਸੰਯੋਗ ਤੁਸੀਂ ਦੇਣਾ ਜੀ। ਅਸੀਂ ਲੁਧਿਆਣੇ ਤੋਂ ਜਿੰਨਾ ਵੀ ਹੋ ਸਕੇ, ਮਾਇਆ ਨੂੰ ਤਾਂ ਕਿਸੇ ਗੱਲ ਦੀ ਕਮੀ ਆਊਗੀ ਨਹੀਂ, ਤੇ ਨਾ ਤੁਸੀਂ ਸਾਨੂੰ ਆਉਣ ਦੇਣੀ ਹੈ। ਤੁਸੀਂ ਆਪਣਾ ਇਧਰ ਇਸੇ ਤਰ੍ਹਾਂ ਰੱਖਣਾ। ਅਸੀਂ ਤੁਹਾਡਾ ਜਿੰਨਾ ਵੀ ਹੋਇਆ ਸੰਯੋਗ ਦੇ ਕੇ ਇਸ ਮੇਲੇ ਨੂੰ 4 ਚੈਨਲ ਲਾ ਕੇ ਆਪਾਂ ਉਹ ਮੇਲਾ ਬਣਾਉਣਾ ਹੈ। ਵਰਲਡ ਦੇ ਵਿੱਚ ਪਤਾ ਲੱਗ ਜਾਏ ਫਰੀਦਕੋਟ ਦਾ ਇਲਾਕਾ ਜਾਂ ਜਿੱਥੇ ਤੱਕ ਪੈਰੋਕਾਰ ਬੈਠੇ ਨੇ ਕਿ ਰਮਲਾ ਜੀ ਦਾ ਇਹਨਾਂ ਨੇ ਬਰਸੀ ਮਨਾਈ ਤੇ ਕਿੰਨੇ ਵਧੀਆ ਢੰਗ ਨਾਲ ਮਨਾਈ ਹੈ। ਬਰਸੀ ਤੇ ਜਨਮ ਦਿਨ ਇੱਕ ਚੀਜ਼ ਹੀ ਹੁੰਦਾ, ਮਰਨ ਨਹੀਂ ਹੁੰਦਾ, ਕਿਉਂਕਿ ਜਦੋਂ ਕਿਸੇ ਨੂੰ ਯਾਦ ਕਰਨ ਵਾਲਾ ਤੇ ਉਹ ਬੰਦਾ ਮਰਦਾ ਨਹੀਂ। ਕਿਉਂਕਿ ਉਸਤਾਦ ਲਾਲ ਚੰਦ ਜਮਲਾ ਜੱਟ ਜੀ ਕੱਲ ਕਹਿੰਦੇ ਸੀਗੇ, ਸੁਣਾ ਰਹੇ ਇੱਕ ਸਿਰਫ ਇੱਕ ਲਾਈਨ ਤੁਹਾਨੂੰ। ਸ਼ਾਮ ਪਈ ਤੇ ਘਰ ਨੂੰ ਪਰਤੇ ਆਉਂਦੇ, ਤੋਤੇ ਘੁਗੀਆਂ ਤੇ ਜੀਆ ਜੰਤ ਲੋਕੋ, ਉਹ ਵੀ ਹੁੰਦੀਆਂ ਨੇ ਭਾਗਾਂ ਵਾਲੀਆਂ ਓ, ਤੇ ਘਰੀ ਹੁੰਦੇ ਨੇ ਜਿਨ੍ਹਾਂ ਦੇ ਕੰਤ ਲੋਕੋ। ਐਸਾ ਗੀਤ ਵਧੀਆ ਜਦੋਂ ਵੀ ਗਾਈ ਗਏ ਸਦਾ ਮਾਰ ਕੇ ਘਰ ਦੀ ਸ਼ਰਾਬ ਹੋ ਪੈਕ ਸ਼ੈਕ ਲਾਇਆ। ਮੇਰਾ ਖਿਆਲ ਹੈ ਕਿ ਬੰਦਾ ਮੰਜੇ ਤੇ ਬੁੜਕ ਬੁੜਕ ਕੇ ਡਿੱਗਦਾ। ਮੈਂ ਹੁਣ ਜ਼ਿਆਦਾ ਕੁਛ ਨਾ ਕਰਾਂ, ਸਾਡੇ ਮੌਜੀ ਸਾਹਿਬ ਜੀ, ਨਵਜੋਤ ਰਾਣੀ ਜੀ ਔਰ ਸਾਡੇ ਊਸ਼ਾ ਜੀ, ਇਹਨਾਂ ਨੇ ਬਹੁਤ ਸਾਰੇ ਗੀਤ ਗਾਏ। ਸਾਡੇ ਸਰਬਜੀਤ ਜੀ ਚਿਮਟੇ ਵਾਲੀ, हाँ जी हाँ, ये शेर हाँ ये भी भैया गल है भी वो साढ़े कोल ही खड़े हथ कट के दस दो जी। सच्चाई मैं देखा नहीं सी, नाम तो सुन रहे ताली मारते जोर नाल जरा। ये उषा करण जी घट तो घट 15-20 साल हो गए। ये जरा गीत सी जिहदा शेर बोलिया ये इन्हां दा गीत सी। ते मेरा ख्याल है जिथे भी गीत गाइए एक बड़ी आनंद आ जाता है। घर की शराब हो पैग शैग लाया हो पता होंदा ते आपां शुरू कर लें। चलो कोई गल नहीं, हुण जिन्ने के टाइम आपां लंगर भी छकना है। हाँ लो जी साढ़े मौजी साहब ਵਿਆਹਤੀ ਮਾਪਿਆਂ ਨੇ 15 ਸਾਲ ਦੀ ਸਾਰੀ ਅੱਜ ਵੀ ਹਰ ਜਵਾਨ ਤੇ ਗੀਤ ਚੜਿਆ ਹੋਇਆ। ਹਾਂਜੀ ਹੁਣ ਮੈਂ ਬੇਨਤੀ ਕਰਾਂਗਾ ਸਰਬਜੀਤ ਭੈਣ ਜੀ ਨੂੰ, ਤੇ ਇੱਕ ਸਾਡਾ ਹੋਰ ਸਾਥੀ ਹੈ ਭੈਣ ਜੀ ਰਾਣੀ ਭੈਣ ਜੀ, ਤੇ ਉਸ ਬੰਦੇ ਨੇ ਰਮਲਾ ਜੀ ਨਾਲ ਬਹੁਤ ਵੱਡਾ ਸਾਥ ਦਿੱਤਾ ਹੈ, ਡਰਾਈਵਿੰਗ ਕਰਦਾ ਰਿਹਾ। ਲੇਕਿਨ ਕਹਿੰਦੇ ਨੇ ਵੀ ਕਈ ਵਾਰੀ ਨਾ ਜਦੋਂ ਬੰਦਾ ਕਿਤੇ ਗਲਤ ਫਹਿਮੀ 'ਚ ਪੈ ਜਾਵੇ ਤਾਂ ਫਿਰ ਬੰਦਾ ਇੱਧਰ ਉੱਧਰ ਜੋਗਾ ਨਹੀਂ ਹੁੰਦਾ। ਸੋ ਉਹ ਬੰਦਾ ਸਾਡੇ ਨਾਲ ਹੈ। ਉਹਨੇ ਮੈਨੂੰ ਫੋਨ ਕਰਕੇ ਗੱਲ ਕਹੀ ਹੈ, ਸੱਤਾ ਹਾਂਜੀ ਸੱਤਾ। ਉਹਨੂੰ ਅਸੀਂ ਉਹ ਕਹਿੰਦਾ ਵੀ ਮੈਂ ਹਰ ਦਮ ਨਾਲ ਆਉਣਾ ਚਾਹੁੰਦਾ ਤੇ ਮੈਂ ਨਾਲ ਹੀ ਆਵਾਂਗਾ। ਹਾਂ ਉਹਨਾਂ ਨੂੰ ਮਾਫ ਕਰ ਦਿਓ, ਉਹਦੀ ਕੋਈ ਗਲਤੀ ਨਹੀਂ ਹੈ। ਤੇ ਸੱਚਾਈ ਦੱਸਦੀ ਉਹਨੇ ਸੱਤਾ ਬਾਈ। ਤੇ ਸਰਬਜੀਤ ਮਾਜੀ ਆਓ ਤੁਸੀਂ। ਸਭ ਤੋਂ ਪਹਿਲਾਂ ਜਮਲਾ ਜੱਟ ਫੈਮਿਲੀ ਵੱਲੋਂ जिन्ने भी बड़े भाई साहब की बरसी पे आए ने सारे में जी है, कोई लफाज ही नहीं। ऐसा होनहार साडे परिवार का वो हीरा जमला जट परिवार दो वो हीरा सुरां दा बादशाह बगाणियां दी बादशाह कह लो, तुंगी दा बादशाह कह लो। जिस तरह पहला कह के हटे उन्हां वर्गे पोटे कोई नहीं सी ला सकदा। जदों मेरे हसबैंड जसदेव जी ते भाजी इकट्ठे हो जांदे सी ਇਹਨਾਂ ਦੀ ਇਹੀ ਸੁਰਤਾਲ ਰਹਿੰਦੀ ਸੀਗੀ। ਬੜਾ ਪਿਆਰ ਦਿੱਤਾ ਉਹਨਾਂ ਨੇ। ਬੇਸ਼ੱਕ ਮੈਂ ਛੋਟੀ ਸੀ ਉਹਨਾਂ ਨਾਲੋਂ, ਪਰ ਕਦੇ ਵੀ ਮੇਰਾ ਉਹਨਾਂ ਨੇ ਨਾਂ ਨਹੀਂ ਲਿਆ, ਸਰਬਜੀਤ ਭੈਣ ਜੀ ਕਹਿ ਕੇ ਬੁਲਾਉਂਦੇ ਸੀ। ਤੇ 3-4 ਦਿਨ ਪਹਿਲਾਂ ਡੈਥ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਹੋਈ ਤੇ ਮੈਨੂੰ ਉਹਨੇ ਆਪ ਹੀ ਫੋਨ ਕੀਤਾ। ਕਹਿੰਦੇ ਸਰਬਜੀਤ ਕਿਵੇਂ? ਮੈਂ ਕਿਹਾ ਜੀ ਮੈਂ ਠੀਕ ਆ, ਤੁਸੀਂ ਦੱਸੋ ਕਿੱਦਾਂ? ਕਹਿੰਦੇ ਸਰਬਜੀਤ ਮੈਂ ਤੇਰੇ ਕੋਲ ਆਣਾ ਹੈ ਜਦੋਂ ਦੀ ਜਸਦੇਵ ਦੀ ਡੈਥ ਹੋਈ ਤੇ ਅਸੀਂ ਦੋਨੋਂ ਇਕੱਠੇ ਨਹੀਂ ਬੈਠ ਸਕੇ ਭੈਣ ਭਰਾ। ਤੇ ਚਲੋ ਆਪਾਂ ਦਿਲ ਦੀ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ, ਕਿ ਤੇਰਾ ਵੱਡਾ ਭਰਾ तेरे नाल वा। तो मैं उन्होंने पुछ बैठे मैं भाजी तुहाडी तबीयत किद्दां रहिंदी हुण? कहंदे सरबजीत ਇਹਦੇ ਤਾਂ ਹੁਣ ਕੁਝ ਛੱਡ ਹੀ ਦੇ, ਜੋ मैं अपनी जिंदगी ਵਿੱਚ ਚਾਹੁੰਦਾ ਸੀ ਮੈਨੂੰ ਸਾਰਾ ਕੁਝ ਮਿਲ ਗਿਆ। ਮੇਰਾ ਭਾਵ ਮੇਰੀ ਛੋਟੇ ਭੈਣ ਨਵਜੋਤ, ਇਹਨੇ ਇੰਨੀ ਸੇਵਾ ਕੀਤੀ ਔਰ ਮੇਰਾ ਖਿਆਲ ਉਮਰ ਦੇ ਲਿਹਾਜ਼ ਨਾਲ ਇਸ ਵੇਲੇ ਸਾਰੇ ਤੋਂ ਯੰਗ ਲੱਗਦੇ ਸੀ, ਏਦਾਂ ਲੱਗਦੇ ਸੀ ਜਿਵੇਂ 40 ਸਾਲ ਦੇ ਹੁੰਦੇ। ਇਹ ਸਾਰੀ ਦੇਣ ਕਿਹਦੀ? ਨਵਜੋਤ ਦੀ ਹੈ। ਹਮੇਸ਼ਾ ਇਹ ਜਮਲਾ ਜੱਟ ਫੈਮਿਲੀ ਆਪਣੀ ਛੋਟੀ ਭੈਣ ਨਾਲ ਰਹੇਗਾ क्योंकि साडा परिवार है। और बेशक मेरे तो है तो वड्डी है, पर इन्हें भाजी तो मैं छोटी, पर मैंने अपनी वड्डी मानती है। पर मैं हमेशा ये नाल रहांगी, मेरा परिवार ये नाल रहेगा। जदों भी किते इहनूं साडे परिवार की लोड़ है असीं इहदे नाल खड़े हैं। सो इन्ना कुछ कहंदे हैं तुहाडे कोल अरदास लैंदे। वाहिगुरू जी का खालसा वाहिगुरू जी की फतेह।
ਲਓ ਜੀ ਲੰਗਰ ਹੁਣ ਅਟੁੱਟ ਚੱਲ ਰਿਹਾ ਹੈ। ਅੱਗੇ ਬਾਅਦ ਰਮਲਾ ਮੇਰੇ ਸ਼ਗਿਰਦ ਪ੍ਰਗਟ ਭੁੱਲਰ ਜੀ 2 ਸ਼ੇਰ ਕਹਿਣਗੇ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਤੇ ਆਈਆਂ ਸਾਰੀਆਂ ਸੰਗਤਾਂ ਤੋਂ ਜੇ ਕੋਈ ਸਾਡੇ ਕੋਲ ਕੋਈ ਗਲਤੀ ਹੋਈ, ਕਿਸੇ ਦੇ ਖਿਲਾਫ ਕੋਈ ਬੋਲ ਬੋਲਿਆ ਗਿਆ ਹੋਵੇ ਤਾਂ ਹੱਥ ਬੰਨ੍ਹ ਕੇ ਮਾਫੀ ਮੰਗਦੇ ਆ ਕਿ ਸਾਨੂੰ ਬਸ ਤੁਸੀਂ ਇਸੇ ਤਰ੍ਹਾਂ ਹੀ ਆਸ਼ੀਰਵਾਦ ਦੇ ਕੇ ਰੱਖਣਾ ਤਾਂ ਜੋ ਅਸੀਂ ਇਹ ਸਮਾਗਮ ਦੀ ਸ਼ੁਰੂਆਤ ਹੈ ਔਰ ਇਹਨੂੰ ਅਸੀਂ ਸਿਖਰਾਂ ਤੇ ਲੈ ਕੇ ਜਾਈਏ, ਇਹੀ ਦੁਆ ਹੈ। परम सत्कारयोग मेरे आए हुए मेहमान, मेरिया भैन, कलाकार, संगीत गायकार जिन्ने भी है, तो मैनू एक मैं गीत लिखा सी, जग ते नहीं आना करतार रमला, जमना नहीं मां ने दूजी बार रमला। तो यारी की गल है, जिवें अज यार साडे मित्र कहंदे ने खूहां नूं खूह नहीं मिलदे, रूहां नूं रूह मिल जांदे। तो जिन्ना परिवार निक्का सी दर्दी, पहली गल तो सब तो पहला कुंडी मेरे कोल गई है। उस बाद यमुना परिवार सब्जी जी पता जगदेव जी, फिर गोरा चाक वाला हाकम बख्तरिया, जिन्ने भी कलाकार मेरे गरीब हाल ने कहते हैं महिला पूछा प्यार खुली दे अखा का, और जिथे डुल डुल पैंदा मूल इश्क दी अखा का, आओ दीवा बलदा बेट च ना तो पार गरीबां दा, एक बार तो बढ़ के वे सोहणिया यार दी। तो यारी दी एक गल मैं लिखी है, नानक नूर लाही वर्गा होना कोई बता नहीं, ते बाले ते मरदाने वर्गा दुनिया तो कोई यार नहीं। अज वो यार इतने ने कुंडी की भी गल छेड़ती ज़्यादा नहीं, उस बाग की रमला जी की कशबो ਉਹਦਾ ਤੇ ਫੁਲਵਾਰੀ ਦੇ ਵਿੱਚ ਇੱਕ ਬੂਟਾ ਸਿਰਫ ਸ਼ੇਰ ਕਰ ਰਿਹਾ ਪ੍ਰਗਟ ਭੁੱਲਰ, ਜਿਨ੍ਹਾਂ ਦੀ ਜੈਸਮੀਨ ਨਾਲ ਜੂਤ ਵੀ ਆ ਗਈ ਫੁੱਟੀ ਫੁੱਟੀ, ਪਰ ਰਮਲਾ ਜੀ ਇੱਕ ਮੇਰਾ ਗੀਤ ਕਰਾ ਰਹੇ ਨੇ ਮਹਿਫਲ ਦੇ ਵਿੱਚ ਕਾਲੀਆਂ ਜੁਫਾਂ 'ਚ ਮਹਿਫਲ, ਉਹ ਤੁਸੀਂ ਗੀਤ ਸੁਣਿਆ YouTube ਤੇ, ਮੱਥਰ ਮੰਗਵਾਰੀ ਬੋਤਲ ਤੇਰਾ ਨਾਂ ਲੈ ਕੇ ਮਰੀ ਜਾ ਰਹੀ। ਚਲੋ ਕੁਛ ਨਹੀਂ, ਰਮਲਾ ਜੀ ਦੇ ਸਿਰਫ 2-3 ਸ਼ੇਰ। ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਜੀ ਦੀ ਅੱਜ ਪਹਿਲੀ ਬਰਸੀ ਹੈ ਤੇ ਸੂਰਜ ਨੂੰ ਦੇਵਾ ਵਿਖਾਉਣ ਵਾਲੀ ਗੱਲ ਹੈ ਕਿ ਅਸੀਂ ਗਾ ਤਾਂ ਨਹੀਂ ਸਕਦੇ, ਸਿਰਫ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਅਸੀਂ ਲਵਾ ਸਕਦੇ ਹਾਂ। ਸਾਡੇ ਸਤਿਕਾਰਯੋਗ ਮਾਤਾ ਜੀ ਨਵਜੋਤ ਰਾਣੀ ਜੀ ਔਰ ਊਸ਼ਾ ਕਰਨ ਜੀ, ਸਾਡੇ ਸਤਿਕਾਰਯੋਗ ਸਰਬਜੀਤ ਕੌਰ ਜੀ ਚਿਮਟੇ ਵਾਲੀ ਔਰ ਮਾਤਾ ਜੀ ਸਰਬਜੀਤ ਕੌਰ ਜੀ, श्रीमती जनाब श्री कुलदीप मानक साहब जी दे और कुंतला रानी जी और होर भी सत्कार मानयोग शख्सियतां सारे भी इत्थे आए ने, साडे वल्लों धन्नवाद। हुक्म है 2 लाइनां मैं अर्ज कर रहा गुरु जी दी। हिंदुआं दा रब चढ़दे पास, हिंदुआं दा रब चढ़दे पास, ओ यारो मुसलमानां दा लैंदे, ओ आशिक दा रब चारों चफेरे, ओ जेड़े सजदे करदे लैंदे, ओ जेड़े सजदे करदे लैंदे। बाकी अभी गाना तो बड़ियां गल्लां ने दूर दियां, ये तो सिर्फ मैं गाँव जोगा भी नहीं है, ये तो एक हाजरी सी 2 लाना दी, बस इन्नी की हाजरी प्रवान। वाहिगुरू जी का खालसा वाहिगुरू जी की फतेह। कि रमला साहब के मैं लिखा गल दी हुई मैनू आदे तू ਉਹਦੇ ਤੇ ਕੋਈ ਲਿਖ ਸਕਦਾ, ਕੋਈ ਗਾਣਾ ਲਿਖਿਆ ਸੀ ਤੂੰ ਆਦੇ ਵੀ ਰਮਲਾ ਸਾਹਿਬ ਗਾ ਸਕਦਾ, ਇਹ ਉਹਨਾਂ ਦਾ ਮਰਦਾਨੀ ਆਵਾਜ਼ ਆ, ਮੈਨੂੰ ਉਹਦੇ ਤੂੰ ਇਹਦੇ ਤੇ ਕੋਈ ਲਿਖ ਸਕਦਾ, ਮੈਂ ਕਿਹਾ ਜੀ ਹਾਂ ਲਿਖ ਦੇਣਾ, ਮੈਂ ਹੁਣੇ ਲਿਖ ਦੇਣਾ, ਮੈਨੂੰ ਚੈਲੰਜ ਕੀਤਾ ਉਹਨਾਂ ਨੇ। ਉਹ ਕੀ ਲਿਖਿਆ ਉਹ ਤੁਸੀਂ ਸੁਣ ਲੈਣਾ, ਰਮਲਾ ਸਾਹਿਬ ਨੂੰ ਬਹੁਤ ਚੰਗਾ ਸੁਣਾਉਂਦੇ, ਕਿਤੇ ਕਿਤਾਬ 'ਚ ਪਾਈ ਤਾਂ ਆਪਾਂ ਉਹਦੇ 'ਚ ਪਾਵਾਂ। ਗਾਣਾ ਲਿਖਿਆ ਸੀ, ਉਹਨੂੰ ਕੁੜੀ ਆਂਦੀ ਤੇਰਾ ਨਾਮ ਦਰਜ ਉਹਨਾਂ ਗਾਇਕਾਂ ਵਿੱਚ ਜੋ ਜਾਨ ਸਲਾਹੇ ਆ, ਹੁਣ ਤੱਕ ਗੀਤ ਰਮਲਿਆ ਦੱਸ ਦੇਵੇ ਕਿੰਨੀਆਂ ਨਾ ਗਾਏ। ਉਹ ਆਂਦਾ ਜਿੰਨੀ ਨਿਭਗੀ ਚੰਗੀ ਨਿਭਗੀ ਨਹੀਂ ਕੀਤੀ ਸੋਚ ਵਿਚਾਰ ਕੁੜੇ, 1-2 ਹੋਣ ਤਾਂ ਦੱਸਾਂ ਗੱਲ ਗਿਣਤੀ ਤੋਂ ਬਾਹਰ ਕੁੜੇ। ਉਹ ਆਂਦੀ ਕਿਸ ਗਾਇਕ ਨਾਲ ਰਹਿ ਤੂੰ ਪਹਿਲਾਂ ਦੱਸ ਗਾਉਂਦਾ ਤੂੰ, ਉਸ ਦਾ ਕਰਦਾ ਕਦਰ ਕਦੇ ਨਹੀਂ ਦਿਲੋਂ ਭੁਲਾਉਂਦਾ ਤੂੰ, ਗਾਏ ਪਹਿਲਾਂ ਕਿਸ ਦੇ ਗੀਤ ਲਿਖੇ ਤੂੰ ਮਸ਼ਹੂਰ ਹੋਇਆ, ਬੜੀ ਮੰਗ ਹੈ ਉਹਨਾਂ ਗੀਤਾਂ ਦੀ ਚਰਚਾ ਭਰਪੂਰ ਹੋਇਆ। ਹਿੱਟ ਗੀਤ ਉਹ ਐਸੇ ਨਹੀਂ ਜਾਣੇ ਕਦੇ ਭੁਲਾਏ ਆ, ਹੁਣ ਤੱਕ ਗੀਤ ਰਮਲਿਆ ਦੱਸ ਦੇਵੇ ਕਿੰਨੀਆਂ ਨਾ ਗਾਏ। ਉਹਦਾ ਦੂਜੇ ਨੰਬਰ ਉੱਤੇ ਮੁਹੰਮਦ ਸਦੀਕ ਨਾ ਗਾਇਆ, ਨਾਲੇ ਬੱਚੇ ਪਾਲੇ ਆਪਣਾ ਕੰਮ ਚਲਾਇਆ, ਮੈਂ ਦਿੱਤੇ ਘੋਲ ਗਏ ਗੀਤ ਤੇ ਕਿਸਮਤ ਮਿਹਰਬਾਨ ਹੋਈ,
ਬਤੌਰ ਸਿੰਗਰ ਫਿਰ ਮੇਰੀ ਗਾਇਕਾਂ ਵਿੱਚ ਪਛਾਣ ਹੋਈ। ਫਿਰ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਈ ਬਹਾਰ ਕੁੜੇ। ਇੱਕ ਦੋ ਹੋਣ ਇੱਕ ਦੋ ਹੋਣ ਤਾਂ ਦੱਸਾਂ ਗੱਲ ਗਿਣਤੀ ਤੋਂ ਬਾਹਰ। ਉਹਨਾਂ ਦੀ ਦੌੜ ਨੱਚ ਕੇ ਗਾਉਣ ਦਾ ਆਇਆ, ਤੇਰੇ ਤੇ ਅਸਰ ਨਾ ਹੋਇਆ ਵੇ। ਦੌੜ ਨੱਚ ਕੇ ਗਾਉਣ ਦਾ ਆਇਆ, ਤੇਰੇ ਤੇ ਅਸਰ ਨਾ ਹੋਇਆ ਵੇ। ਗਾਉਣਾ ਰੂਹ ਦਾ ਸੁਰ ਦੇ ਨਾਲ, ਤੂੰ ਉਸ ਵਿੱਚ ਰਹਿ ਸਮੋਇਆ ਵੇ। ਬੋਲੇ ਨਾਲ ਹੇਕ ਤੇ ਸ਼ੇਰ ਤੇ ਦੁਨੀਆ ਕਰੀ ਦੀਵਾਨੀ ਵੇ। ਦੱਸ ਕੀ ਰਾਜ ਹੈ ਤੇਰੇ ਤੇ, ਦੱਸ ਕੀ ਹੈ ਰਾਜ ਤੇਰੇ ਤੇ ਸਦਾ ਬਹਾਰ ਜਵਾਨੀ। ਉਹਦਾ ਰੱਬ ਦੀ ਸਦਾ ਵਿੱਚ ਰਿਹਾ ਤਾਂ ਦੁੱਖ ਸੁੱਖ ਬਹੁਤ ਹੰਡਾਏ ਆ। ਓਏ ਹੁਣ ਤੱਕ ਗੀਤ ਰਮਰਿਆ ਦੱਸ ਦੇਵੇ ਕਿੰਨੀਆਂ ਨਾ ਕਰੇ। ਉਹਦਾ ਨੱਚ ਕੇ ਗਾਉਣ ਵਾਲਿਆਂ ਗਾਇਕਾਂ ਦੀ ਅੱਜ ਕੱਲ੍ਹ ਚੱਲੀ ਹਨੇਰੀ ਨਹੀਂ। ਰਮਲਾ ਹੱਕ ਥਾਪੜ ਕੇ ਗਾਉਂਦਾ ਪੂਰੀ ਨਾਲ ਦਲੇਰੀ ਨਹੀਂ। ਦੱਸੇ ਸਿੱਧ ਜਵਾਨੀ ਬਾਰੇ ਕੀ ਰਮਲਾ ਕਰਤਾਰ ਕੁੜੇ। ਓਏ ਇਹ ਹੈ ਰਹਿਮਤ ਰੱਬ ਦੀ ਤੇ ਲੋਕਾਂ ਦਾ ਪਿਆਰ ਕੁੜੇ। ਕਰਦੇ ਕੱਲਾਂ ਦੇ ਚਮਕੌਰ ਜਿਹੇ ਪੂਰਾ ਸਤਿਕਾਰ ਕੁੜੇ। ਉਹ ਇੱਕ ਦੋ ਹੋਣ ਤਾਂ ਦੱਸਾਂ ਗੱਲ ਗਿਣਤੀ ਤੋਂ ਬਾਹਰ ਕੁੜੇ। ਇਹ ਨਾਂ ਵੀ ਭਰਨੇ ਸਾਹਿਬ ਜੀ, ਉਹਨਾਂ ਦੀ ਇੱਛਾ ਸੀ ਇਹ ਕਰਮਾਂ ਦੇ ਨਾਲ ਵੇਲ ਹੋਣਗੇ ਪੂਜਾ ਦੀਆਂ ਨਾਰਾਂ ਦੇ ਪੁੱਤ ਬਗਾਨੇ ਉਹ ਕਾ ਲੈਂਦੇ ਭਾਈ ਬਣਦੇ ਯਾਰਾਂ ਦੇ ਹੋਵੇ ਪਤਾ ਨਹੀਂ ਮੈਂ ਮਰ ਜਾਣਾ ਵੇ ਪਤਾ ਨਹੀਂ ਮੈਂ ਮਰ ਜਾਣਾ ਮਿਲ ਜਾਂਦੀ ਵਾਰੀ ਤੇਰੇ ਜਾਗੀ ਨਹੀਂ ਉਹ ਵੀ ਪਟੋਲਿਆ ਜਾਰੀ ਤੇਰੇ ਜਾਗੀ ਨਹੀਂ ਅੱਜ ਉਹ ਵੀ ਪਟੋਲਿਆ ਜਾਰੀ ਤੇਰੇ ਜਾਗੀ ਹਾਂਜੀ ਸੋ ਮੈਂ ਸਾਰਿਆਂ ਨੂੰ ਜਿਵੇਂ ਕਹਿੰਦਾ ਹੋਇਆ ਅਰਦਾਸ ਕਰਾਂਗਾ ਕਿ ਬੇਨਤੀ ਕਰਾਂਗਾ ਲੰਗਰ ਤਿਆਰ ਹੋ ਵੀ ਲੰਗਰ ਛਕੀਏ। ਫਿਰ ਰੱਬ ਨੇ ਸਮਾਂ ਦਿੱਤਾ ਤੇ ਅਸੀਂ ਬਹੁਤ ਧੰਨਵਾਦ। ਬੋਲੋ ਹਾਂ ਦੋ ਬੋਲ ਨਵਜੋਤ ਰਾਣੀ ਜੀ। ਉਸ਼ਾ ਭੈਣ ਜੀ ਉਸ਼ਾ ਜੀ ਨੂੰ ਬੰਦੇ ਨਹੀਂ ਬੋਲਣ ਦੋ ਬੋਲੋ ਭੈਣ ਜੀ। ਆ ਕਰਿਓ ਮੈਕ, ਆ ਮੈਕ ਕਰਿਓ, ਆ ਮੈਕ ਵੀ ਦੇ ਦਿਓ, ਆ ਮੈਕ। ਅਸੀਂ ਕੀ ਬੋਲ ਸਕਦੇ ਹਾਂ ਜੀ। ਸਾਨੂੰ ਤਾਂ ਉਹਨਾਂ ਨੇ ਬਹੁਤ ਕਾਮਯਾਬੀ ਦਿੱਤੀ। ਜਿਹੜੀ ਵੀ ਕੁੜੀ ਨੇ ਉਹਨਾਂ ਨਾਲ ਗਾਇਆ ਉਸ ਮਾਨ ਤੇ ਉਹਨਾਂ ਨੂੰ ਪਹੁੰਚਾਇਆ ਉਹਨਾਂ ਨੇ। ਮੈਂ ਤਾਂ ਕੁਛ ਨਹੀਂ ਬੋਲ ਸਕਦੀ। ਅਸੀਂ ਤਾਂ ਛੋਟੇ ਜਿਹੇ ਜਦੋਂ ਅਸੀਂ ਬਹੁਤ ਜ਼ਿਆਦਾ ਗਰੀਬ ਹੁੰਦੇ ਸੀ ਉਸ ਟਾਈਮ ਸਾਡੇ ਪੀਪੇ ਚਾਟਾ ਉਹਨਾਂ ਨੇ ਪਾਇਆ। ਅਸੀਂ ਤਾਂ ਸੁਣ ਸਕਦੇ ਬਹੁਤ ਸਹਾਰਾ ਦਿੱਤਾ ਸਾਨੂੰ ਉਹਨਾਂ ਨੇ, ਬਹੁਤ ਸਹਾਰਾ ਦਿੱਤਾ ਸਾਨੂੰ। ਨਵਜੋਤ ਸਾਰਿਆਂ ਦਾ ਹੀ, ਜਿੰਨੇ ਵੀ ਆਰਟਿਸਟ ਵੀਰ ਔਰ ਜਿੰਨੇ ਵੀ ਸਾਡੇ ਰਿਸ਼ਤੇਦਾਰ ਜੋ ਕਰੀਬੀ ਸੀ ਰਮਲਾ ਸਾਹਿਬ ਦੇ ਜਾਂ ਮੇਰੇ, ਸਾਰਿਆਂ ਦਾ ਹੀ ਮੈਂ ਦਿਲੋਂ ਧੰਨਵਾਦੀ ਹਾਂ। ਕਿਉਂਕਿ ਮੇਰੇ ਛੋਟੇ ਜਿਹੇ ਸੱਦੇ ਤੇ ਉਹ ਇੱਥੇ ਪਹੁੰਚੇ ਨੇ, ਜੋ ਕਿ ਹਾਲਾਤ ਬੜੇ ਨਾਜ਼ੁਕ ਸੀ, ਪਰ ਫਿਰ ਵੀ ਉਹ ਮੇਰੇ ਸੱਦੇ ਤੇ ਪਹੁੰਚੇ ਨੇ। ਮੈਂ ਬਹੁਤ ਦਿਲੋਂ ਰਿਣੀ ਹਾਂ ਉਹਨਾਂ ਦੀ। ਮੈਂ ਦੱਸ ਨਹੀਂ ਸਕਦੀ ਕਿੰਨਾ ਮੇਰੇ ਦਿਲ 'ਚ ਉਹਨਾਂ ਦੀ ਇੱਜ਼ਤ ਹੈ ਜਾਂ ਕਿੰਨਾ ਸਤਿਕਾਰ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮਰਨਾ ਆਇਆ ਵਿਛੋੜਾ ਸੁਭਣਾ ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕੇ ਨਾ। ਜੋ ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਕਰਤਾਰ ਸਿੰਘ ਜੀ ਰਮਲਾ ਜੀ, ਜੋ ਸਾਰਿਆਂ ਨੂੰ ਪਤਾ ਹੈ ਪਿਛਲੇ ਸਾਲ ਸਾਧ ਸੰਗਤ ਜੀ ਇਸ ਫਾਨੀ ਸੰਸਾਰ ਤੋਂ ਸੰਦੀਵੀ ਵਿਛੋੜਾ ਦੇ ਕੇ ਚਲੇ ਗਏ। ਵਾਹਿਗੁਰੂ। ਹੈਲੋ, ਜੋ ਫਾਨੀ ਸੰਸਾਰ ਤੋਂ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਤੇ ਆਪਦੀ ਸਮੂਹ ਟੀਮ ਨੂੰ ਸੰਦੀਵੀ ਵਿਛੋੜਾ ਦੇ ਕੇ ਚਲੇ ਗਏ। ਸਾਧ ਸੰਗਤ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਸਮੂਹ ਪਰਿਵਾਰ ਨੇ ਤੁਰਕੀ ਬਾਣੀ ਆਏ ਦਿਨ ਸਗਲੀ ਚਿੰਨ ਮਟਾਈ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਸਨ। ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਉੱਤੇ ਬੈਠੀ ਰਹੋ, ਵਿਛੜੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰੋ। ਸਾਰੀਆਂ ਸੰਗਤਾਂ ਕਹਿ ਦਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆ ਕੇ ਆਪਣੇ शुभ विचार साध संगत के सामने रखो। बहुत मेहरबानी, आप सारे आए हो, सारे का धन्यवाद। सारे जी आए कहने जी। सरदार डॉक्टर अवतार सिंह जी मिठड़ी। वाहिगुरु परम सत्कारयोग श्री गुरु ग्रंथ साहिब जी जुग जुग अटल गुरु महाराज की हजूरी दे विच बैठी हुई साध संगत, दूरों नेड़ों चल के उन्हां दे संगी साथी दोस्त मित्र साडे गीतकार वीर ते साडे कलाकार वीर ते साडे सत्कारयोग पंजाब पुलिस दे सब इंस्पैक्टर साहब आप सारिਆਂ ਦੇ चरणों ਵਿੱਚ फतेह अर्ज करते हैं। वाहिगुरू जी का खालसा वाहिगुरू जी की फतेह। सरदार करतार सिंह रमला जी साडे बहुत ही वधिया नेड़े दे जिहड़े कलोसी मित्र सीगे। सो इन्हां दा जिहड़ा जन्म है माता श्री करम कौर पिता श्री प्यारा सिंह पिंड हुंदाल जिला लाहौर जो अज पाकिस्तान दे विच है। पाकिस्तान दे विच इन्हां दा जिहड़ा जन्म होया सी। सो जिस वेले देश आजाद होया तो अपने जिहड़े इधरों लोग उधर चले गए तो उधरों इधर भी अपने आए है। सो सरदार करतार सिंह जी रमला उस वेले इन्हां दी जिहड़ी है 4 महीनों की जिहड़ी एज सी उम्र सी 4 महीनों की। सो बड़े हुए अपने पिता श्री प्यारा सिंह तो जिहड़ी है गायकी की तलीम लैके गायकी के खेतर में चले। तकरीबन 73 साल की उम्र के वो साथों विछड़ गए जो लोगों को खुश करने वाले सी। क्योंकि इंसान है वो जिंदगी जिहड़ी है सारी अपनी घड़ी वेख के बतीत करता है। अलार्म भी लाउंदा सवेरे उठने वास्ते, पर उस घड़ी का पता नहीं हुंदा जिहड़ी वो घड़ी अपने ते आउंदी है ते आपां सारिਆਂ ने चले जाना है। सो सरदार करतार सिंह जी रमला साडे कोलों पिछले साल 18 मार्च नूं विछड़ गए। सो परमात्मा दे अगे वाहिगुरू दे चरणों विच बेनती करते हाँ सच्चे पातशाह उन्हां नूं अपने चरणों दे विच निवास बख्शो। जिस तरह एक शाह सिकंदर राजा होया 32 साल की उम्र दे विच उन्हें जिहड़ी सारी दुनिया जित ली सी। तकरीबन थोड़ी जी दुनिया नूं छड्ड के सारी जिहड़ी दुनिया उन्हें जित ली सी, फतेह कर ली सी। सो साध संगत जिस वेले पता लग्या भी 32 साल की एज हो गई, मैं सारी जिंदगी 32 साल जिहड़े है पाप कर कर गुजारे है, क्यों ना मेरे जे 32 साल की उम्र होर हो सकती है तो जिहड़ी इतों अगों की जिहड़ी है मेरी जिंदगी मैं उहो जी बतीत करा। बिल्कुल जिहड़े माड़े काम जिहड़े कतल करने किसी दे राज भाग खोने वो मैं छड्ड दियां। सो उन्हें अपने ज्योतिषी पीर पैगंबर औलगे सारे इकट्ठे कर ले। इकट्ठे करके उन्होंने कहन लग्या भी मेरी जिहड़ी उम्र कितनी बाकी है। वो कहन लगे जी तुहाडी उम्र तो जिहड़ी है हुण 32 साल सी ते फतेह हो गया मोर्चा हुण तां। सो उन्होंने कहा भी मैं राज भाग है जिहड़ा बड़े पापां नाल ते बड़ा इकट्ठा कीता सी। जो वो कहता भी मैं अद्धा राज दे दूंगा जेकर मेरी थोड़ी जी उम्र जिहड़ी मैनूं मिल जे मैं अपनी माता तक पहुंच जा, क्योंकि घर तो साध संगत बड़े दूर सीगे। वो कहन लगे भी मैं अपनी माता के दर्शन कर ला, माता नूं मिल ला। ते जिहड़े ज्योतिषी सी वो ज्योतिषी कहन लगे भी हुण तां तैनूं एक जिहड़ा पल है पल साध संगत भी अख दा झमका वो भी नहीं मिलदागा। सो साह सिकंदर की जिहड़ी है जी
ਮੌਤ ਹੋ ਗਈ। ਉਹਦੇ ਵਜ਼ੀਰਾਂ ਨੇ, ਮੰਤਰੀਆਂ ਨੇ ਉਹਦੀ ਜਿਹੜੀ ਹੈ ਕਬਰ ਵੀ ਖੋਦਤੀ। ਤਾਂ ਉਹਨੇ ਕਿਹਾ ਸੀਗਾ, ਕਹਿੰਦਾ ਜਿਸ ਵੇਲੇ ਮੈਂ ਜਾਵਾਂ ਮੈਂ ਇੰਨਾ ਧਨ ਇਕੱਠਾ ਕੀਤਾ ਹੈ, ਜਾਂਦੇ ਦੇ ਜਿਹੜੇ ਮੇਰੇ ਹੱਥ ਹੈ ਉਹ ਮੇਰੇ ਹੱਥ ਬਾਹਰ ਹੋਣੇ ਚਾਹੀਦੇ ਹੈ। ਇੱਕ ਹੱਥ ਦੇ ਵਿੱਚ ਸਵਾਹ ਦੀ ਮੁੱਠੀ ਤੇ ਇੱਕ ਹੱਥ ਦੇ ਵਿੱਚ ਜਿਹੜੀ ਹੈ ਮਿੱਟੀ ਦੀ ਮੁੱਠੀ ਹੋਵੇ। ਤੇ ਨੰਗੇ ਪੈਰੀ ਜਿਹੜਾ ਹੈਗਾ ਸ਼ਾਹ ਸਿਕੰਦਰ ਬਿਨਾਂ ਜਿਹੜੇ ਹਾਥੀ ਖਾਲੀ ਹੱਥ ਹੋ ਕੇ ਉਹ ਇੱਥੋਂ ਚਲਿਆ ਗਿਆ। ਉਹਨਾਂ ਦੇ ਮੰਤਰੀਆਂ ਨੇ, ਵਜ਼ੀਰਾਂ ਨੇ, ਜੋ ਜੋਤਸ਼ੀ ਸੀਗੇ, ਉਹਨਾਂ ਨੇ ਉਹਦੀ ਜਿਹੜੀ ਕਬਰ ਬਣਾਤੀ ਤੇ ਉਹਨੂੰ ਉੱਥੇ ਦਫਨਾਤਾ। ਕੁਛ ਦਿਨ ਬੀਤੇ, ਉਹ ਮੰਤਰੀ ਉਹ ਮਾਤਾ ਦੇ ਕੋਲੇ ਗਏ ਐ। ਮਾਤਾ ਕੋਲੇ ਕਹਿਣ ਲੱਗੇ, ਮਾਤਾ ਤੇਰਾ ਪੁੱਤ ਜਿਹੜਾ ਸਿਕੰਦਰ ਚਲਿਆ ਗਿਆ। ਉਹ ਕਹਿੰਦੀ ਵੀ ਜਿਹੜੇ ਇੰਨੇ ਪਾਪ ਕੀਤੇ ਵੀ ਮੇਰਾ ਪੁੱਤ ਲੋਕਾਂ ਨੂੰ ਮਾਰਨ ਵਾਲਾ ਉਹ ਜਾ ਹੀ ਨਹੀਂ ਸਕਦਾ ਦੁਨੀਆ ਤੋਂ। ਉਹ ਕਹਿੰਦੇ ਮਾਤਾ ਭੁਲੇਖਾ ਕਰ ਦੇ, ਉਹ ਤਾਂ ਫਿਰ ਇੱਥੋਂ ਚਲਿਆ ਗਿਆ। ਸੋ ਮਾਤਾ ਤੂੰ ਜਿਉਂਦੇ ਦੇ ਦਰਸ਼ਨ ਨਹੀਂ ਕਰ ਸਕੀ, ਲੇਕਿਨ ਹੁਣ ਜਿਹੜਾ ਉਹਦੇ ਦਰਸ਼ਨ ਉਹਦੇ ਤੂੰ ਕਬਰ ਦੇ ਉੱਤੇ ਜਾ ਕੇ ਉੱਥੇ ਕਬਰ ਦੇ ਦਰਸ਼ਨ ਕਰ ਲਾ। ਸੋ ਮਾਤਾ ਉੱਥੇ ਪਹੁੰਚੀ ਹੈ। ਕਵੀ ਨੇ ਸੁੰਦਰ ਲੈਣਾ ਲਿਖੀਆਂ, ਰੋਵੇ ਮਾਤਾ ਸ਼ਾਹ ਸਿਕੰਦਰ ਦੀ, ਰੋੜ ਗਿਆ ਰੱਬ ਵਿਹੜੇ ਨੂੰ, ਕਬਰਾਂ ਦੇ ਵਿੱਚ ਕਰੇ ਸਿਆਪਾ, ਇਕੱਠਾ ਕਰਕੇ ਵਿਹੜੇ ਨੂੰ, ਇੱਥੇ ਕਈ ਸਿਕੰਦਰ ਹੋ ਗਏ, ਤੂੰ ਰੋਂਦੀ ਆ ਕਿਹੜੇ ਨੂੰ। ਸੋ ਉੱਪਰੋਂ ਇੱਕ ਆਵਾਜ਼ ਆਈ ਅਰਸ਼ਾਂ ਦੇ ਵਿੱਚੋਂ, ਉਹ ਕਹਿੰਦੇ ਮਾਤਾ ਇੱਥੇ ਤਾਂ ਪਤਾ ਨਹੀਂ ਕਿੰਨੇ ਸਿਕੰਦਰ ਹੋ ਚਲੇ ਗਏ ਐ, ਤੂੰ ਕਿਹੜੇ ਸਿਕੰਦਰ ਨੂੰ ਰੋਨੀ ਐ। ਸੋ ਉਸੇ ਤਰ੍ਹਾਂ ਸਾਡੇ ਬਹੁਤ ਹੀ ਮੇਰੇ ਪਰਮ ਪਿਆਰੇ ਮਿੱਤਰ ਸਰਦਾਰ ਕਰਤਾਰ ਸਿੰਘ ਰਮਲਾ ਜੀ, ਉਹ ਸਾਡੇ ਕੋਲੋਂ ਵਿਛੜ ਕੇ ਚਲੇ ਗਏ ਐ। ਸੋ ਪਰਮਾਤਮਾ ਦੇ ਅੱਗੇ ਦੁਆ ਕਰਦੇ ਆ, ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ। ਤੇ ਪਿੱਛੇ ਪਰਿਵਾਰ, ਸਕੇ ਸੰਬੰਧੀ, ਮਿੱਤਰ ਦੋਸਤ, ਜੋ ਵੀ ਸੰਗਤ ਇੱਥੇ ਪਹੁੰਚੀ ਹੋਈ ਹੈ, ਸਾਰਿਆਂ ਨੂੰ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ੀ। ਸੋ ਮੈਂ ਇੰਨੀ ਬੇਨਤੀ ਕਰਦਾ ਹੋਇਆ ਖਿਮਾ ਦਾ ਜਾਜਕ ਹੈ, ਕਿਉਂਕਿ ਟਾਈਮ ਦੀ ਜਿਹੜੀ ਹੈ ਘਾਟ ਹੈ। ਗੱਲਾਂ ਤਾਂ ਕੁਝ ਹੋਰ ਸੀ, ਅੰਦਰ ਦੇ ਵਲਵਲੇ ਸੀਗੇ, ਉਹ ਸਾਂਝੇ ਤੁਹਾਡੇ ਨਾਲ ਕਰਨੇ ਸੀ। ਚਲੋ ਸੱਚੇ ਪਾਤਸ਼ਾਹ ਆਪ ਸਭ ਤੋਂ ਖਿਮਾ ਚਾਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੁਸੀਂ ਗੁਰਬਾਣੀ ਦਾ ਆਨੰਦ ਮਾਣਿਆ, ਸ਼ਬਦ ਕੀਰਤਨ ਸੁਣਿਆ। ਉਸ ਤੋਂ ਬਾਅਦ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਈਆਂ ਇਲਾਕੇ ਦੀਆਂ ਮਹਾਨ ਹਸਤੀਆਂ ਜੋ ਕਿ ਇਸ ਵੇਲੇ ਸਾਡੇ ਸਾਹਮਣੇ ਬਿਰਾਜਮਾਨ ਨੇ। ਸਭ ਤੋਂ ਪਹਿਲਾਂ ਇੱਕ ਵਾਰੀ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਰਤਾਰ ਰਮਲਾ ਜੀ ਦੀ ਪਹਿਲੀ ਵਰਸੀ ਸਮਾਗਮ, ਜਿਸ ਨੂੰ ਕਿ ਅਸੀਂ ਮਨਾਉਣਾ ਤਾਂ ਬੜੇ ਹੋਰ ਢੰਗ ਦੇ ਨਾਲ ਸੀ, ਲੇਕਿਨ ਹਾਲਾਤ ਸਭ ਨੂੰ ਪਤਾ ਹੀ ਹੈ ਕੀ ਚੱਲ ਰਿਹਾ। ਸੋ ਮੈਂ ਦੋ ਲਾਈਨਾਂ ਕਹਾਂਗੇ, ਅਲਵਿਦਾ ਕਹਿ ਕੇ ਦੁਨੀਆ ਨੂੰ, ਅਲਵਿਦਾ ਕਹਿ ਕੇ ਦੁਨੀਆ ਨੂੰ ਛੱਡ ਭਰਿਆ ਉਹ ਸੰਸਾਰ ਗਿਆ, ਸਫ਼ਰ ਮੁਕਾ ਕੇ ਜ਼ਿੰਦਗੀ ਦਾ ਚਲਾ ਕਰਤਾਰ ਦੇ ਕੋਲ ਕਰਤਾਰ ਗਿਆ। ਉਸ ਕਰਤਾਰ ਦੇ ਕੋਲ ਸਾਡਾ ਕਰਤਾਰ ਚਲਾ ਗਿਆ। ਸੋ ਸਾਡੇ ਦਿਲਾਂ 'ਚ ਨਹੀਂ ਗਏ, ਸਾਡੇ ਦਿਲਾਂ ਦੇ ਵਿੱਚ ਨੇ। ਜ਼ਿੰਦਗੀ ਇੱਕ ਸਫ਼ਰ ਹੈ ਹਰ ਇੱਕ ਇਨਸਾਨ ਦਾ, ਜੋ ਕਿ ਕਿਉਂਕਿ ਅਸੀਂ ਇੱਕ ਮੁਸਾਫਰ ਬਣ ਕੇ ਆਏ ਹਾਂ, ਵਾਪਸ ਵੀ ਜਾਣਾ ਹੁੰਦਾ ਹੈ। ਸੋ ਟਾਈਮ ਨੂੰ ਮੈਂ ਥੋੜਾ ਜਿਹਾ ਮੱਦੇ ਵਿੱਚ ਰੱਖਦਾ ਹੋਇਆ ਬਹੁਤੀਆਂ ਗੱਲਾਂ ਤਾਂ ਨਹੀਂ ਕਰਾਂਗਾ, ਲੇਕਿਨ ਸਾਡੇ ਕੋਲੇ ਉੱਚ ਕੋਟੀ ਦੇ ਜੋ ਬੁਲਾਰੇ ਹੈ ਤੇ ਉਹਨਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨ। ਉਸ ਤੋਂ ਪਹਿਲਾਂ ਇੱਕ ਸੋਗ ਸੁਨੇਹਾ ਜੋ ਕਿ ਸਾਨੂੰ USA ਤੋਂ, ਖਾਸ ਕਰਕੇ ਸਾਡੇ ਧਰਮਵੀਰ ਦਾ ਜੀ, ਦੇਖੋ ਕੈਸੀ ਗੱਲ ਹੈ। ਅਮਰੀਕਾ ਦੇ ਵਿੱਚ ਬੰਦਾ ਇੱਕ ਟਰਾਲਾ ਚਲਾਉਂਦਾ ਹੋਇਆ ਔਰ ਪੰਜਾਬ ਦਾ ਫੋਕ ਸਾਜ਼ ਤੁੰਬੀ ਦਾ ਮਾਹਰ, ਜਿਸ ਦੇ ਕਾਰਨ ਇਸ ਵੇਲੇ 70 ਤੁੰਬੀਆਂ USA ਦੇ ਵਿੱਚ ਪਈਆਂ ਨੇ। ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸਚਾਈ ਪੇਸ਼ ਕਰ ਰਿਹਾ ਕਿ ਜਦੋਂ ਇਹ ਹਾਦਸਾ ਹੋਇਆ ਰਮਲਾ ਜੀ ਦਾ, ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ, ਤੇ ਮੈਨੂੰ ਫੋਨ ਆਇਆ ਕਿ ਮੈਨੂੰ ਰਮਲਾ ਜੀ ਦੀ ਤੁੰਬੀ ਲੈ ਕੇ ਦੇ, ਜਿਹੜੀ ਸਟੇਜ ਤੇ ਵਜਾਉਂਦੇ ਆ। ਮੈਂ ਕਿਹਾ ਧਰਮਵੀਰ ਭਾਜੀ, ਮੈਂ ਗੱਲ ਕਰਾਂਗਾ ਭਾਜੀ ਉਹਨਾਂ ਨਾਲ ਤੇ ਦੇਖਾਂਗੇ ਕੀ ਕਹਿੰਦੇ, ਕੀ ਜਵਾਬ ਮਿਲਦਾ ਉਹਨਾਂ ਦਾ, ਫਿਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ।
मैं भाई नाल गल कीती ते एक स्टेज प्रोग्राम सीगा, मैनूं भाई ने कहा, रमला जी ने कहंदे मौजी आह प्रोग्राम मैनूं ला लैण दे, मैं तुम भी होर बना लूँगा, ये मैं उन्हां नूं दे दूँगा। उस तो बाद ना तो गल हुई है तो ना आप रहे है, समझ का नहीं पता हुंदा। सो आओ बहुती गल ना करदा होया मैं हुण बेनती करांगा सरदार बहादुर साहब चमकौर सिंह जी कल कलां, उन्होंने चरणों च बेनती है कि आओ अपने श्रद्धा के फुल भेंट करन सरदार चमकौर सिंह जी कल कलां। वाहिगुरू जी का खालसा वाहिगुरू जी की फतेह। गुरु महाराज की हजूरी दे विच बोलना थोड़ा जिहा औखा हुंदा ते अदब भी आपां रखना, ये ना होवे मैं बोल हटा ते तुसीं ताड़ी मार दे, ताड़ी बिल्कुल नहीं मारनी। ते हाँ सुन लो, बड़ा मित्र प्यारा मलापड़ा सी, यार यारां दा यार करतार रमला, सुर तार संगीत दी समझ रखदा, रोशन दिमाग सी गुलो गुलजार रमला, शेर बोलदा हेकला तान पूरा, अखाड़िया मेलियां दा रहा शंगार रमला, 50 साल रहा बिना रोक टोक गाउंदा, 50 साल रहा बिना रोक टोक गाउंदा, इसनूं आखदे सदा बहार रमला, गाने जिन्ने भी गाए सब हिट होए, दिता लोकां ने बहुत प्यार रमला, समय नाल संघर्ष पिया बहुत करना, समय नाल संघर्ष पिया बहुत करना, रहा जितदा मन्नी ना हार रमला, टेक रखदा बाबे फरीद जी दी, टेक रखदा बाबे फरीद जी दी, ਉਹ ਮੱਥਾ ਟੇਕਦਾ ਗੁਰੂ ਦਰਬਾਰ ਰਮਲਾ, ਚਮਕੌਰ ਘੱਲਾਂ ਦੇ ਛੱਡ ਗਿਆ ਭਾਵੇਂ ਸਾਨੂੰ, ਉਹ ਮਹਿਕ ਗੀਤਾਂ ਦੀ ਗਿਆ ਖਰਾਰ ਰਮਲਾ, ਮਹਿਕ ਗੀਤਾਂ ਦੀ ਗਿਆ ਖਰਾਰ ਰਮਲਾ। ਤਾੜੀ ਨਹੀਂ ਮਾਰਦੀ ਬਿਲਕੁਲ ਵੀ, ਚੇਤਾ ਰੱਖਣਾ ਗੁਰੂ ਮਹਾਰਾਜ ਬੋਲਣ ਨੂੰ ਤਾਂ ਹੋਰ ਬਹੁਤ ਕੁਝ ਸੀਗਾ, ਪਰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਅਸੀਂ ਉਹਨਾਂ ਬੋਲ ਨਹੀਂ ਸਕਦੇ। ਤੇ ਬਾਕੀ ਬੇਨਤੀ ਆ ਵੀ ਰੋਟੀ ਵਾਲੇ ਪਾਸੇ ਨਾ ਜਮਲਾ ਜੀ ਦਾ ਸਟੈਚੂ ਲਿਆ ਦਿਓ, ਉਹਦੇ ਤੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਕੋਈ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਇੱਧਰ ਨਹੀਂ ਲਾ ਸਕਦੇ, ਤੇ ਉਹ ਬੇਨਤੀ ਵੀ ਉਧਰਲੇ ਪਾਸੇ ਲਾ ਦਿਓ, ਰੋਟੀ ਖਾਂਦੇ ਦਰਸ਼ਨ ਕਰ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਸਨ ਸਰਦਾਰ ਬਹਾਦਰ ਸਾਹਿਬ ਚਮਕੌਰ ਸਿੰਘ ਜੀ ਕਲ ਕਲਾਂ, ਜਿਨ੍ਹਾਂ ਨੇ ਕਿ ਇੱਕ ਹੋਰ ਵੀ ਬੇਨਤੀ ਕੀਤੀ ਹੈ ਕਿ ਹਜੇ ਲੰਗਰ ਸ਼ੁਰੂ ਨਹੀਂ ਕਰਨਾ ਜੀ, ਬਿਲਕੁਲ ਥੋੜਾ ਸਮਾਂ ਪਾ, ਤੇ ਹਲਕਾ ਫਰੀਦਕੋਟ ਤੋਂ ਤੁਸੀਂ ਜਿਤਾ ਕੇ ਉਹਨਾਂ ਨੂੰ ਦਿੱਲੀ ਭੇਜਿਆ, ਔਰ ਗਾਇਕੀ ਦੇ ਬਾਬਾ ਬੋੜ ਮੇਰੀ ਮੁਰਾਦ ਹੈ ਜਨਾਬ ਮੁਹੰਮਦ ਸਦੀਕ ਸਾਹਿਬ, ਉਹ ਕਿਸੇ ਜਿਵੇਂ ਕਰਕੇ ਸਾਡੇ ਕੋਲ ਨਹੀਂ ਪਹੁੰਚ ਸਕੇ, ਉਹਨਾਂ ਦੇ ਦਾਮਾਦ ਸੂਰਜ ਭਾਰਦਵਾਜ ਜੀ, ਉਹ ਮੇਰਾ ਖਿਆਲ ਥੋੜੀ ਦੇਰ ਤੱਕ ਸਾਡੇ ਤੱਕ ਪਹੁੰਚਣ ਵਾਲੇ ਹੈ, ਜੋ ਕਿ ਮੈਨੂੰ ਸੁਨੇਹਾ ਮਿਲਿਆ ਹੈ। ਤੇ ਹੁਣ ਮੈਂ ਬੇਨਤੀ ਕਰਾਂਗਾ ਪੰਜਾਬੀ ਗਾਇਕੀ ਦੇ ਵਿੱਚ ਜਿਨ੍ਹਾਂ ਨੇ ਕਿ ਇਸ ਵੇਲੇ ਆਪਣਾ ਮੁਕਾਮ ਹਾਸਲ ਕੀਤਾ ਹੋਇਆ, ਮੇਰੀ ਮੁਰਾਦ ਹੈ ਸਾਡੇ ਵੀਰ ਹਰਿੰਦਰ ਸੰਧੂ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਮਾਈਕ ਤੇ ਆਉਣ ਔਰ ਦੋ ਬੋਲ ਸ਼ਰਧਾ ਦੇ ਭੇਂਟ ਕਰਕੇ ਤੇ ਆਪਣੀ ਹਾਜ਼ਰੀ ਲਾਉਣ। ਹਰਿੰਦਰ ਸੰਧੂ ਜੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ 1 ਸਾਲ ਬਾਅਦ ਅਸੀਂ, ਮੈਂ ਵੈਸੇ ਬਾਪੂ ਜੀ ਕਹਿੰਦਾ ਹੁੰਦਾ ਸੀ ਇਹਨਾਂ ਨੂੰ ਕਿ ਰਮਲਾ ਸਾਹਿਬ ਜੀ ਦੀ ਅਸੀਂ ਜਿਹੜੀ ਬਰਸੀ ਮਨਾ ਰਹੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਮੇਰਾ ਤਕਰੀਬਨ ਗਾਇਕੀ ਨੇ ਤਾਂ ਬਹੁਤ ਲੰਮਾ ਵਾਹ, ਪਰ ਰਮਲਾ ਸਾਹਿਬ ਨਾਲ ਸਿੱਧੇ ਰੂਪ ਦੇ ਵਿੱਚ ਮੈਂ ਤਕਰੀਬਨ 15 ਕੁ ਸਾਲ ਪਹਿਲਾਂ ਜੁੜਿਆ ਸੀ ਸਹੀ ਰੂਪ ਦੇ ਵਿੱਚ, ਜਦੋਂ ਅਸੀਂ ਕੈਨੇਡਾ ਟੂਰ ਤੇ ਗਏ ਸੀ 2008 ਦੇ ਵਿੱਚ। ਤਾਂ ਉਦੋਂ ਇਹਨਾਂ ਨੂੰ ਬਹੁਤ ਨੇੜੇ ਹੋ ਕੇ ਜਾਣਨ ਦਾ ਮੌਕਾ ਮਿਲਿਆ ਸੀ। ਇੱਕ ਬਹੁਤ ਹੀ ਜਿੰਨੇ ਅੱਛੇ ਕਲਾਕਾਰ ਸੀ, ਉਸ ਤੋਂ ਵਧੀਆ ਮਜ਼ਾਈਆ ਸੁਭਾਅ ਦੇ ਸੀ, ਔਰ ਤੁੰਬੀ ਦੇ ਬਾਦਸ਼ਾਹ, ਸ਼ੇਰੋ ਸ਼ਾਇਰੀ ਦੇ ਬਾਦਸ਼ਾਹ, ਇੱਕ ਖਜ਼ਾਨਾ ਸੀ ਜੋ ਅੱਜ ਸਾਡੇ ਕੋਲ ਨਹੀਂ ਰਿਹਾ। ਉਹਨਾਂ ਦੀ ਤੁੰਬੀ ਦੇ ਪੋਟੇ ਉਹ ਅੱਜ ਵੀ ਸਾਨੂੰ ਸੁਣਾਈ ਦਿੰਦੇ ਨੇ, ਸੰਗੀਤ ਸਾਡੇ ਕੋਲ ਆ ਉਹਨਾਂ ਦਾ। ਕਿਸੇ ਅੰਗਰੇਜ਼ ਜਿਹੜਾ ਫਿਲਾਸਫਰ ਦਾ ਕਥਨ ਹੈ ਕਿ ਇਨਸਾਨਾਂ ਦੀਆਂ ਕਬਰਾਂ ਬਣਦੀਆਂ ਨੇ, ਪਰ ਜਿਹੜੇ ਗੀਤ ਹੈ ਇਹ ਕਦੇ ਵੀ ਮਰਦੇ ਨਹੀਂ, ਇਹਨਾਂ ਦੀ ਕਦੇ ਕਬਰਾਂ ਨਹੀਂ ਬਣਦੀਆਂ, ਗੀਤ ਹਮੇਸ਼ਾ ਚੱਲਦੇ ਰਹਿੰਦੇ ਨੇ। ਸੋ ਅੱਜ ਭਾਵੇਂ ਸਰੀਰਕ ਰੂਪ ਵਿੱਚ ਰਮਲਾ ਸਾਹਿਬ ਸਾਡੇ ਕੋਲ ਨਹੀਂ ਹੈ, ਪਰ ਗੀਤਾਂ ਦੇ ਰੂਪ ਵਿੱਚ, ਸੰਗੀਤ ਦੇ ਰੂਪ ਵਿੱਚ ਸਾਡੇ ਬਿਲਕੁਲ ਉਵੇਂ ਸਾਡੇ ਕੋਲ ਨੇ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਿੱਛੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਭਾਣਾ ਮਨ ਦਾ ਬਲ ਮਿਲਦਾ ਰਹੇ ਤੇ ਪਰਿਵਾਰ ਤਰੱਕੀਆਂ ਕਰਦਾ ਰਹੇ। ਰਮਲਾ ਸਾਹਿਬ ਦੀ ਜ਼ਿੰਦਗੀ ਦੇ ਜੇ ਝਾਤ ਮਾਰੀਏ ਤਾਂ ਇੱਕ ਬੜੀ ਵੱਡੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਖੂਨ ਦੇ ਰਿਸ਼ਤੇ
ਬਾਹਲੀ ਮਹੱਤਤਾ ਨਹੀਂ ਰੱਖਦੇ ਜਿੱਥੇ ਇਨਸਾਨੀਅਤ ਦੇ ਰਿਸ਼ਤੇ ਜੁੜੇ ਹੋਣ। ਇਨਸਾਨੀਅਤ ਦੀ ਇੱਕ ਆਪਣੀ ਮਿਸਾਲ ਹੁੰਦੀ ਹੈ। ਸੋ ਅੱਜ ਸਾਡੇ ਸਾਹਮਣੇ ਹੈ ਕਿ ਇਨਸਾਨੀਅਤ ਦੇ ਰਿਸ਼ਤੇ ਜਿਹੜੇ ਉਹ ਲੰਮਾ ਸਮਾਂ ਚੱਲਦੇ ਨੇ, ਖੂਨ ਦੇ ਰਿਸ਼ਤੇ ਪਿੱਛੇ ਵੀ ਹਟ ਜਾਂਦੇ ਨੇ, ਇੱਧਰ ਉੱਧਰ ਹੋ ਜਾਂਦੇ ਨੇ, ਪਰ ਇਨਸਾਨੀਅਤ ਜਿਹੜੀ ਆ ਉਹਦਾ ਇੱਕ ਆਪਣਾ ਮੁਕਾਮ ਹੁੰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। क्या बात है जी हरमोहन संधू जी, जो कि रमला जी तुंबी के बारे बहुत कुछ कह गए ने, तो वाकई वो गल भी सही है। मैं श्रोमणी गायक सुरिंदर छिंदा जी वालों तुहानूं सारिਆਂ ਨੂੰ जी आया कहता होया, उन्होंने मेरी ड्यूटी लाई है क्योंकि रजीमे दे विच भी नहीं आ सके, तो उन्होंने हाज़री असीं लाउने आ जी। नाल दी नाल बेनती करांगा भिंडे शाह जी, भिंडे शाह जी नूं बेनती करांगा कि वो माइक ते आके 2 मिनट वास्ते शरदा के फुल पेंट करन भिंडे शाह जी, तो उस तो बाद गुलाब सिंह जी यूके वो तैयार रहन जी। भिंडे शाह जी साडे कोल जो कि हुणे हुणे कलाकार पहुंचे है अपनी हाज़री लाने वास्ते, इस पहली बरसी के समागम में शामिल हुए है। सुख चमकीला जी, सरबजीत बब्बू जी, सरबजीत चिमटे वाली ते भजन बोली जिन्होंने कि रमला जी नाल बहुत साथ दिता है, भजन बोली जी, ते उस तो पहला भिंडे शाह जी। गुरु महाराज की हजूरी विच बैठी सारी साध संगत फतेह बुलाइए। वाहिगुरू जी का खालसा, वाहिगुरू जी की फतेह। 1 साल हो गया साढ़े कोलों रमला जी गया नूं। जदों इंसान जांदा उहदा जो भी आदतां हुंदियां ने वो इंसान दे नाल चलियां जांदियां ने। जिहड़ा कर्म कमाया हुंदा वो बाद विच सानूं दख दिंदा है। रमला साहब दा जिहड़ा प्यार है वो तुसीं देख रहे हो, बड़ी दूरों दूरों उन्हां दे सरोते, उन्हां दे सांझी, उन्हां दे मित्र बहुत दूर दूर तो चल के अज उन्हां दी बरसी ते पहुंचे ने, उन्हां दी याद नूं ताज़ा करने वास्ते। साडे बहुत सत्कारयोग ने, क्योंकि असीं तां मैं ये समझदा कि जदों भी कोई कलाकार बनदा है, जिहड़ियां इन्हां महान कलाकारां दी आवाज़ां ने वो गुड़ती का काम करदियां ने। बड़ी देन है साडे फरीदकोट नूं। मेरे नाल उन्हां दा बहुत प्यार सी, क्योंकि मैं दूरदर्शन का प्रोग्राम चलाउंदा सी, मेरे कोले वो एपीसोड चलदा सीगा, उदों मैं काफ़ी इन्हां दे गीत रिकॉर्ड कीते ते बड़ियां उन्हां तों जिंदगी के तजर्बे सीखण नूं मिले। इस गायकी लाइन दे विच किवें चलना है, किवें रहना है, की करना है। खरे बंदे सी, सच्चे बंदे सी, मूँह ते गल कहण वाले सी। साडे जिन्ने भी कलाकार परिवार साडा इत्थे पहुंचे है, गीतकार पहुंचे हुए ने, और मैं हुणे ही अंदर बैठे असीं देख रहे सी, दिंदर भदौड़ तो है वो गीत उन्होंने सारियां जिन्ना भी इतिहास है रमला साहब का उन्होंने कोले पिया। शुरू तो जो गाना उन्होंने शुरू किया उदों तक दे तवे उन्होंने कोले पे है। बड़ा मन उदों देखा जो उन्होंने तस्वीर देखी भी कैसा बंदा हुंदा, किवें किवें समा गुजरदा, किवें किवें वक्त आउंदा जिहड़ा वो गुजरी जांदा है। बहुत मान हुंदा जदों असीं उन्हां दा नाम लैंदे आ। कोई ऐसा देश नहीं होना जिथे रमला साहब की आवाज़ नहीं पहुंची। जिथे पंजाबी रहिंदे ने हर पंजाबी दे बोल रमला साहब के तकरीबन याद ने। वो कंपीटिशन अज असी भी साडे गीतां दे विच वरतदे आ। वो धुना वो तुंबी दे पोटे जिन्हें संधू साहब दस के गए ने साडे सत्कारयोग सी। और मेरी वाहिगुरू अगे साडे कलाकार परिवार वालों, गीतकारां वालों, आए हुए सारे उन्हां दे चहेतिਆਂ वालों, सारे वालों गुरु महाराज के चरणों च यही अरदास बेनती है भी जिथे भी होण, जिस रंग च होण, वो खुश रहन, जिस भी रूप च होण, जिस जामे च होण, उन्होंने अपने चरणों नाल जोड़ के रखियो। वाहिगुरू जी का खालसा, वाहिगुरू जी की फतेह।
ਪਿੰਡੇ ਸ਼ਾਹ ਜੀ ਬਹੁਤ ਹੀ ਅੱਛੇ ਢੰਗ ਦੇ ਨਾਲ ਤੁਹਾਡੇ ਨਾਲ ਵੀ ਵਿਚਾਰ ਸਾਂਝੇ ਕਰਕੇ ਗਏ ਨੇ। ਮੈਂ ਹੁਣ ਬੇਨਤੀ ਕਰੂੰਗਾ ਗੁਲਾਬ ਸਿੰਘ ਜੀ ਯੂਕੇ ਔਰ ਉਹਨਾਂ ਤੋਂ ਬਾਅਦ ਇਸ ਇਲਾਕੇ ਦੀ ਮਹਾਨ ਹਸਤੀ ਪੱਪੂ ਜੈਲਦਾਰ ਜੀ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਤਿਆਰ ਰਹਿਣ। ਔਰ ਉਸ ਤੋਂ ਬਾਅਦ ਏਸੀ ਸਾਹਿਬ ਸੁਰਜੀਤ ਸਿੰਘ ਜੀ ਭਾਣੋ ਜੇਲ੍ਹ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਤਿਆਰ ਰਹਿਣ। ਤੇ ਉਸ ਤੋਂ ਪਹਿਲਾਂ ਗੁਲਾਬ ਸਿੰਘ ਜੀ ਯੂਕੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ, ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਾਂ ਕੱਢ ਕੇ ਇੱਥੇ ਰਮਲਾ ਸਾਹਿਬ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਆਏ ਆ, ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ। ਤੇ ਇੱਕ ਮੈਂ ਕਵਿਤਾ ਲਿਖੀ ਸੀ ਰਮਲਾ ਸਾਹਿਬ ਤੇ ਉਹ ਮੈਂ ਤੁਹਾਡੇ ਰੂਬਰੂ ਕਰਦਾ ਵਾਂ, ਮੈਨੂੰ ਬੜੀ ਉਮੀਦ ਆ ਉਹ ਤੁਹਾਨੂੰ ਬਹੁਤ ਚੰਗੀ ਲੱਗੇਗੀ। ਹਾਂਜੀ, ਕਹਿੰਦੇ ਦੁਗਾਣਾ ਗਾਇਕੀ ਦਾ ਬਾਬਾ ਭੋੜ ਸੀ ਰਮਲਾ, ਦੁਗਾਣਾ ਗਾਇਕੀ ਦਾ ਬਾਬਾ ਭੋੜ ਸੀ ਰਮਲਾ, ਪੇਂਡੂ ਸੱਭਿਆਚਾਰ ਦਾ ਇੱਕ ਜੋੜ ਸੀ ਰਮਲਾ, ਬੜਾ ਕੀਮਤੀ ਸੱਭਿਆਚਾਰ ਸੁਣਾਉਣ ਵਾਲਾ, ਸਸਤੇ ਭਾਅ ਵੇਚਣ ਵਾਲਾ ਕਰਤਾਰ ਸੀ ਰਮਲਾ, 50 ਸਾਲ ਸੱਭਿਆਚਾਰ ਦੀ ਝੋਲੀ ਪਾਏ, 50 ਸਾਲ ਸੱਭਿਆਚਾਰ ਦੀ ਝੋਲੀ ਪਾਏ, ਖੁਦ ਵਿੱਚ ਇੱਕ ਮਿਸਾਲ ਸੀ ਰਮਲਾ, ਖੁਦ ਵਿੱਚ ਇੱਕ ਮਿਸਾਲ ਸੀ ਰਮਲਾ, ਇੱਕ ਇੱਕ ਗੀਤ ਉਸ ਦਾ ਲੋਕ ਗੀਤ ਬਣਿਆ, ਇੱਕ ਇੱਕ ਗੀਤ ਉਸ ਦਾ ਲੋਕ ਗੀਤ ਬਣਿਆ, ਪੇਂਡੂ ਅਖਾੜਿਆਂ ਦਾ ਉਹ ਸ਼ਿੰਗਾਰ ਸੀ ਰਮਲਾ, ਪੇਂਡੂ ਅਖਾੜਿਆਂ ਦਾ ਉਹ ਸ਼ਿੰਗਾਰ ਸੀ ਰਮਲਾ, ਲਾਲਚ ਝੂਠ ਤੋਂ ਪਰਹੇਜ਼ ਸੀ ਕਰਦਾ, ਲਾਲਚ ਝੂਠ ਤੋਂ ਪਰਹੇਜ਼ ਸੀ ਕਰਦਾ, ਸੱਚ ਦਾ ਆਸ਼ਿਕ ਯਾਰ ਸੀ ਰਮਲਾ, ਸੱਚ ਦਾ ਆਸ਼ਿਕ ਯਾਰ ਸੀ ਰਮਲਾ, ਬੱਚੇ ਬੁੱਢੇ ਜਵਾਨਾਂ ਰੱਜ ਕੇ ਸੁਣਿਆ, ਸਭ ਨੂੰ ਦਿਲੋਂ ਕਰਦਾ ਪਿਆਰ ਸੀ ਰਮਲਾ, ਸਭ ਨੂੰ ਦਿਲੋਂ ਕਰਦਾ ਪਿਆਰ ਸੀ ਰਮਲਾ, ਤਰਜਾਂ ਵਿੱਚ ਉਸ ਦਾ ਨਾ ਸਾਨੀ ਕੋਈ, ਤਰਜਾਂ ਵਿੱਚ ਉਸ ਦਾ ਨਾ ਸਾਨੀ ਕੋਈ, ਚੰਗੇ ਗੀਤ ਦੀ ਚੋਣ ਕਰਦਾ ਬੇਸ਼ੁਮਾਰ ਸੀ ਰਮਲਾ, ਸਟੇਜੀ ਦੁਨੀਆ ਤੋਂ ਵੱਖਰਾ, ਕਿ ਇੱਕ ਸਟੇਜ ਦੀ ਦੁਨੀਆ ਹੁੰਦੀ ਆ ਉਹ ਤੋਂ ਵੱਖਰਾ ਉਹਨਾਂ ਵਿੱਚ ਕੀ ਸੀਗਾ ਜਿਹੜਾ ਮੈਂ ਦੇਖਿਆ, ਸਟੇਜੀ ਦੁਨੀਆ ਤੋਂ ਵੱਖਰਾ ਰੱਬ ਦੇ ਬੜਾ ਕਰੀਬ ਸੀ ਰਮਲਾ, ਕਿਉਂ ਜਦੋਂ ਵੀ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਸੀਗੀ ਨਾ ਤੇ 10 ਸ਼ਬਦਾਂ ਦੇ ਵਿੱਚੋਂ ਇੱਕ ਸ਼ਬਦ ਬਾਬਾ ਸ਼ੇਖ ਫਰੀਦ ਜੀ ਦਾ ਉਹਨਾਂ ਦੇ ਮੂੰਹ ਚ ਨਿਕਲਦਾ ਸੀਗਾ ਜਾ, ਬੜਾ ਮੈਂ ਉਹਨਾਂ ਨੂੰ ਦਿਲੋਂ ਉਹਨਾਂ ਦਾ ਮੈਂ ਫੈਨ ਆ, ਤੇ ਉਹਨਾਂ ਦੀ ਕਿਤੇ ਸਟੇਜੀ ਦੁਨੀਆ ਤੋਂ ਵੱਖਰਾ ਰੱਬ ਦੇ ਬੜਾ ਕਰੀਬ ਸੀ ਰਮਲਾ, ਸੁਰਖਪੁਰੀ ਕਹੇ ਖੁਦ ਅੱਖੀ ਤੱਕਿਆ, ਬਾਬਾ ਸ਼ੇਖ ਫਰੀਦ ਦਾ ਬੜਾ ਮੁਰੀਦ ਸੀ ਰਮਲਾ, ਬਾਬਾ ਸ਼ੇਖ ਫਰੀਦ ਦਾ ਬੜਾ ਮੁਰੀਦ ਸੀ ਰਮਲਾ। ਤੇ ਮੈਂ ਆਪਣੀ ਭੈਣ ਨਵਜੋਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਵਾ ਇੱਥੇ ਬੁਲਾਇਆ ਵਾ, ਤੇ ਮੈਂ ਹਮੇਸ਼ਾ ਨਾਲ ਰਿਣੀ ਰਹੂੰਗਾ, ਤੇ ਮੈਂ ਆਪਣੀ ਭੈਣ ਨੂੰ ਹਮੇਸ਼ਾ ਇਹਨਾਂ ਦੀ ਸਪੋਰਟ ਕਰਦਾ ਰਹੂੰਗਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਹਾਜ਼ਰੀ ਜਿਹੜੀ ਕਿ ਸ਼ਰਧਾ ਦੇ ਫੁੱਲ ਪੇਂਟ ਕਰਨਗੇ ਪੱਪੂ ਜੀ, ਉਸ ਤੋਂ ਪਹਿਲਾਂ ਅਰਦਾਸ ਹੋਣ ਲੱਗੀ ਹੈ ਜੀ। ਉਸ ਤੋਂ ਬਾਅਦ ਬਾਰੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਸਾਡਾ ਫਰਜ਼ ਨਹੀਂ ਬਣਦਾ, ਇਸ ਕਰਕੇ ਰਵਾਨਗੀ ਦਿੱਤੀ ਹੈ। ਤੇ ਹੁਣ ਆਪਾਂ ਬੈਠਦੇ ਹਾਂ ਕਿਉਂਕਿ ਸਮਾਂ ਇੰਨਾ ਲੰਬਾ ਚੌੜਾ ਆਪਾਂ ਲੈਣਾ ਨਹੀਂ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿੰਨੀਆਂ ਕੁੜੀਆਂ ਨੇ ਅੱਜ ਦਿਨ ਤੱਕ ਰਮਲਾ ਜੀ ਦੇ ਨਾਲ ਗਾਇਆ, ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਸਾਡੇ ਕੋਲ ਇਸ ਵੇਲੇ ਊਸ਼ਾ ਕਿਰਨ ਜੀ, ਊਸ਼ਾ ਕਿਰਨ ਜੀ ਜਿਨ੍ਹਾਂ ਨੇ ਗੀਤ ਚਾਰ ਕੀ ਗਾਏ ਆ, ਲੇਕਿਨ ਰਮਲਾ ਜੀ ਉਹਨਾਂ ਨੂੰ ਬਹੁਤ ਵੱਡਾ ਮੁਕਾਮ ਹਾਸਲ ਕਰਕੇ ਦੇ ਗਏ ਆ। ਇਹ ਚਾਰੇ ਦੇ ਚਾਰੇ ਹਿੱਟ ਹੋਏ ਆ। ਬੈਠੇ ਜੀ ਸਾਹਮਣੇ ਪੱਪੂ ਜੀ, ਤੇ ਇਸੇ ਤਰ੍ਹਾਂ ਬੈਠੇ। ਹੁਣ ਮੈਂ ਬੇਨਤੀ ਕਰਾਂਗਾ ਪੱਪੂ ਜੈਲਦਾਰ ਜੀ ਸੁਖਨਾ, ਪਿੰਡ ਸੁਖਨਾ ਤੋਂ, ਉਹ ਤੁਹਾਡੇ ਨਾਲ ਦੋ ਸਾਂਝੇ ਕਰਨਗੇ। ਪੱਪੂ ਜੈਲਦਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਕਰਤਾਰ ਸਿੰਘ ਰਮਲਾ ਦੀ ਪਹਿਲੀ ਬਰਸੀ ਤੇ ਇਕੱਠੀ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੋ, ਕਰਤਾਰ ਸਿੰਘ ਜੀ ਰਮਲਾ ਬਹੁਤ ਚੰਗੇ ਇਨਸਾਨ ਸਨ। ਮੇਰਾ ਉਹਨਾਂ ਨਾਲ ਕੋਈ 14-15 ਸਾਲ ਤੋਂ ਬਹੁਤ ਹੀ ਪਿਆਰ ਸੀਗਾ। ਅਸੀਂ 30 ਜਨਵਰੀ 2020 ਨੂੰ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਆਏ ਤੇ ਅਸੀਂ ਗੱਲਾਂ ਬਾਤਾਂ ਕਰਨ ਲੱਗ ਪਏ। ਮੈਂ ਕਿਹਾ, ਰਮਲਾ ਸਾਹਿਬ ਤੁਹਾਡੀ ਉਮਰ ਕਿੰਨੀ ਹੈ? ਆਂਦੇ ਵੀ ਮੇਰੀ ਉਮਰ ਜੈਲਦਾਰ ਸਾਹਿਬ ਹੈ 73 ਸਾਲ। ਮੈਂ ਕਿਹਾ ਜੀ ਤੁਸੀਂ ਲੱਗਦੇ 40 ਸਾਲ ਦੇ ਆ ਬਿਲਕੁਲ। ਉਹ ਆਂਦੇ ਵੀ ਮੇਰੀ ਸੇਵਾ ਲੜਕੀ ਨਵਜੋਤ ਰਾਣੀ ਬਹੁਤ ਜ਼ਿਆਦਾ ਕਰਦੀ ਹੈਗੀ ਹੈ ਤੇ ਉਹਨਾਂ ਨੇ ਇਹਨਾਂ ਨੂੰ ਬਹੁਤ ਸਲਾਹਿਆ। ਫਿਰ ਉਹਨਾਂ ਦਾ ਪ੍ਰੋਗਰਾਮ ਸੀਗਾ 29 ਜਨਵਰੀ ਨੂੰ ਪਿੰਡ ਦਿਆਉਣ। ਸਾਨੂੰ ਕਹਿਣ ਲੱਗੇ ਵੀ ਜੈਲਦਾਰ ਸਾਹਿਬ ਤੁਸੀਂ ਉੱਥੇ ਜ਼ਰੂਰ ਆਓ। ਮੈਂ ਆਖਿਆ, ਰਮਲਾ ਸਾਹਿਬ ਅਸੀਂ ਜਿਹੜੇ ਤੁਹਾਡੇ ਪ੍ਰੋਗਰਾਮ ਨਾਲ ਰੌੜਾ 'ਚ ਵੇਖੇ ਆ ਜਾਂ ਅਸੀਂ ਵੇਖੇ ਹੈਗਾ ਮੰਨ ਲਓ ਵੀ ਟੂਰਨਾਮੈਂਟਾਂ ਤੇ ਮੇਲਿਆਂ ਤੇ, ਉਹਦੇ ਨਹੀਂ ਕੁਝ ਵੀ ਹੈਗਾ ਵੀ ਨਹੀਂ ਮੈਂ ਗੁੱਸਿਆਂ ਤੇ ਤੁਸੀਂ ਆਓ। ਅਸੀਂ ਜੀ ਪਿੰਡ ਦਿਆਉਣ ਗਏ। ਉੱਥੇ ਸਰਦਾਰ ਅਲਬੇਲ ਸਿੰਘ ਬਰਾੜ ਨਾਲ ਮੇਲ ਹੋਇਆ, ਉਹਨਾਂ ਦਾ ਪਿੰਡ ਸੀਗਾ। ਇਸ ਕਰਕੇ ਰਮਲਾ ਸਾਹਿਬ ਸਾਡੀ ਬਹੁਤ ਇੱਜ਼ਤ ਕਰਦੇ ਸੀ। ਪ੍ਰਮਾਤਮਾ ਜਿੱਥੇ ਵੀ ਹੈਗੇ ਆ ਉਹਨਾਂ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਪਿੱਛੇ ਸਾਡੀ ਭੈਣ ਨਵਜੋਤ ਰਾਣੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇੰਨੀਆਂ ਗੱਲਾਂ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਪੂ ਜੈਲਦਾਰ ਜੀ ਬਹੁਤ ਅੱਛੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਕੇ ਗਏ ਆ, ਲੇਕਿਨ ਇੱਕ ਉਹ ਸ਼ਖਸੀਅਤ ਸਾਡੇ ਕੋਲ ਪਹੁੰਚੀ ਹੈ, ਕਲੀਆਂ ਦੇ ਬਾਦਸ਼ਾਹ, ਜੋ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਚੱਲੇਗਾ, ਕੁਲਦੀਪ ਮਾਨਕ ਸਾਹਿਬ। ਉਹਨਾਂ ਦਾ ਪਰਿਵਾਰ, ਸਾਡੇ ਵੱਡੇ ਭੈਣ ਜੀ ਸਰਬਜੀਤ ਕੌਰ ਜੀ ਸਾਡੇ ਦੁਨੀਆ ਪਹੁੰਚੇ ਹੈ। ਮੈਂ ਨਵਜੋਤ ਰਾਣੀ ਜੀ ਵੱਲੋਂ ਉਹਨਾਂ ਨੂੰ ਨਿੱਘੀ ਜੀ ਆਏ ਕਹਾਂਗਾ, ਉਹਨਾਂ ਦੇ ਸਾਰੇ ਪਰਿਵਾਰ ਨੂੰ। ਜੰਗਲਾ ਪਰਿਵਾਰ ਚੋਂ ਉਹਨਾਂ ਨੂੰ ਵੀ ਇੱਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੋਇਆ, ਸਰਬਜੀਤ ਚਿਮਟੇ ਵਾਲੀ। ਉਹਨਾਂ ਨੂੰ ਸੁੱਖ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚੇ ਨੇ। ਅਸੀਂ ਉਹਨਾਂ ਨੂੰ ਵੀ ਨਿੱਘੀ ਜੀ ਆਏ ਕਹਿੰਦੇ ਹਾਂ। ਮੈਂ ਇੱਕ ਬੇਨਤੀ ਕਰਾਂਗਾ, ਮਿੱਠੂ ਸਾਹਿਬ, ਅਵਤਾਰ ਸਿੰਘ ਜੀ, ਕਿਉਂਕਿ ਇਹ ਬੱਚੀ ਹੈ। ਅੱਜ ਅਸੀਂ ਰਮਲਾ ਜੀ ਦੀ ਪਹਿਲੀ ਵਰਸੀ ਸਮਾਗਮ ਮਨਾ ਰਹੇ ਹਾਂ। ਉਹ ਕੁਝ ਹਾਲਾਤਾਂ ਦਾ ਤਾਂ ਸਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ, ਲੇਕਿਨ ਅਸੀਂ ਨੂੰ ਹੋਰ ਉੱਚ ਕੋਟੀ ਤੇ ਲੈ ਕੇ ਜਾਣਾ ਹੈ। ਇਸ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਨਵਜੋਤ ਰਾਣੀ ਦੇ ਇਸ ਸਮਾਗਮ ਨੂੰ ਆਏ ਸਾਲ ਆਪਾਂ ਉੱਪਰ ਤੋਂ ਉੱਪਰ ਲੈ ਕੇ ਜਾਣਾ, ਜਿਹਦੇ ਵਿੱਚ ਤੁਹਾਡੇ ਵਰਗੀਆਂ ਮਹਾਨ ਹਸਤੀਆਂ ਦਾ ਸਹਿਯੋਗ ਦੀ ਸਾਨੂੰ ਬਹੁਤ ਵੱਡੀ ਲੋੜ ਹੈ। ਸੋ ਮੇਰੀ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਚੱਲਣਾ। ਕੋਈ ਵੀ ਪਰਮਾਤਮਾ ਮੁਸ਼ਕਲ ਨਾ ਲਿਆਵੇ, ਉਹਨਾਂ ਔਕੜਾਂ ਦੇ ਵਿੱਚੋਂ ਜੇ ਕੋਈ ਆਦਤ ਜਾਂਦੀ ਹੈ ਤੁਸੀਂ ਪਾਰ ਕੱਢਣਾ। ਸੱਚੇ ਰਾਹ ਤੇ ਚੱਲਣ ਵਾਲੇ ਕਦੇ ਨੀਵੇਂ ਤਾਂ ਹੋਏ ਨਹੀਂ, ਲੇਕਿਨ ਸਹਾਰੇ ਦੀ ਲੋੜ ਜ਼ਰੂਰ ਹੁੰਦੀ ਹੈ। ਸੋ ਮੇਰੀ ਇਹ ਵੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਰਮਲਾ ਜੀ ਦਾ ਬੁੱਤ, ਅਗਰ ਆਪਾਂ ਸਾਰੇ ਮਹਾਨ ਹਸਤੀਆਂ ਫਰੀਦਕੋਟ ਦੀਆਂ ਰਲ ਕੇ ਕਾਰਪੋਰੇਸ਼ਨ ਦੇ ਚਰਨਾਂ 'ਚ ਬੇਨਤੀ ਕਰੀਏ, ਡੀਸੀ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਾਨੂੰ ਕੋਈ ਐਸੀ ਜਗ੍ਹਾ ਦਿਓ ਇਹ ਬੁੱਤ ਲਾਉਣ ਵਾਸਤੇ, ਜਿੱਥੇ ਕਿ ਰਮਲਾ ਜੀ ਦੇ ਪ੍ਰਸ਼ੰਸਕ ਆਉਂਦੇ ਜਾਂਦੇ ਉਹਨਾਂ ਦੇ ਚਿਹਰੇ ਨੂੰ ਦੇਖ ਸਕਣ। ਇਹ ਮੇਰੀ ਬੇਨਤੀ ਹੈ, ਜੇ ਹੋ ਸਕਦਾ ਤਾਂ ਇਹਨਾਂ ਕੋਈ ਉਪਰਾਲਾ ਆਪਾਂ ਰਲ ਮਿਲ ਕੇ ਕਰੀਏ। ਸਪੀਕ ਸਾਹਿਬ ਨੂੰ ਜ਼ਰੂਰ ਕਹਿਣਾ ਤੇ ਡੀਸੀ ਸਾਹਿਬ ਦੇ ਕੋਲ ਤੁਸੀਂ ਆਪ ਜਾ ਕੇ ਆਓ। ਇਹ ਕੰਮ ਮੈਂ ਇੱਕ ਤੁਹਾਡੀ ਡਿਊਟੀ ਲਵਾਂਗਾ, ਛੋਟਾ ਬੱਚਾ ਸਮਝ ਲਓ, ਛੋਟਾ ਭਰਾ ਸਮਝ ਲਓ, ਇੱਕ ਮੈਂ ਆਪਣੇ ਵੱਲੋਂ ਤੁਹਾਡੀ ਡਿਊਟੀ ਲਾ ਰਿਹਾ ਜੀ। ਸੋ ਹੁਣ ਮੈਂ ਬੇਨਤੀ ਕਰਾਂਗਾ ਏਸੀ ਸਾਹਿਬ ਸਰਦਾਰ ਬਹਾਦਰ ਸਾਹਿਬ ਸੁਰਜੀਤ ਸਿੰਘ ਜੀ, ਠੀਕ ਹੈ ਜੀ। ਅਰਦਾਸ ਕਰਨੀ ਸੁਹਾਏ अर्जन हार को बिंदु सिमरो श्री हराय श्री हरि कृष्ण की आइए डिटे सब जाए तेग बहादुर सूर्य करना उनकी आवे ताए सपने सुहाय दसवें पातशाह साहब श्री गुरु गोबिंद सिंह साहब की कल की धारे सपने सुहाय दसवें पातशाह की जोत साहब श्री गुरु ग्रंथ साहब जी के पाठ दर्शन दीदार दा ते अंतर के खालसा साहब बोलो जी। इन माणिया की मानस गुरु ने ताणिया की ताणनी ऊटियां की ऊट ने आसरिया के आसरे तंतन साहब श्री गुरु ग्रंथ साहब जी महाराज गुरबाणी की मां माता अनुसार फरीदा दरियावे कने बगला बैठा केल करेंदे अंज नूं चिंते बाज पाए तो रब दे केला विचरियां जो मन चेतन चेते सन सो गाली रब कीआं सतगुरु जी उन्हां दे जाण तो बाद जो रमला जी की याद नूं ताज़ा करदे होया
ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਉਹਨਾਂ ਦੀ ਮੂਰਤੀ ਤਿਆਰ ਕੀਤੀ ਹੈ। ਪਾਤਸ਼ਾਹ ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਸੁਣੀ ਕਰਿਓ, ਸੱਤੇ ਰਹਿਮਤਾਂ ਭਰਿਆ ਹੱਥ ਰੱਖਿਓ, ਸੁਖ ਹੋਵੇ ਨਾਨਕ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਲਓ ਲੋਕਾਂ ਨੂੰ ਇੱਧਰ ਸਾਈਡ ਤੇ ਸਾਈਡ ਹੋ ਭਾਈ ਜੀ ਅੱਗੇ ਨਾ ਖੜ ਜਾਓ, ਤੁਸੀਂ ਅੱਗੇ ਖੜ ਕੇ ਆ ਕੇ ਭਾਈ ਸਾਹਿਬ ਅੱਗੇ ਨਾ ਖੜੋ। ਭਾਈ ਸਾਹਿਬ ਅੱਗੇ ਨਾ ਖੜੋ ਜੀ ਆ ਕੇ, ਅੱਗੇ ਖੜ ਜਾਂਦੇ ਆ ਆ ਕੇ ਲੰਘ ਜਾਵੇ। ਚਲੋ ਉੱਥੇ ਚਲੋ, ਖੜੇ ਕੋਲ ਨਾ ਖੜੋ ਪਰ ਚਲੋ ਦੋਨੋਂ ਪਾਸੇ ਪਾਸੇ ਹੋ ਗਈ ਹੋ ਗਈ ਹੋ ਅੱਗੇ ਸਾਈਡ ਤੇ ਜੀ ਬਚ ਕੇ ਮੈਂ ਕੋਈ ਨਹੀਂ ਬਾਜ ਆਈ ਬਾਬਾ ਜੀ ਸਾਈਡ ਤੇ ਅੱਗੇ ਨਾ ਖੜ ਕੇ ਦਿੱਤਾ ਅੱਗੇ ਜ਼ਰੂਰ ਪੈਣਾ ਕੋਈ ਪਿੱਛੋਂ ਬੜਾ ਪਿੱਛੇ ਖੜ ਜਾਣਾ ਕੀ ਗੱਲ ਕਰਦੇ ਬੇਨਤੀ ਬਾਈ ਹੁਣ ਮੈਂ ਬੇਨਤੀ ਕਰਾਂਗਾ ਵੀ ਜਿਹਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਬੈਠ ਜਾਓ ਤੇ ਅਸੀਂ ਇੱਕ ਛੋਟੀ ਜਿਹੀ ਮਾਨ ਸਨਮਾਨ ਦੀ ਰਸਮ ਅਦਾ ਕਰਨ ਜਾ ਰਹੇ ਹਾਂ। ਅਵਤਾਰ ਸਿੰਘ ਜੀ ਮਿੱਠੜੀ ਸਾਹਿਬ ਦੀ ਤਰਫੋਂ ਡਾਕਟਰ ਅਵਤਾਰ ਸਿੰਘ ਜੀ ਮਿੱਠੜੀ, ਗੁਲਾਬ ਸਿੰਘ ਜੀ ਪੁੱਟੀਵਾਲਾ, ਰੇਸ਼ਮ ਸਿੰਘ ਜੀ ਪੁੱਟੀਵਾਲਾ, ਪ੍ਰਿੰਸੀਪਲ ਜਰਨੈਲ ਸਿੰਘ ਜੀ ਪੱਪੂ ਜੀ, ਫਰਮਾਨ ਨਵਜੋਤ ਰਾਣੀ ਜੀ, ਉਹਨਾਂ ਨੂੰ ਬੇਨਤੀ ਕਰਾਂਗਾ ਹਾਂ ਨਿੱਕਾ ਦਰਦੀ ਉਹ ਵੀ ਇੱਕ ਬੁਲੰਦਵਾਦ ਸੀ ਤੇ ਉਹਨਾਂ ਦੇ ਵਾਈਫ ਉਹ ਸਾਡੇ ਕੋਲ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਸਮਤਲਾ ਜੀ ਉਹ ਵੀ ਅੱਗੇ ਆ ਜਾਣ ਜੀ। ਇੱਥੇ ਅੱਗੇ ਆ ਜਾਓ। ਹਾਂਜੀ ਪਿੱਛੇ ਥੋੜਾ ਜਿਹਾ ਤੁਸੀਂ ਪਿੱਛੇ ਹੋ ਥੋੜਾ ਜਿਹਾ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਲਾਬ ਸਿੰਘ ਜੀ ਨੂੰ ਬੇਨਤੀ ਕਰਾਂਗਾ ਕੋਲ ਆ ਜਾਣ ਜੀ ਗੁਲਾਬ ਸਿੰਘ ਜੀ। ਜਾਣਾ ਨਹੀਂ ਜੀ, ਜਾਣਾ ਨਹੀਂ, 1 ਮਿੰਟ ਆ ਜਾਓ ਸਰ ਜੀ। ਪੱਪੂ ਜੀ ਗੁਲਾਬ ਸਿੰਘ ਜੀ ਜਿਹੜੇ ਉਹਨਾਂ ਨੇ ਦੁਆਵਾਂ ਮੰਗਦੇ ਆ ਕਿ ਹਮੇਸ਼ਾ ਵਾਸਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਗੁਲਾਬ ਸਿੰਘ ਜੀ ਯੂਕੇ ਤੋਂ ਸਾਹਮਣੇ ਆ ਜਾਓ, ਸਾਹਮਣੇ। ਹਾਂਜੀ ਸਾਹਮਣੇ ਹੋ ਜੀ। ਇਧਰ ਬਈ ਕੀ ਕਰੀ ਜਾਂਦੇ ਬੋਲੇ ਸੋ ਨਿਹਾਲ। ਅਵਤਾਰ ਸਿੰਘ ਜੀ ਉੱਥੇ ਬੋਲਦੇ ਜੀ ਪਿੱਛੇ ਹੋ। ਉਹਨਾਂ ਦੀ ਪਹਿਲੀ ਬਰਸੀ ਤੇ ਪਹੁੰਚੀ ਹੋਏ ਸਮੂਹ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੇਲੇ ਬੀਬਾ ਨਵਜੋਤ ਰਾਣੀ ਜੀ ਤੇ ਉਹਨਾਂ ਦੇ ਨਾਲ ਊਸ਼ਾ ਕਿਰਨ ਜੀ ਤੇ ਸਾਡੀ ਭੈਣ ਸਰਬਜੀਤ ਚਿਮਟੇ ਵਾਲੀ, ਸਾਡੀ ਭੈਣ ਸ਼੍ਰੀ ਕੁਲਦੀਪ ਮਾਨਕ ਜੀ ਕਲੀਆਂ ਦੇ ਬਾਦਸ਼ਾਹ, ਉਹਨਾਂ ਦੇ ਜਿਹੜੇ ਹੈ ਧਰਮ ਪਤਨੀ ਸਰਬਜੀਤ ਕੌਰ ਮਾਨਕ, ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਹੈ। ਸੋ ਇਸ ਵੇਲੇ ਗੁਲਾਬ ਸਿੰਘ ਜੀ ਯੂਕੇ ਵਾਲੇ, ਉਹਨਾਂ ਵੱਲੋਂ ਦਾਸ ਡਾਕਟਰ ਅਵਤਾਰ ਸਿੰਘ ਜੀ ਮਿੱਠੜੀ, ਗੁਲਾਬ ਸਿੰਘ ਜੀ ਭੁੱਟੀ ਵਾਲਾ, ਪ੍ਰਿੰਸੀਪਲ ਜਰਨੈਲ ਸਿੰਘ ਜੀ ਤੇ ਰੇਸ਼ਮ ਸਿੰਘ ਜੀ ਭੁੱਟੀ ਵਾਲਾ। ਸੋ ਸਾਡੇ ਦਰਮਿਆਨ ਪੱਪੂ ਜੀ, ਸਾਰਿਆਂ ਨੇ ਜਿਹੜਾ ਹੈਗਾ ਬੀਬਾ ਨਵਜੋਤ ਰਾਣੀ ਦਾ ਤੇ ਊਸ਼ਾ ਕਿਰਨ ਜੀ, ਸਰਬਜੀਤ ਕੌਰ ਮਾਨਕ, ਸਾਰਿਆਂ ਦਾ ਜਿਹੜਾ ਸਰਬਜੀਤ ਕੌਰ ਚਿਮਟੇ ਵਾਲੀ, ਇਹਨਾਂ ਦਾ ਮਾਨ ਸਨਮਾਨ ਕਰਿਆ ਹੈ। ਸੋ ਇਸ ਵੇਲੇ ਪਰਿਵਾਰ ਵੱਲੋਂ ਆਪ ਸਾਰੀ ਸੰਗਤ, ਸਾਡੇ ਚੈਨਲ ਵਾਲੇ ਵੀਰ ਪਹੁੰਚੇ ਹੋਏ ਹੈ, ਪ੍ਰੈਸ ਰਿਪੋਰਟਰ ਪਹੁੰਚੇ ਹੋਏ ਹੈ। ਸੋ ਸਾਡੇ ਗਾਇਕ ਜਿਹੜੇ ਹੈ, ਕਲਾਕਾਰ ਵੀਰ, ਉਹ ਵੀ ਸਾਡੇ ਦਰਮਿਆਨ ਇੱਥੇ ਪਹੁੰਚੇ ਹੋਏ ਹੈ, ਗੀਤਕਾਰ ਵੀ ਪਹੁੰਚੇ ਹੋਏ ਹੈ, ਇਲਾਕੇ ਦੇ ਲੀਡਰ ਸਾਹਿਬਾਨ, ਪੰਚ ਸਰਪੰਚ ਚੇਅਰਮੈਨ ਸਾਰੇ ਪਹੁੰਚੇ ਹੋਏ ਹੈ। ਮੈਂ ਆਪਣੇ ਵੱਲੋਂ, ਪਰਿਵਾਰ ਵੱਲੋਂ, ਉਹਨਾਂ ਦੇ ਸੱਜਣਾ ਮਿੱਤਰਾਂ ਵੱਲੋਂ, ਸਾਰੀ ਸੰਗਤ ਦਾ ਪਹੁੰਚੀ ਹੋਈ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸੋ ਸੱਚੇ ਪਾਤਸ਼ਾਹ ਰਮਲਾ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਸਾਨੂੰ ਜਿਹੜੀ ਹੈ ਐਤਕਾਂ ਦਾ ਜਿਹੜਾ ਕਰੋਨਾ ਦਾ ਕਰਕੇ ਜਿਹੜੀ ਅਸੀਂ ਹੈ ਥੋੜੀ ਜੀ 200 ਮੇਰੇ ਖਿਆਲ ਚ ਅਸੀਂ ਬੰਦੇ ਦਾ ਇਕੱਠ ਆ ਜਿਹੜਾ ਉਹਦੀ ਪਰਮਿਸ਼ਨ ਲਈ ਹੋਈ ਸੀ, ਤੇ ਅੱਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਜਿਹੜੀ ਉਹਨਾਂ ਦੀ ਬਰਸੀ ਹੈ ਬੜੀ ਧੂਮ-ਧਾਮ ਨਾਲ ਮਨਾਇਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬਲ ਬਖਸ਼ਣ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਦਾ, ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਹਾਂਜੀ ਭੈਣ ਜੀ ਹੋਰਾਂ ਨੂੰ, ਗੁਲਾਬ ਸਿੰਘ ਜੀ ਯੂਕੇ ਤੋਂ 50,000 ਰੁਪਏ ਦੀ ਜਿਹੜੀ ਹੈ ਮਾਨ ਸਨਮਾਨ। ਗੁਲਾਬ ਸਿੰਘ ਜੀ ਯੂਕੇ, ਗੁਲਾਬ ਸਿੰਘ ਜੀ ਯੂਕੇ ਤੋਂ 50,000 ਰੁਪਏ ਦਾ ਸਨਮਾਨ ਬੀਬਾ ਨਵਜੋਤ ਰਾਣੀ ਨੂੰ ਕਰ ਰਹੇ ਆ, ਉਹਨਾਂ ਦਾ ਧੰਨਵਾਦ। ਸੋ ਸਾਡੇ ਵੀਰ ਬਲਤੇਜ ਸਿੰਘ ਸਰਾਹ ਜੀ, ਉਹ ਵੀ ਜਿਹੜਾ ਨਵਜੋਤ ਰਾਣੀ ਦਾ ਮਾਨ ਸਨਮਾਨ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਹੈ। ਸੋ ਅਸੀਂ ਬਲਤੇਜ ਸਿੰਘ ਸਰਾਹ, ਇਹਨਾਂ ਦਾ ਵੀ ਜਿਹੜਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਅਸੀਂ ਸਾਰੇ ਜਿਹੜੇ ਸੱਜਣ ਮਿੱਤਰ ਹੈ, ਜਿੰਨੇ ਪਹੁੰਚੇ ਹੋਏ ਆ, ਸਾਰੀ ਸੰਗਤ ਦੇ ਰੂਪ ਵਿੱਚ ਮੈਂ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਜਿਵੇਂ ਅੱਜ ਆਪਾਂ ਪਹੁੰਚੇ ਹਾਂ ਹਰ ਸਾਲ, ਕਿਉਂਕਿ ਜਿਹੜੇ ਰਮਲਾ ਸਾਹਿਬ ਹੈ ਉਹ ਬੇਸ਼ੱਕ ਸਰੀਰਕ ਕਰਕੇ ਸਾਡੇ ਕੋਲੇ ਨਹੀਂ ਰਹੇ, ਲੇਕਿਨ ਜਿਹੜੇ ਉਹਨਾਂ ਦੇ ਬੋਲ ਹੈ ਉਹ ਰਹਿੰਦੀ ਦੁਨੀਆ ਤੱਕ ਜਿਹੜੇ ਸਾਡੇ ਕੰਨਾਂ ਦੇ ਵਿੱਚ ਵੱਜਦੇ ਰਹਿਣਗੇ। ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਉਂਦੇ ਸਾਲ ਨੂੰ ਬਰਸੀ ਵੀ ਮਨਾਉਣੀ ਹੈ ਧੂਮ-ਧਾਮ ਦੇ ਨਾਲ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ, ਮੈਂ ਇਹੀ ਗੱਲ ਚਾਹੁੰਦਾ ਸੀ, ਔਰ ਮੈਂ ਵੀ ਇਹ ਗੱਲ ਦਾਅਵੇ ਨਾਲ ਕਹਿ ਰਿਹਾ
ਕਿ ਨਵਜੋਤ ਰਾਣੀ ਜੀ ਅੱਧੀ ਰਾਤ ਨੂੰ ਆਵਾਜ਼ ਮਾਰਨਾ ਸੀ ਇਹਨਾਂ ਦੇ ਨਾਲ ਹੈ, ਲੁਧਿਆਣੇ ਤੋਂ ਚੱਲ ਕੇ ਕਾਫਲਾ ਬਣ ਕੇ ਆਇਆ ਕਰੇਗਾ। ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੀ ਗੱਲਬਾਤ ਹੈ, ਅਸੀਂ ਇਸ ਸਮਾਗਮ ਨੂੰ ਬੜੇ ਚੋਟੀ ਤੱਕ ਲੈ ਕੇ ਜਾਣਾ। ਅਸੀਂ ਨਾਲ ਹੈ, ਦਿਨ ਰਾਤ ਨਾਲ ਚੱਲਾਂਗੇ। ਜਿੱਥੇ ਇਹੋ ਜਿਹੀਆਂ ਹਸਤੀਆਂ ਸਾਡੇ ਨਾਲ ਨੇ ਤੇ ਸਾਨੂੰ ਘਬਰਾਉਣ ਦੀ ਲੋੜ ਨਹੀਂ, ਅਸੀਂ ਸਾਰੇ ਨਾਲ ਹੈ। ਸੋ ਆਓ ਦੋ ਬੋਲ ਹੁਣ ਮੈਂ ਬੇਨਤੀ ਕਰਾਂਗਾ ਬਲਤੇਜ ਸਰਾਂ ਜੀ ਨੂੰ ਕਿ ਉਹ ਦੋ ਬੋਲ ਸ਼ਬਦਾਂ ਤੇ ਭੇਂਟ ਕਰਨਗੇ। ਬਲਤੇਜ ਸਰਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਾਲ ਕਰਤਾਰ ਰਮਲਾ ਜੀ ਜੋ ਸਾਨੂੰ ਸਤੀਵੀ ਵਿਛੋੜਾ ਦੇ ਗਏ ਸੀ, ਉਹਨਾਂ ਦੀ ਪਹਿਲੀ ਬਰਸੀ ਤੇ ਅੱਜ ਆਉਣ ਦਾ ਮੌਕਾ ਮਿਲਿਆ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਪਿਛਲੇ 15 ਸਾਲਾਂ ਤੋਂ ਮੇਰਾ ਉਹਨਾਂ ਨਾਲ ਪਰਿਵਾਰਕ ਰਿਸ਼ਤਾ ਬਣਿਆ ਹੋਇਆ ਹੈ। ਬਹੁਤ ਮੇਰੇ ਨੇੜੇ ਦੇ ਮਿੱਤਰ ਵੀ ਰਹੇ ਨੇ। ਜਦੋਂ ਵੀ ਲੁਧਿਆਣੇ ਜਾਂਦੇ ਸੀ ਘਰ ਅਕਸਰ ਹੋ ਕੇ ਆਉਂਦੇ ਸੀਗੇ। ਬਹੁਤ ਉਹਨਾਂ ਨਾਲ ਯਾਦਾਂ ਜੁੜੀਆਂ ਹੋਈਆਂ ਨੇ। ਜੇ ਗੱਲ ਕਰਨ ਲੱਗਾ ਤਾਂ ਬਹੁਤ ਲੰਬਾ ਸਮਾਂ ਲੱਗ ਜਾਊਗਾ, ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਉਸ ਤਰ੍ਹਾਂ ਦੇ ਇਨਸਾਨ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ। ਇੱਕ ਬਹੁਤ ਉੱਚ ਕੋਟੀ ਦੇ, ਜਿਵੇਂ ਕਹਿ ਦਈਏ ਵੀ ਨਾ, ਜਿਵੇਂ ਸੰਗੀਤ ਦੀ ਸੂਝ ਰੱਖਣ ਵਾਲੇ ਇਨਸਾਨ ਸੀ। ਜਦੋਂ ਵੀ ਕਦੇ ਕੋਈ ਮੈਂ ਸਲਾਹ ਲਈ ਉਹਨਾਂ ਨੇ ਮੈਨੂੰ ਨੇਕ ਸਲਾਹ ਹੀ ਦਿੱਤੀ ਹੈ ਵੀ ਬਲਤੇਜ ਆਏ ਨਹੀਂ ਆਏ ਕਰ ਲਾ। ਪਰ ਇੱਕ ਗੱਲ ਹੋਰ ਵੀ ਮਾਣ ਹੁੰਦਾ ਹੈ ਵੀ ਅਸੀਂ ਉਸ ਇਨਸਾਨ ਦੇ ਮਿੱਤਰ ਮੰਡਲੀ ਦੇ ਵਿੱਚੋਂ ਰਹੇ ਹਾਂ ਜਿਨ੍ਹਾਂ ਨੇ ਕਿ ਜਿਸ ਵੀ ਗੀਤਕਾਰ ਨੂੰ ਗਾਇਆ ਗੀਤਕਾਰ ਹਿੱਟ ਹੋ ਗਿਆ, ਜਿਸ ਦੇ ਨਾਲ ਵੀ ਜੋ ਵੀ ਗੀਤ ਗਾਇਆ ਉਹ ਗੀਤ ਹਿੱਟ ਹੁੰਦਾ ਗਏ। ਚਾਹੇ ਪੌਪ ਦੀ ਦੁਨੀਆ ਆਈ, ਉਸ ਹਨੇਰੇ ਦੇ ਵਿੱਚ ਵੀ ਉਹ ਥੜਕੇ ਨਹੀਂ। ਉਹਨਾਂ ਦੀ ਦੁਗਾਣਾ ਗਾਇਕੀ ਦੀ ਜਿਹੜੀ ਹੈਗੀ ਧਾਕ ਹਮੇਸ਼ਾ ਵੱਜਦੀ ਰਹੀ। ਇਹ ਇੱਕ ਬਹੁਤ ਵੱਡੀ ਗੱਲ ਸੀ, ਵਿਲੱਖਣ ਗੱਲ ਸੀ। ਬਾਕੀ ਤੂੰਬੀ ਦੇ ਜਿਹੜੇ ਪੋਟੇ ਉਹ ਲਾਉਂਦੇ ਸੀ, ਮੈਂ ਤਾਂ ਨਹੀਂ ਕਹਿੰਦਾ ਵੀ ਕੋਈ ਬਹੁਤ ਲੋਕ ਤਰਸਦੇ ਨੇ ਉਹ ਚੀਜ਼ਾਂ ਨੂੰ, ਪਰ ਅਸੀਂ ਬਚਪਨ ਤੋਂ ਹੀ ਉਹਨਾਂ ਦੇ, ਮੈਂ ਤਾਂ ਮੁਰੀਦ ਹੁੰਦਾ ਸੀ, ਪਰ ਬਾਅਦ ਚੋਂ ਆ ਕੇ ਸਾਡੀ ਦੋਸਤੀ ਬਣ ਗਈ। ਕਈ ਪ੍ਰੋਗਰਾਮਾਂ 'ਚ ਵੀ ਮੈਂ ਨਾਲ ਉਹਨਾਂ ਦੇ ਜਾਂਦਾ ਰਿਹਾ ਤੇ ਚਲੋ ਅੱਜ ਉਹ ਨਹੀਂ ਰਹੇ, ਪਰ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਨਹੀਂ ਕੋਈ ਮਾਰ ਸਕਦਾ। ਚਾਹੇ ਉਹ ਜਿਸਮਾਨੀ ਤੌਰ 'ਤੇ ਸਾਡੇ ਵਿੱਚੋਂ ਚਲੇ ਗਏ ਨੇ, ਪਰ ਉਹਨਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੂਗੀ। ਔਰ ਮੈਂ ਲਵਜੋਤ ਭੈਣ ਜੀ ਨੂੰ ਮਤਲਬ ਵਿਸ਼ਵਾਸ ਦਿਵਾਉਣਾ ਹੈ ਵੀ ਜਿਸ ਤਰ੍ਹਾਂ ਉਹਨਾਂ ਦੇ ਹੁੰਦੇ ਹੋਏ ਵੀ ਅਸੀਂ ਪਰਿਵਾਰ ਦੇ ਨਾਲ ਖੜੇ ਸੀ, ਚਾਹੇ ਉਸ ਮਤਲਬ ਸਰੀਰਕ ਤੌਰ 'ਤੇ ਨਹੀਂ ਰਹੇ, ਅਸੀਂ ਹਮੇਸ਼ਾ, ਮੈਂ ਜਿੰਨੇ ਵੀ ਜੋਗਾ ਹੈਗਾ ਹਮੇਸ਼ਾ ਪਰਿਵਾਰ ਦੇ ਨਾਲ ਖੜਾ ਰਿਹਾ ਔਰ ਖੜਾ ਰਹੂੰਗਾ। ਜਿੱਥੇ ਵੀ ਮੇਰੀ ਭੈਣ ਮੇਰੀ ਡਿਊਟੀ ਲਾਊਗੀ, ਜੋ ਵੀ ਪਰਿਵਾਰ ਮੇਰੀ ਡਿਊਟੀ ਲਾਊਗਾ, ਕਮੇਟੀ ਜੋ ਵੀ ਤੁਸੀਂ ਕਰੋਗੇ, ਜਦੋਂ ਵੀ ਹਾਕ ਮਾਰੋਗੇ ਮੈਂ ਹਾਜ਼ਰ ਹੋਊਂਗਾ। ਚਾਹੇ ਅੱਧੀ ਰਾਤ ਨੂੰ ਆਵਾਜ਼ ਦਿਓ। ਇੰਨਾ ਕੁ ਕੁਝ ਕਹਿੰਦਾ ਹੋਇਆ ਮੈਂ ਆਪਦੇ ਬੰਨਿਓ ਮੇਰੇ ਉਸ ਵੀਰ ਨੂੰ, ਮੇਰੇ ਉਸ ਭਰਾ ਨੂੰ ਆਪਦੇ ਸ਼ਰਧਾ ਦਾ ਫੁੱਲ ਭੇਟ ਕਰਦਾ। ਪਰਮਾਤਮਾ ਇਸ ਤਰ੍ਹਾਂ ਦਾ ਭੈਣ, ਇਸ ਤਰ੍ਹਾਂ ਦਾ ਭਰਾ, ਇਸ ਤਰ੍ਹਾਂ ਦਾ ਪਿਓ, ਇਸ ਤਰ੍ਹਾਂ ਦਾ ਵੀਰ, ਇਸ ਤਰ੍ਹਾਂ ਦਾ ਮਿੱਤਰ ਹਰੇਕ ਨੂੰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਪ ਦੇ 4 ਪੁੱਤਰ ਹੁੰਦੇ ਆ, 3 ਅਲੱਗ ਹੋ ਜਾਂਦੇ ਆ, ਚੌਥੇ ਦੇ ਹਿੱਸੇ ਵਿੱਚ ਮਾਂ-ਬਾਪ ਆ ਜਾਂਦੇ ਆ। ਹੁਣ ਫਰਜ਼ ਉਹਦਾ ਹੈ ਕਿ ਮੈਂ ਮਾਂ-ਬਾਪ ਦੀ ਸੇਵਾ ਕਰਨੀ ਹੈ, ਇਹਨਾਂ ਦਾ ਫਲ ਮੈਂ ਲੈਣਾ ਕਿ ਨਹੀਂ ਲੈਣਾ, ਇਹ ਉਹਦੇ ਹੱਥ ਵਸ ਹੁੰਦਾ ਆ। ਜੇ ਤਾਂ ਸੇਵਾ ਕਰਦਾ ਹੈ ਮਾਂ-ਬਾਪ ਦੀ ਤਾਂ ਸਾਰਾ ਫਲ ਉਹਦੀ ਝੋਲੀ 'ਚ ਪੈ ਜਾਂਦਾ। ਇਹ ਮਿਸਾਲ ਇੱਕ ਨਵਜੋਤ ਰਾਣੀ ਦੀ ਹੈ, ਕਿਉਂਕਿ ਮੂੰਹ ਤੇ ਬੈਠੀ ਹੈ ਕੁੜੀ। ਰਮਲਾ ਜੀ ਜਦੋਂ ਲੁਧਿਆਣੇ ਆਉਂਦੇ ਹੁੰਦੇ ਸੀ, ਮੇਰੇ ਕੋਲ ਠਹਿਰਦੇ ਹੁੰਦੇ ਸੀ ਰਾਤ ਨੂੰ, ਤੇ ਹਾਸੇ ਖੇੜੇ ਦੀਆਂ ਗੱਲਾਂ ਕਰਨੀਆਂ ਤੇ ਨਾਲੇ ਕਹਿਣਾ ਕਿਸੇ ਗੱਲੋਂ ਡੋਲਣਾ ਨਹੀਂ। ਇਹਨੇ ਜੋ ਸੇਵਾ ਕੀਤੀ ਹੈ ਆਖਰੀ ਪਲਾਂ ਦੇ ਵਿੱਚ, ਮੈਂ ਫਰੀਦਕੋਟ ਦੇ ਵਿੱਚ ਇਹਨਾਂ ਦੇ ਘਰ ਰਹਿ ਕੇ ਅੱਖੀ ਦੇਖਿਆ। ਇਹ 'ਚ ਕੋਈ ਦੋ ਰਾਏ ਨਹੀਂ ਹੈ, ਕੋਈ ਜੋ ਮਰਜ਼ੀ ਕਵੇ ਨਾ ਕਵੇ, ਲੇਕਿਨ ਮੈਂ ਦਾਅਵੇਦਾਰ ਹੈਗਾ ਇਸ ਗੱਲ ਦਾ। ਇਹਨੇ ਉਸ ਘੜੀ ਦੇ ਵਿੱਚ ਬਕਵਾਸ ਕੀਤਾ ਹੈ ਜਿਸ ਤਰ੍ਹਾਂ ਕਿ ਔਖਿਆਈ ਦੇ ਵਿੱਚ ਵੀ ਸੀਗੇ ਤਾਂ ਵੀ ਉਹਨਾਂ ਨੇ ਸਾਥ ਦਿੱਤਾ। ਇਸ ਵਾਰ ਇਹ ਹਰ ਗੱਲ ਦੀ ਭਾਗੀਦਾਰ ਜਿਹੜੀ ਹੈ ਉਹ ਨਵਜੋਤ ਰਾਣੀ ਹੈ, ਨਵਜੋਤ ਰਾਣੀ ਹੈ, ਨਵਜੋਤ ਰਾਣੀ ਹੈ, ਤੇ ਅਸੀਂ ਹਮੇਸ਼ਾ ਦੇ ਨਾਲ ਹੀ ਰਵਾਂਗੇ। ਸੋ ਮੈਂ ਭਗਤ ਬੋਲੀ ਜੀ ਨੂੰ ਬੇਨਤੀ ਕਰਾਂਗਾ, ਭਗਤ ਬੋਲੀ ਜੀ ਆਓ ਦੋ। ਇੱਕ ਹੋਰ ਗੱਲ, ਹਾਂ ਦੇਖੋ ਜੀ, ਬੰਦੇ ਦੀਆਂ ਜ਼ਿੰਦਗੀ ਦੇ ਵਿੱਚ ਯਾਦਾਂ ਬੜੀਆਂ ਆਪਾਂ ਬਣਾ ਕੇ ਸ਼ੀਸ਼ੇ 'ਚ ਬਣਾ ਕੇ ਰੱਖਦੇ ਆ। ਸਰਾਂ ਸਾਹਿਬ ਮਾਂ-ਬਾਪ ਦੇ ਫੋਟੋ ਰੱਖਦੇ ਆ, ਬੜਾ ਕੁਛ ਰੱਖਦੇ, ਵੀਡੀਓ ਬਣਾ ਕੇ ਰੱਖਦੇ ਆ, ਲੇਕਿਨ ਕਲਾਕਾਰ ਦੀ ਜ਼ਿੰਦਗੀ ਹੈ ਜਿਹੜੀ ਉਹ ਇੱਕੋ ਹੀ ਯਾਦਾਸ਼ਤ ਹੁੰਦੀ ਹੈ। 1967 ਦੇ ਵਿੱਚ ਕਰਤਾਰ ਰਮਲਾ ਜੀ ਦਾ ਜੋ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ, ਪਹਿਲਾ ਗੀਤ 1967 ਦੇ ਵਿੱਚ ਇਹ ਮਾਰਕੀਟ ਦੇ ਵਿੱਚ ਆਇਆ। ਉਹਦੀ ਇੱਕ ਮਿਸਾਲ ਸਾਡਾ ਬਾਈ ਹੈ, ਆਹ ਰਿਕਾਰਡ ਸਾਂਭਿਆ ਹੋਇਆ ਜੀ, ਆ ਲੈ ਕੇ ਆਇਆ, ਦਿਖਾ ਦੇ ਬਾਈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਉਸਤਾਦ ਜੀ ਦਾ ਸਭ ਤੋਂ ਪਹਿਲਾ ਰਿਕਾਰਡ ਹੈ ਜੀ।
1960 ਦੇ ਵਿੱਚ ਇਹ ਰਿਕਾਰਡ ਹੋਇਆ ਸੀ HMV ਕੰਪਨੀ ਵਿੱਚ। ਆਹ ਫੜੀ ਮੈਂ ਇਹ ਰਿਕਾਰਡ ਦੇ ਦੋਨੇ ਪਾਸੇ ਸਰਦਾਰ ਬਾਬੂ ਸਿੰਘ ਮਾਨ ਨਾੜਾ ਵਾਲੇ ਨੇ ਲਿਖੇ ਹੋਏ ਗੀਤ। ਜਦੋਂ ਵੀ ਇਹਨਾਂ ਦਾ ਦੂਸਰਾ ਗੀਤ ਰਿਕਾਰਡ ਹੋਇਆ ਉਸਤਾਦ ਜੀ ਦਾ, ਉਹ ਹੋਇਆ ਸੀ ਰਜਿੰਦਰ ਰਾਜਨ ਜੀ ਨਾਲ। ਆਹ ਉਹਨਾਂ ਦਾ ਦੂਜਾ ਰਿਕਾਰਡ ਆ ਉਸਤਾਦ ਜੀ ਦਾ, ਇੱਥੋਂ ਸਟਾਰਟਿੰਗ ਉਹਨਾਂ ਦੀ ਹੋਈ ਸੀ। ਮੈਂ ਤਾਂ ਉਹਨਾਂ ਦੇ ਹੁਣ EP ਲਿਖਾਉਣ ਵੀਪੀ ਉਹਨਾਂ ਸਭ ਤੋਂ ਪਹਿਲਾਂ ਕਿਹੜਾ ਆਇਆ ਸੀ? ਆਹ ਉਸਤਾਦ ਜੀ ਦਾ ਸਭ ਤੋਂ ਪਹਿਲਾਂ EP ਹੈ ਜੀ। ਇਹ 'ਚ ਮਿਊਜ਼ਿਕ ਕੇਸਰ ਸਿੰਘ ਰੋਲਾ ਸੀ 1978 'ਚ ਆਇਆ ਸੀ ਉਹਨਾਂ ਸੁੱਖੀਆ ਨਾਲ। ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਦੇ ਗੀਤ ਰਿਕਾਰਡ ਆ ਉਹ ਹੂਜਾ ਸਾਹਿਬ ਦੇ ਮਿਊਜ਼ਿਕ ਚੱਲਿਆ। ਆਹ ਸਾਰੇ EP ਤੁਸੀਂ ਦੇਖ ਚੱਲੋ ਇਹ ਉਹਨਾਂ ਦੀ ਯਾਨੀ ਕਿ ਉਹ ਤੋਂ ਬਾਅਦ 440 ਹੋਈ ਹੈ 440 ਹੋਈ ਹੈ ਉਸ ਤੋਂ ਬਾਅਦ। ਸੋ ਸਾਡੇ ਦਰਮਿਆਨ ਲੁਧਿਆਣੇ ਤੋਂ ਵਿਜੇ ਮਹਿਤਾ ਜੀ ਜੋ ਕਿ ਸਪੈਸ਼ਲ ਰਾਤੀ ਮੈਨੂੰ ਫੋਨ ਆਇਆ ਕਿ ਤੁਸੀਂ ਸਵੇਰੇ ਚੱਲੋਗੇ। ਮੈਂ ਕਿਹਾ ਵੀ ਅਸੀਂ ਤਾਂ ਜਾਣਾ ਹੀ ਜਾਣਾ ਹੈ। ਉਹ ਕਹਿੰਦਾ ਮੈਂ ਆਪਣੀ ਗੱਡੀ 'ਚ ਲੈ ਕੇ ਚੱਲੂੰਗਾ, ਮੈਂ ਨਹੀਂ ਜਾਣਾ। ਤਾਂ ਉਹ ਵੀ ਆਇਆ। ਮੈਂ ਵਿਜੇ ਮਹਿਤਾ ਜੀ ਦਾ ਵੀ ਕੁਝ ਸੋਚ ਕਰਾਂਗਾ। ਹਾਂ LP ਜੀ 12 ਗੀਤਾਂ ਵਾਲੇ 18 ਗੀਤਾਂ ਵਾਲੇ। ਇਹ ਸਾਰੇ LP ਜਿਹੜੇ ਰਿਕਾਰਡ ਹੋਏ ਹਾਂ ਜਦੋਂ ਪੱਥਰ ਦੇ ਰਿਕਾਰਡ ਅੱਜ ਕਿੰਨੇ ਸਾਹਮਣੇ ਆ ਜਿਉਂਦਾ ਨਾ ਮੁਕਰਾ ਕੁਝ ਕਲਾਕਾਰ ਦੀਆਂ ਯਾਦਾਂ ਨੂੰ ਸਾਂਭਿਆ ਬਿੰਦਰ ਟਵਾਲ ਜੀ ਬਹੁਤ ਸਾਰੇ ਰਿਕਾਰਡ ਸਾਂਭ ਕੇ ਰੱਖੇ। ਅਸੀਂ ਮਤਲਬ ਭੁਲਾਉਣ ਵਾਲਾ ਦੀ ਸਿਰਫ ਇੱਕੋ ਹੀ ਬੇਨਤੀ ਆ ਵੀ ਅਸੀਂ ਪੰਜਾਬੀ ਗਾਇਕ ਜੋ ਅੱਛਾ ਗਾ ਰਹੇ ਨੇ ਅਸੀਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ। ਉਸਤਾਦ ਕੁਲਦੀਪ ਮਾਨਕ ਜੀ ਨੇ ਉਹਨਾਂ ਦਾ ਪਹਿਲੇ ਸੌਂਗ ਤੋਂ ਲੈ ਕੇ ਮੈਂ ਜਿੰਨੇ ਵੀ ਉਹਨਾਂ ਦੇ ਰਿਕਾਰਡ ਬਣੇ ਜਿੰਨੀਆਂ ਕੈਸਟਾਂ ਹੋਣੀਆਂ ਮੈਂ ਸੰਭਾਲ ਕੇ ਰੱਖੇ। ਸਲੀਕ ਸਾਹਿਬ ਦੇ ਜਿੰਨੇ ਰਿਕਾਰਡ ਬਣੇ ਨੇ ਪਹਿਲੇ ਗੀਤ ਤੋਂ ਲੱਗੇ, ਬੀਬਾ ਜੀ ਪਹਿਲੇ ਗੀਤ ਤੋਂ ਲੱਗੇ, ਹੰਸੀ ਪਹਿਲੇ ਗੀਤ ਤੋਂ ਲੱਗੇ। ਮੈਂ ਕੋਸ਼ਿਸ਼ ਕਰ ਰਿਹਾ ਵੀ ਜੋ ਅੱਛਾ ਸੰਗੀਤ ਆ ਸੰਭਾਲਣ ਜੋਗਾ ਮੈਂ ਉਹਨੂੰ ਸੰਭਾਲਣਾ ਚਾਹੂੰਗਾ। ਇੱਕ ਉਸਤਾਦ ਜੀ ਦਾ ਰਮਲਾ ਸਾਹਿਬ ਜੀ ਦਾ ਵੀ ਇਕੱਠਾ ਇੱਕ ਫਿਲਮ ਸੈਦਾ ਬਣੀ ਸੀ 1989 ਦੇ ਵਿੱਚ। ਉਸਤਾਦ ਜੀ ਨੇ ਸ਼ੇਰ ਵੀ ਲਾਇਆ ਸੀ ਜੇ ਤੁਹਾਡਾ ਹੁਕਮ ਆ ਬੋਲ ਕੇ ਸੁਣਾ ਅਸਾਂ ਦਾ ਤੇ ਅਸਾਂ ਦਾ ਰੱਬ ਰਾਖਾ ਮੌਤ ਤੋਂ ਬੁਰਾ ਜੁਦਾਈ ਦਾ ਦੁਖੀਰ ਹੋ ਜਿੰਨਾ ਹੇਠ ਲੈ ਕੇ ਮਦਾਨੀਆਂ ਸੀ ਉਹਨੂੰ ਲੈ ਕੇ ਰੋਂਦੇ ਨੇ ਰੁਕੀਰ। ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਇਹਨਾਂ ਤੋਂ ਰਿਕਾਰਡ ਵੇਖੇ ਤੇ ਮੈਂ ਇਹਨਾਂ ਦੀ ਤਾਰੀਫ ਕਰਦਾ ਸ਼ਾਬਾਸ਼। ਤੁਸੀਂ ਮੈਨੂੰ ਵੀ ਸ਼ਾਬਾਸ਼ ਦਿਓ ਕਿਉਂਕਿ ਮੈਂ ਉਹਨਾਂ ਦੀ ਆਵਾਜ਼ ਤੁਹਾਨੂੰ ਸੁਣਾਉਂਗਾ ਹੁਣੇ। ਉਧਰਲੇ ਪਾਸੇ ਜਦੋਂ ਆਪਾਂ ਖਾਣਾ ਖਾਣ ਜਾਵਾਂਗੇ ਮੈਂ ਡੈਕ ਲਿਆਂਦਾ ਆਪਣੇ ਘਰੋਂ ਕੈਸਟ ਜਿਹੜੀਆਂ ਪਹਿਲਾਂ ਟੇਪ ਹੁੰਦੀਆਂ ਨੇ ਟੇਪ ਰਿਕਾਰਡ ਉਹ ਮੈਂ ਟੇਪ ਲੈ ਕੇ ਆਇਆ। ਸਪੀਕਰ ਲੈਂਦਾ ਛੋਟਾ ਜਿਹਾ ਤੁਹਾਨੂੰ ਰਮਲਾ ਸਾਹਿਬ ਦੀ 1985 ਵਿੱਚ ਧਾਰਮਿਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਤੇ ਬਣਾਈ ਹੋਈ ਇੱਕ ਕੈਸਟ ਉਹਦੇ ਵਿੱਚ ਉਹਨਾਂ ਦੇ 2-3 ਗੀਤ ਹੈ ਉਹ ਵੀ ਜ਼ਰੂਰ ਸੁਣ ਕੇ ਜਾਇਓ। ਖਾਣਾ ਖਾਓ ਚਾਹੇ ਨਾ ਖਾਓ ਚਾਹੇ ਘੱਟ ਖਾਓ ਬਹੁਤਾ ਕੁਝ ਜਿੰਨਾ ਮਰਜ਼ੀ ਖਾਓ ਪਰ ਗੀਤ ਜ਼ਰੂਰ ਸੁਣ ਕੇ ਜਾਣਾ। ਹਾਂ ਇਹਨਾਂ ਨੂੰ ਪਤਾ ਹੈ। ਸਿਰਫ ਇਹ ਇੱਕੋ ਬੰਦਾ ਮੈਨੂੰ ਮਿਲਿਆ ਜਿਹਨੂੰ ਪਤਾ ਹੈ ਹੋਰ ਨਹੀਂ ਕਿਸੇ ਨੂੰ ਪਤਾ। ਜਸਵਿੰਦਰ ਨੂਰਲਾ ਨਾਲ ਵੀ ਉਹਨਾਂ ਦੇ ਗਾਣੇ ਹੈ ਤੇ ਉਹਨਾਂ ਦੀ ਵਾਰ ਹੈ ਬੰਦਾ ਬਹਾਦਰ ਦੀ ਵਿਸਾਖੀ ਦੇ ਦਿਹਾੜੇ ਦਾ ਇੱਕ ਸ਼ਬਦ ਹੈ ਗੀਤ ਹੈ ਉਹ ਹੁਣ ਆਪਾਂ ਜੋ ਲੰਗਰ ਛਕਾਂਗੇ ਉਹ ਤੁਹਾਨੂੰ ਸੁਣਾਇਆ ਜਾਊਗਾ। ਬਹੁਤ ਧੰਨਵਾਦ ਜੀ ਮਿਹਰਬਾਨੀ ਬਹੁਤ ਸ਼ੁਕਰੀਆ। ਇੱਕ ਬੰਦਾ ਜੀ ਜਿਹਨੇ ਸਾਰਾ ਕੁਝ ਸਾਂਭਿਆ ਹੈ ਪਰ ਕਰੋਨਾ ਤੋਂ ਬਚ ਕਰੀ। ਹਾਂਜੀ ਭਗਤ ਬੋਲੀ ਜੀ ਆਜੋ ਉਸ ਤੋਂ ਬਾਅਦ ਸਮਾਪਤੀ ਕਰਾਂਗੇ ਜੀ। ਮੈਂ ਇੱਕ ਵਾਰ ਫਿਰ ਆਏ ਹੋਏ ਸਾਰੀਆਂ ਹਸਤੀਆਂ ਦਾ ਸਾਰੇ ਵੀਰਾਂ ਦਾ ਦੋਸਤਾਂ ਦਾ ਕਲਾਕਾਰਾਂ ਦਾ ਜੋ ਕਿ ਲੁਧਿਆਣੇ ਤੋਂ ਚੱਲ ਕੇ ਆਏ ਹੈ ਆਸੇ ਪਾਸੇ ਚੱਲ ਕੇ ਆਏ ਹੈ ਹਾਂ ਸਾਰਿਆਂ ਨੂੰ ਅੱਜ ਦੇ ਇਸ ਬਰਸੀ ਦੇ ਸਮਾਗਮ ਤੇ ਨਿੱਘੀ ਜੀਆਂ ਕਹਿੰਦਾ ਹੋਇਆ ਇੱਕ ਬੇਨਤੀ ਕਰਾਂਗਾ ਸਰਦਾਰ ਜੀ ਬੜੇ ਤੁਸੀਂ ਕਲਾ ਦੇ ਮਾਹਰ ਹੋ ਲੇਕਿਨ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਇਹੋ ਜਿਹਾ ਉੱਥੇ ਲੋੜ ਹੈ ਕਿ ਚੰਗੇ ਕਲਾਕਾਰਾਂ ਨੂੰ ਆਪਣੇ ਕੋਲ ਬੁਲਾ ਲੈਂਦੇ ਆ। ਆ ਥੋੜੇ ਦਿਨ ਹੋਇਆ ਜੀ ਸਿਕੰਦਰ ਸਾਹਿਬ ਦੇਖੋ ਜੀ ਉਹ ਵੀ ਸਾਡੇ ਚ ਨਹੀਂ ਰਹੇ ਸੁਰਾਂ ਦਾ ਸਿਕੰਦਰ ਨਰਿੰਦਰ ਚੰਚਲ ਜੀ ਠੀਕ ਹੈ ਜੀ। ਸੋ ਸਾਡੇ ਬਰੂੰਦੀ ਸਾਹਿਬ ਗਮੀ ਬਰੂੰਦੀ ਜੀ ਉਹਨਾਂ ਨੇ ਆਉਣਾ ਸੀ ਸਰਾਂ ਸਾਹਿਬ ਦੇ ਨਾਲ ਤੇ ਉਹ ਵੀ ਕਿਸੇ ਕਾਰਨ ਕਰਕੇ ਸਾਡੇ ਕੋਲ ਨਹੀਂ ਪਹੁੰਚ ਸਕੇ। ਸੋ ਮੈਂ USA ਤੇ ਬੈਠੇ ਧਰਮਵੀਰ ਭਾਈ ਦਾ ਇੱਕ ਵਰਤਿਆ ਤੇ ਤੁਸੀਂ ਗੱਲਾਂ ਕਰਾਂਗੇ ਤੁਸੀਂ ਸੁਨੇਹਾ ਭੇਜਿਆ ਜੀ ਤੁਹਾਡਾ ਅੱਗੇ ਪਹੁੰਚ ਗਿਆ। ਹੁਣੀ ਵੀਰ ਨੇ ਮੈਨੂੰ ਗੁਰਮੀਤ ਸਿੰਘ ਬਰੂੰਦੀ ਦਾ ਨਾਮ ਲਿਆ। ਇਹ ਗੱਲ ਸਹੀ ਹੈ ਵੀ ਰਮਲਾ ਜੀ ਡੈਥ ਤੋਂ ਪਹਿਲਾਂ
ਰਮਲੇ ਦੀ ਇੱਕ ਸਪੈਸ਼ਲ ਤੁੰਬੀ ਤਿਆਰ ਕਰਵਾਈ ਸੀ। ਮੇਰੇ ਬਹੁਤ ਨੇੜੇ ਦੇ ਮਿੱਤਰ ਨੇ ਗੁਰਮੀਤ ਸਿੰਘ ਬਰੌਂਦੀ ਜੋ ਤੁੰਬੀਆਂ ਤਿਆਰ ਕਰਦੇ ਨੇ, ਪਰ ਇਹ ਸਾਡਾ ਇੱਕ ਰੱਬ ਨੂੰ ਅਲੰਭ ਹੀ ਰਹੂਗਾ ਵੀ ਜਿਹੜੀ ਉਹਨੇ ਕਹਿ ਕੇ ਇੱਕ ਤਰ੍ਹਾਂ ਦੀ ਸਪੈਸ਼ਲ ਤੁੰਬੀ ਤਿਆਰ ਕਰਵਾਈ ਸੀ ਉਹ ਅਸੀਂ ਉਹਨਾਂ ਨੂੰ ਭੇਟ ਨਹੀਂ ਕਰ ਸਕੇ। ਅਚਾਨਕ ਇਹ ਭਾਣਾ ਵਾਪਰ ਗਿਆ। ਸਾਨੂੰ ਜ਼ਿੰਦਗੀ ਭਰ ਇਸ ਦਾ ਅਫਸੋਸ ਰਹੂ। ਮੈਨੂੰ ਤੇ ਗੁਰਮੀਤ ਸਿੰਘ ਬਰੌਂਦੀ ਨੂੰ ਮੈਂ ਉਹਨਾਂ ਵਾਂਗੂ ਵੀ ਸ਼ਰਧਾ ਜੀ ਫੁੱਲ ਭੇਟ ਕਰਦਾ। ਇੱਕ ਵਾਅਦਾ ਜ਼ਰੂਰ ਕਰਦੇ ਹਾਂ ਸਰਾ ਸਾਹਿਬ, ਜੇ ਤੁਸੀਂ ਉਹਨਾਂ ਦੇ ਨਾਂ ਤੇ ਤੁੰਬੀ ਬਣਾਈ ਹੈ ਨਾ, ਜਿੱਥੇ ਬੁੱਤ ਲੱਗੇਗਾ ਇਹ ਤੁਸੀਂ ਰਾਣੀ ਨੂੰ ਦੇ ਦਿਓ, ਬੁੱਤ ਦੇ ਨਾਲ ਤੁੰਬੀ ਲੱਗੇਗੀ, ਤੁੰਬੀ ਨਾਲ ਹੀ ਰਹੂਗੀ, ਤੁੰਬੀ ਨਾਲ ਹੀ ਰਹੂਗੀ। ਠੀਕ ਹੈ ਜੀ? ਹਾਂ ਜੀ, ਨਾਲ ਰਹੂਗੀ। ਹਾਂ ਜੀ ਭਜਨ ਪੜ੍ਹੋ ਜੀ। ਧੰਨਵਾਦੀ ਹਾਂ ਜਿੰਨੇ ਵੀ ਅੱਜ ਮੇਰੇ ਵੀਰ ਕਰਤਾਰ ਸਿੰਘ ਰਮਲਾ ਜੋ ਵਰਲਡ ਵਿੱਚ ਜਿਨ੍ਹਾਂ ਨੇ ਆਪੋ ਆਪਣੀ ਕਲਾ ਦੇ ਜ਼ੋਰ ਦਿਖਾਏ, ਇਸ ਗੱਲ ਦਾ ਕੋਈ ਸ਼ੱਕ ਨਹੀਂ। ਮਨੋਰੰਜਨ ਦੀ ਦੁਨੀਆ ਦੇ ਵਿੱਚ ਐਸਾ ਪੈਰ ਰੱਖਿਆ, ਐਸਾ ਪੈਰ ਜਮਾਇਆ, ਜਿਹਨਾਂ ਨਾਲ ਵੀ ਗਾਇਆ ਤੇ ਕੰਮ ਸਿਰੇ ਹੁੰਦਾ ਸੀ। ਮੈਨੂੰ ਇਸ ਗੱਲ ਦੀ ਬੜੀ ਦੁਖਦਾਈ ਨਾਲ ਗੱਲ ਕਹਿਣੀ ਪੈਂਦੀ ਹੈ ਕਿ ਮੇਰੇ ਵੱਡੇ ਵੀਰ ਸਨ, ਘੱਟ ਤੋਂ ਘੱਟ ਜ਼ਿਆਦਾ ਨਹੀਂ 35-40 ਸਾਲ ਮੈਂ ਉਹਨਾਂ ਦੇ ਨਾਲ ਹੀ ਰਿਹਾ। 35-40 ਸਾਲ ਤੋਂ ਦੋਨੇ ਭਰਾ ਅਸੀਂ ਇਕੱਠੇ ਰਹੇ ਹਾਂ। ਕਈ ਨੀਮ ਸ਼ਾਮਾਂ ਆਈਆਂ, ਕਿਹੜੇ ਢੰਗ ਨਾਲ ਸੀ ਉਹ ਝੱਡੀਆਂ ਵੀ ਦੂਰ ਵੀ ਕੀਤੀਆਂ, ਤੇ ਜਿਸ ਕੁੜੀ ਨੂੰ ਵੀ ਗਾਇਆ ਮੇਰਾ ਖਿਆਲ ਕਿਸੇ ਗੱਲ ਦੀ ਕਮੀ ਨਹੀਂ ਰਹੀ, ਨਾ ਉਸ ਗਾਇਕ ਨੂੰ ਤੇ ਨਾ ਹੀ ਜਿਨ੍ਹਾਂ ਨੇ ਗਾਏ ਉਹਦੇ ਗੀਤ ਸਭ ਹਿੱਟ ਹੋਏ। ਮੈਨੂੰ ਇਸ ਗੱਲ ਦੀ ਇਹ ਖੁਸ਼ੀ ਹੈ ਕਿ ਉਹ ਸਾਡੇ ਵਿੱਚ ਗਏ ਨਹੀਂ, ਬੇਸ਼ੱਕ ਉਹਨਾਂ ਦੀ ਸਰੀਰਕ ਤੌਰ ਤੇ ਸਾਨੂੰ ਨਜ਼ਰ ਨਹੀਂ ਆ ਰਹੀ, ਲੇਕਿਨ ਜਿਹੜੀ ਆਵਾਜ਼ ਆ ਜਿੰਨਾ ਚਿਰ ਦੁਨੀਆ ਰਹੂਗੀ ਇਹ ਮਨੋਰੰਜਨ ਦਾ ਭਰਪੂਰ ਆਨੰਦ ਲੈਂਦੇ ਹੀ ਰਹਿਣਗੇ। ਤੇ ਨਵਜੋਤ ਰਾਣੀ ਜੀ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਤੇ ਨਾਲ ਸਾਡੇ ਸਾਰੇ ਸਜਿੰਦੇ ਵੀਰਾਂ ਦੇ ਵੀ ਇੰਨੀ ਸੇਵਾ ਕੀਤੀ ਕਿ ਮੈਂ ਇਹਨਾਂ ਦੇ ਵੀ ਦੇਣਾ ਦੇ ਨਹੀਂ ਸਕਦਾ। ਨਵਜੋਤ ਰਾਣੀ ਵੀ ਇੱਕ ਸਾਡੇ ਵਾਸਤੇ ਇਹੋ ਜਿਹੀ ਬਣ ਕੇ ਆਈ, ਰਮਲਾ ਸਾਹਿਬ ਵਾਸਤੇ ਵੀ, ਕਿਉਂਕਿ ਜਦੋਂ ਲਾਸ਼ ਦਾ ਪ੍ਰਾਣ ਕਲਾਕਾਰ ਦਾ ਤੇ ਪ੍ਰਵਾਨ ਦਾ ਮਾੜਾ ਹੁੰਦਾ, ਪਰ ਇੱਥੇ ਮਾੜਾ ਨਹੀਂ ਸੀਗਾ, ਇੰਨੇ ਵਧੀਆ ਢੰਗ ਦੇ ਨਾਲ। ਪਰ ਜਦੋਂ ਮਾਲਕ ਦੀ ਸਦਾ ਆ ਜਾਵੇ ਫਿਰ ਤੇ ਜਾਣਾ ਪੈਂਦਾ। ਤੇ ਮੈਂ ਸਾਰੇ ਜਿੰਨੇ ਵੀ ਆਏ ਉਹਨਾਂ ਦਾ ਮੌਜੀ ਸਾਹਿਬ ਜੀ, ਕਿਉਂਕਿ ਵੀ ਸਾਡੇ ਨਾਲ ਕਾਫੀ ਦੇਰ ਤੁਰੇ ਆ, ਹੋਰ ਸਾਰੇ ਜਿੰਨੇ ਵੀ ਸਾਡੇ ਕਲਾਕਾਰ ਆਏ ਮੈਂ ਸਾਰਿਆਂ ਨੂੰ ਜੀ ਆਇਆਂ ਵੀ ਕਹਿਣਾ, ਕਿਉਂਕਿ ਤੁਸੀਂ ਆਪਣੇ ਰਜੇਬੀ ਜੋ ਟਾਈਮ ਕੱਢ ਕੇ ਸਾਡੇ ਭਾਈ ਸਾਹਿਬ ਕਰਤਾਰ ਰਮਲਾ ਜੀ, ਕਿਉਂਕਿ ਅਸੀਂ ਜਦੋਂ ਸਟੇਜ ਤੇ ਜਾਂਦੇ ਸੀ ਸਾਡਾ ਹਾਸਾ ਵੀ ਬੜਾ ਬਣਦਾ ਸੀ। ਉਹਨਾਂ ਨੇ ਪੁੱਛਣਾ ਤਾਂ ਕਿ ਕਰਤਾਰ ਰਮਲਾ ਕਿਹੜਾ, ਤੇ ਬੜੇ ਖੁਸ਼ ਦਿਲ ਸੀਗੇ ਤੇ ਮਜ਼ਾਕ 'ਚ ਪੂਰੀ ਗੱਲ ਪਾ ਲਈ, ਕਹਿੰਦੇ ਰਮਲਾ ਸਾਹਿਬ ਆਏ ਬੈਠੇ ਨੇ ਜਿਹੜੇ ਤੁਹਾਡੇ ਨਾਲ ਨੇ। ਉਹਨਾਂ ਨੇ ਗੱਲਾਂ ਜਦੋਂ ਪੁੱਛਣੀਆਂ ਤਾਂ ਹੁਣ ਸਾਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਕਿਹਾ ਮਹਾਰਾਜ ਜੀ ਜਿਹੜੇ ਹੈਗੇ ਆ ਸਾਡੇ ਉਸਤਾਦ ਜੀ, ਸਮਝੋ ਸਾਡੇ ਮਾਂ ਪਿਓ ਵਿਰਾਜ ਨੇ, ਰਮਲਾ ਸਾਹਿਬ ਅਹੀਂ ਬੈਠੇ ਨੇ, ਨਾਲ ਸਾਨੂੰ ਹੱਥ ਕੇ ਇੱਦਾਂ ਕਿਹਾ ਠੀਕ ਅਸੀਂ ਆਪ 'ਚ ਗੁਰ ਭਾਈ ਹਾਂ, ਸਕੇ ਭਾਈਆਂ ਤੋਂ ਬਾਅਦ ਕੋਈ ਸ਼ੱਕ ਨਹੀਂ। ਜਦੋਂ ਸਟੇਜ ਤੇ ਵੀ ਗਾਉਣ ਲੱਗੇ ਤੇ ਮੇਰੇ ਤੇ ਕੋਈ ਗੀਤ ਨਹੀਂ ਸੀ ਸੁਣਦਾ, ਉਹ ਕਹਿੰਦੇ ਵੀ ਉਹੀ ਗੀਤ ਸੁਣਾ ਜਿਹੜੇ ਤੁਹਾਡੇ ਗਾਏ। ਮੈਂ ਕਿਹਾ ਜੀ ਮੇਰਾ ਭਾਈ ਸਾਹਿਬ ਨੇ ਮੇਰੇ ਗੀਤ ਨਹੀਂ ਗਾਏ, ਪਰ ਉਹਨਾਂ ਨੇ ਇੰਨੇ ਜ਼ੋਰ ਨਾਲ ਉਹਨਾਂ ਗੀਤਾਂ ਦੇ ਨਾਲ ਹੀ ਮੈਂ ਹੁਣ ਤੱਕ ਵੀ ਜਿੰਨਾ ਟਾਈਮ ਕੀਤਾ, ਕੁਛ ਉਹਨਾਂ ਦੀ ਐਸੀਆਂ ਬੰਦਸ਼ਾਂ ਬਣੀਆਂ ਨਵਜੋਤ ਰਾਣੀ ਨੂੰ ਪਤਾ ਹੈ। ਜਦੋਂ ਉਹਨਾਂ ਨੇ ਕਿਹਾ ਵੀ ਢਾਂਚੇ ਘਟ ਰਹੇ ਆ, ਉਹ ਕਿਉਂ ਬਣੀਆਂ ਰਹਿ ਕੇ ਇਸ ਗੱਲ ਦਾ ਜ਼ਰੂਰ ਅਫਸੋਸ ਹੈ। ਉਹ ਦੇਖਾਂਗੇ ਨਵਜੋਤ ਰਾਣੀ ਨੂੰ ਕਹਾਂਗੇ ਭਾਈ ਉਹ ਜਿਹੜੇ ਗੀਤ ਬਣੇ ਨੇ ਉਹਨਾਂ ਦੇ, ਕਿਉਂਕਿ ਮੈਂ ਮਿਊਜ਼ਿਕ ਡਾਇਰੈਕਟਰ ਸੀ ਉਹਨਾਂ ਦੇ ਨਾਲ ਸਟੇਜ ਦੇ ਉੱਤੇ ਵੀ ਜਿਸ ਤਰ੍ਹਾਂ ਸਾਡੇ ਮੋਜੀ ਸਾਹਿਬ ਕਰ ਰਹੇ ਸਾਥ ਵੀ ਦੇਣਾ, ਗਾਇਕੀ 'ਚ ਵੀ ਦੇਣਾ, ਉਦੋਂ ਵੀ ਸਾਡਾ ਭਾਈ ਬੰਦਾ ਇਕੱਠਾ ਸੀਗਾ। ਤੇ ਮੈਂ ਜਿੰਨਾ ਵੀ ਕੁਝ ਕਹਿ ਰਹਾ ਉਹਨਾਂ ਥੋੜਾ, ਬਾਕੀ ਮੈਂ ਪ੍ਰਮਾਤਮਾ ਦੀ ਇਹ ਅਰਦਾਸ ਕਰਦਾ ਜਿੰਨੇ ਕਲਾਕਾਰ, ਜਿੰਨੇ ਉਹਦੇ ਸੰਯੋਗੀ, ਜਿੰਨੇ ਪੈਰੋਕਾਰ ਆਏ ਨੇ, ਜਿੱਥੋਂ ਵੀ ਜਿਹੜੇ ਪਿੰਡ ਤੋਂ ਆਏ, ਮੈਂ ਸਭ ਦਾ ਧੰਨਵਾਦੀ ਹਾਂ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਤੇ ਭਾਣਾ ਮੰਨਣ ਦਾ ਬਖਸ਼ਣ ਨੂੰ। ਤੇ ਸਿਰਫ ਇੱਕ ਲਾਈਨ ਉਹਨਾਂ ਦੀ ਮੈਂ ਤੁਹਾਨੂੰ ਸੁਣਾਈ ਦੇਵਾਂ, ਕਿਉਂਕਿ ਜੇ ਅਸੀਂ ਗੱਲ ਕੀਤੀ ਹੈ ਤੇ ਜ਼ਰੂਰ ਸੁਣਾਉਣਾ ਸਾਡਾ ਫਰਜ਼ ਬਣਦਾ, ਪਰ ਗਾਣਾ ਬੜਾ ਮੁਸ਼ਕਲ ਹੈ, ਉਹਨਾਂ ਦੀ ਚੀਜ਼ ਅਸੀਂ ਗਾ ਨਹੀਂ ਸਕਦੇ। ਫਿਰ ਵੀ ਇੱਕ ਅੱਧੀ ਲਾਈਨ ਮੈਂ ਤੁਹਾਡੀ ਸੁਣਾਉਣਾ ਯਾਰ। ਗੁਰੂ ਸਾਹਿਬ ਜੀ ਹੁਣ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਤਾਂ ਅੱਗੇ ਵਧਾਂਗੇ, ਹੁਣ ਤਾਂ ਆਪਾਂ ਅੱਗੇ ਵਧਣਾ। ਇਹ ਬੜੀ ਵਧੀਆ ਗੱਲ ਕੀਤੀ ਹੈ, ਸਾਨੂੰ ਸਹਿਯੋਗ ਤੁਸੀਂ ਦੇਣਾ ਜੀ। ਅਸੀਂ ਲੁਧਿਆਣੇ ਤੋਂ ਜਿੰਨਾ ਵੀ ਹੋ ਸਕੇ, ਮਾਇਆ ਨੂੰ ਤਾਂ ਕਿਸੇ ਗੱਲ ਦੀ ਕਮੀ ਆਊਗੀ ਨਹੀਂ, ਤੇ ਨਾ ਤੁਸੀਂ ਸਾਨੂੰ ਆਉਣ ਦੇਣੀ ਹੈ। ਤੁਸੀਂ ਆਪਣਾ ਇਧਰ ਇਸੇ ਤਰ੍ਹਾਂ ਰੱਖਣਾ ਹੈ। ਅਸੀਂ ਤੁਹਾਡਾ ਜਿੰਨਾ ਵੀ ਹੋਇਆ ਸਹਿਯੋਗ ਦੇ ਕੇ ਇਸ ਮੇਲੇ ਨੂੰ 4 ਚੈਨਲ ਲਾ ਕੇ ਆਪਾਂ ਉਹ ਮੇਲਾ ਬਣਾਉਣਾ ਹੈ। ਵਰਲਡ ਦੇ ਵਿੱਚ ਪਤਾ ਲੱਗ ਜਾਏ ਫਰੀਦਕੋਟ ਦਾ ਇਲਾਕਾ ਜਾਂ ਜਿੱਥੇ ਤੱਕ ਪੈਰੋਕਾਰ ਬੈਠੇ ਨੇ ਕਿ ਰਮਲਾ ਜੀ ਦਾ ਇਹਨਾਂ ਨੇ ਬਰਸੀ ਮਨਾਈ ਤੇ ਕਿੰਨੇ ਵਧੀਆ ਢੰਗ ਨਾਲ ਮਨਾਈ ਹੈ। ਬਰਸੀ ਤੇ ਜਨਮ ਦਿਨ ਇੱਕ ਚੀਜ਼ ਹੀ ਹੁੰਦਾ, ਮਨ ਨਹੀਂ ਹੁੰਦਾ, ਕਿਉਂਕਿ ਜਦੋਂ ਕਿਸੇ ਨੂੰ ਯਾਦ ਕਰਨ ਵਾਲਾ ਤੇ ਉਹ ਬੰਦਾ ਮਰਦਾ ਨਹੀਂ। ਕਿਉਂਕਿ ਉਸਤਾਦ ਲਾਲ ਚੰਦ ਜਮਲਾ ਜੱਟ ਜੀ ਕੱਲ ਕਹਿੰਦੇ ਸੀਗੇ, ਸੁਣਾ ਰਹੇ ਇੱਕ ਸਿਰਫ ਇੱਕ ਲਾਈਨ ਤੁਹਾਨੂੰ। ਸ਼ਾਮ ਪਈ ਤੇ ਘਰ ਨੂੰ ਪਰਤੇ ਆਉਂਦੇ, ਤੋਤੇ ਘੁਗੀਆਂ ਤੇਜੀਆ ਜੰਤ ਲੋਕੋ,
ਉਹ ਵੀ ਹੁੰਦੀਆਂ ਨੀ ਭਾਗਾਂ ਵਾਲੀਆਂ ਓ ਤੇ ਘਰੀ ਹੁੰਦੇ ਨੇ ਜਿਨ੍ਹਾਂ ਦੇ ਕੰਤ ਲੋਕੋ। ਐਸਾ ਗੀਤ ਵਧੀਆ ਜਦੋਂ ਵੀ ਗਾਈ ਗਏ ਸਦਾ ਮਾਰ ਦੀ ਘਰ ਦੀ ਸ਼ਰਾਬ ਹੋ ਪੈਕ ਸ਼ੈਕ ਲਾਇਆ। ਮੇਰਾ ਖਿਆਲ ਹੈ ਕਿ ਬੰਦਾ ਮੰਜੇ ਤੋਂ ਬੁੜਕ ਬੁੜਕ ਕੇ ਡਿੱਗਦਾ। ਮੈਂ ਹੁਣ ਜ਼ਿਆਦਾ ਕੁਛ ਨਾ ਕਰਾਂ। ਸਾਡੇ ਮੌਜੀ ਸਾਹਿਬ ਜੀ, ਨਵਜੋਤ ਰਾਣੀ ਜੀ ਔਰ ਸਾਡੇ ਊਸ਼ਾ ਜੀ, ਇਹਨਾਂ ਨੇ ਬਹੁਤ ਸਾਰੇ ਗੀਤ ਗਾਏ। ਸਾਡੇ ਸਰਬਜੀਤ ਜੀ ਚਿਮਟੇ ਵਾਲੀ, हाँ जी हाँ ये शेर हाँ ये भी भैया गल है भी वो साढ़े कोल ही खड़े हथ करके दस दो जी सच्चाई मैं देखा नहीं सी नाम तो सुन रहे ताली मारते जोड़ वाले वाला ये उषा करण जी घट तो घट 15-20 साल हो गए। ये जरा गीत सी जिहदा शेर बोलिया ये इन्हों का गीत सी। तो मेरा ख्याल है जिथे भी गीत गाइए एक बार आनंद आ जाता है। घर की शराब हो पैग शैग लाया हो पता होंगे तो आप शुरू कर रहे। चलो कोई गल नहीं, हम जिन्ने टाइम आप लंगर भी छकना। हाँ लो जी साढ़े मौजी साहब ਵਿਆਹਤੀ ਮਾਪਿਆਂ ਨੇ 15 ਸਾਲ ਦੀ ਸਾਰੀ ਅੱਜ ਵੀ ਹਰ ਜਵਾਨ ਤੇ ਗੀਤ ਚੜਿਆ ਹੋਇਆ। ਹਾਂਜੀ ਹੁਣ ਮੈਂ ਬੇਨਤੀ ਕਰਾਂਗਾ ਸਰਬਜੀਤ ਭੈਣ ਜੀ ਨੂੰ ਤੇ ਇੱਕ ਸਾਡਾ ਹੋਰ ਸਾਥੀ ਹੈ ਭੈਣ ਜੀ ਰਾਣੀ ਭੈਣ ਜੀ ਤੇ ਉਸ ਬੰਦੇ ਨੇ ਰਮਲਾ ਜੀ ਨਾਲ ਬਹੁਤ ਵੱਡਾ ਸਾਥ ਦਿੱਤਾ ਹੈ। ਡਰਾਈਵਿੰਗ ਕਰਦਾ ਰਿਹਾ ਲੇਕਿਨ ਕਹਿੰਦੇ ਨੇ ਵੀ ਕਈ ਵਾਰੀ ਨਾ ਜਦੋਂ ਬੰਦਾ ਕਿਤੇ ਗਲਤ ਫਹਿਮੀ 'ਚ ਪੈ ਜਾਵੇ ਤਾਂ ਫਿਰ ਬੰਦਾ ਇੱਧਰ ਉੱਧਰ ਜੋਗਾ ਨਹੀਂ ਹੁੰਦਾ। ਸੋ ਉਹ ਬੰਦਾ ਸਾਡੇ ਨਾਲ ਹੈ। ਉਹਨੇ ਮੈਨੂੰ ਫੋਨ ਕਰਕੇ ਗੱਲ ਕਹੀ ਹੈ ਸੱਤਾ ਹਾਂਜੀ ਸੱਤਾ ਉਹਨੂੰ ਅਸੀਂ ਉਹ ਕਹਿੰਦਾ ਵੀ ਮੈਂ ਹਰਦਮ ਨਾਲ ਆਉਣਾ ਚਾਹੁੰਦਾ ਤੇ ਮੈਂ ਨਾਲ ਹੀ ਆਵਾਂਗਾ। ਹਾਂ ਉਹਨਾਂ ਨੂੰ ਮਾਫ ਕਰ ਦਿਓ, ਉਹਦੀ ਕੋਈ ਗਲਤੀ ਨਹੀਂ ਹੈ। ਤੇ ਸੱਚਾਈ ਦੱਸਦੀ ਉਹਨੇ ਸੱਤਾ ਬਾਈ ਤੇ ਸਰਬਜੀਤ ਮਾਂ ਜੀ ਆਓ ਤੁਸੀਂ। ਸਭ ਤੋਂ ਪਹਿਲਾਂ ਜਮਲਾ ਜੱਟ ਫੈਮਿਲੀ ਵੱਲੋਂ जिन्ने भी बड़े भाई साहब की बरसी पे आए ने सारे में जी है। कोई लफाज ही नहीं ऐसा होनहार साडे परिवार का वो हीरा जमला जट परिवार का वो अनमोल हीरा सुरां दा बादशाह दगाणियां दी बादशाह कह लो तुंबी दा बादशाह कह लो। जिस तरह पहला कह के हटे उन्होंने वर्गे पोटे कोई नहीं सी ला सकता। जो मेरे हसबैंड जसदेव जी तो भाजी इकट्ठे हो जाते सी इन्हों की यही सुरताल रही सी। बड़ा प्यार दिता उन्होंने। बेशक मैं छोटी सी उन्होंने पर कदे भी मेरा उन्होंने नाम नहीं लिया सरबजीत भैन जी कह के बुलाते सी। तो 3-4 दिन पहला डैथ तो पहला मेरी उन्होंने गल हुई तो मैंने उन्होंने आप ही फोन किया कहते सरबजीत किवें। मैं कहा जी मैं ठीक हाँ तुसीं दसो किद्दां। कहते सरबजीत मैं तेरे को आना है जो भी जसदेव की डैथ हुई भी असीं दोनों इकट्ठे नहीं बैठ सके भैन भरा तो चलो पर दिल की तू टेंशन ना लै किसी गल की कि तेरा वड्डा भरा तेरे नाल वा। तो मैं उन्होंने पुछ बैठे मैं भाजी तुहाडी तबीयत किद्दां रहिंदी हो। कहते सरबजीत ये तो हम कुछ छड्ड ही दे जो मैं अपनी जिंदगी में चाहता सी मैनूं सारा कुछ मिल गया। मेरा भाव मेरी छोटी भैन नवजोत इन्हें इन्नी सेवा की और मेरा ख्याल उम्र के लिहाज नाल इस वेले सारे तो यंग लगते सी इदां लगते सी जिवें 40 साल के होंदे। ये सारी देन की नवजोत की है। हमेशा ये जमला जट फैमिली अपनी छोटी भैन नाल रहेगा क्योंकि साडा परिवार है और बेशक मेरे तो है तो वड्डी है पर इन्हें भाजी तो मैं छोटी पर मैंने अपनी वड्डी मानती है पर मैं हमेशा ये नाल रहांगी। मेरा परिवार ये नाल रहेगा जदों भी किते इहनूं साडे परिवार की लोड़ है असीं इहदे नाल खड़े हैं। सो इन्ना कुछ कहंदे हैं तुहाडे कोल अरदास करनी है। वाहिगुरू जी का खालसा वाहिगुरू जी की फतेह। लो जी लंगर हम अटक चल गया अगे बाद रमला मेरे शगीर्द प्रगट भुल्लर जी 2 शेर कहेंगे तो उस तो बाद आप समाप्ति करांगे। तो आईयां सारिया संगतां तो जो कोई साडे कोल कोई गलती हुई किसी के खिलाफ कोई बोल बोलिया गया हो तो हथ वध के माफ़ी मंगते हैं। तो सानू वास्ते असीं इसे ताईं आशीर्वाद दे के रखना ताकि असीं इस समागम की शुरुआत है और उन्हें शिखर पर लेके जाइए यही दुआ है। सर्व सत्कारयोग मेरे आए हुए मेहमान मेरिया भैन कलाकार संगीत गायकार जिन्हें भी है तो मैनू एक मैं गीत लिखा सी जग ते नहीं आना।